आ गया जी आ गया, छा गया जी छा गया, आ गया जी आ गया, छा गया जी छा गया। सब कुछ नवा नवा है, नवी सोच ते नवा समा है। सब कुछ नवा नवा है, नवी सोच ते नवा समा है। थोड़े संग FM ए रंग FM, तुसी सुन रहे हो रंग FM। शाम दिन दोस्तों, मैं ਤੁਹਾਡੀ ਆਪਣੀ ਜੇਪਾਲ ਹਾਜ਼ਰ ਹਾਂ ਤੁਹਾਡੀ ਕਚਹਿਰੀ ਦੇ ਵਿੱਚ ਅੱਜ ਦਾ ਪ੍ਰੋਗਰਾਮ ਲੈ ਕੇ, ਕੁਝ ਆਰ ਦੀਆਂ ਕੁਝ ਪਾਰ ਦੀਆਂ। ਔਰ ਮੇਰੇ ਨਾਲ ਅੱਜ ਦੇ ਸਾਡੇ ਮਹਿਮਾਨ ਜਿਨ੍ਹਾਂ ਨੂੰ ਤੁਸੀਂ ਪਹਿਲਾਂ ਵੀ ਮਿਲ ਚੁੱਕੇ ਹੋ, ਸਰਦਾਰ ਚਰਨਜੀਤ ਸਿੰਘ ਗਰੇਵਾਲ ਫਰੋਮ USA। ਅਸੀਂ ਹਾਜ਼ਰ ਹਾਂ ਜੀ ਸਾਰੇ ਹੀ ਸਰੋਤਿਆਂ ਨੂੰ, ਦੋਸਤਾਂ ਨੂੰ, ਮਿੱਤਰਾਂ ਨੂੰ, ਸੱਜਣਾਂ ਨੂੰ ਸਾਡੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਨਾਂ ਵੱਲੋਂ। ਔਰ ਬਹੁਤ 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 ਸਤਿਕਾਰ ਹੈ ਗਰੇਵਾਲ ਸਾਹਿਬ ਤੁਹਾਡਾ, ਤੁਸੀਂ ਰੰਗ FM ਨੂੰ ਕੰਟੀਨਿਊਸਲੀ ਟਾਈਮ ਦੇ ਰਹੇ ਹੋ। ਜੀ ਆਇਆਂ ਆਖਦੇ ਹਾਂ ਅਸੀਂ ਆਪਣੀ ਸਾਰੀ ਟੀਮ ਵੱਲੋਂ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਵੈਲਕਮ, ਜੀ ਆਇਆਂ ਨੂੰ ਸਾਡੇ ਦੋਸਤਾਂ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਧੰਨਵਾਦ ਤੁਸੀਂ ਫਿਰ ਮੈਨੂੰ ਟਾਈਮ ਦਿੱਤਾ। ਨਹੀਂ, ਧੰਨਵਾਦ ਅਸੀਂ ਤੁਹਾਡਾ ਕਰਾਂਗੇ ਕਿਉਂਕਿ ਤੁਹਾਡਾ ਟਾਈਮ ਬੜਾ ਕੀਮਤੀ ਹੁੰਦਾ ਔਰ ਵਿਦੇਸ਼ਾਂ ਦੀ ਧਰਤੀ ਤੋਂ ਟਾਈਮ ਦੇਣਾ, ਜਦੋਂ ਕਿ ਟਾਈਮ ਵੀ ਅੱਗੇ ਪਿੱਛੇ ਹੁੰਦਾ ਤੁਹਾਡਾ ਹੋਰ ਸਾਡਾ ਹੋਰ, ਇਸ ਕਰਕੇ ਥੈਂਕਸ ਤਾਂ ਅਸੀਂ ਕਰਦੇ ਹਾਂ ਤੁਹਾਡਾ ਜਿਹੜੇ ਤੁਸੀਂ ਟਾਈਮ ਦੇ ਰਹੇ ਹੋ। ਹੋਰ ਸੁਣਾਓ ਕੀ ਹਾਲ ਚਾਲ ਹੈ? ਬਹੁਤ ਵਧੀਆ, ਚੜ੍ਹਦੀ ਕਲਾ ਜੀ। ਚੜ੍ਹਦੀ ਕਲਾ। ਅੱਜ ਸੋਹਣਾ ਵਾ, ਕੱਲ ਵੀ ਦਿਨ ਸੋਹਣਾ ਸੀ, ਇਸ ਕਰਕੇ ਵੈਰੀ ਨਾਈਸ। ਤੇ ਪੰਜਾਬ ਦੀਆਂ ਇਲੈਕਸ਼ਨਾਂ ਸ਼ੁਰੂ ਹੋ ਰਹੀਆਂ ਨੇ ਤੇ ਬੜਾ ਗਮ ਤੋਂ ਦੇ ਵੀਡੀਓ ਅੱਜ ਕੱਲ ਸਾਨੂੰ ਬਹੁਤ ਆ ਰਹੇ ਨੇ ਸਾਰੇ ਪਾਸੇ। ਬਿਲਕੁਲ ਬਿਲਕੁਲ, ਪੂਰਾ ਇੰਟਰਸਟ ਲੈ ਰਹੇ ਹੋ ਫਿਰ? ਹਾਂਜੀ, ਪੂਰਾ ਇੰਟਰਸਟ ਲੈ ਰਹੇ ਆ। ਸਾਡਾ ਦੇਖਦੇ ਆ, ਵਾਚ ਕਰਦੇ ਰਹਿੰਦੇ ਆ ਵੀ ਕਿੱਥੇ ਤੱਕ ਚੱਲਦਾ ਕੰਮ, ਕੀ ਹੋ ਰਿਹਾ ਵਾ। ਫਿਰ ਕਈ ਵਾਰ ਨਿਰਾਸ਼ ਵੀ ਹੋਈਦਾ, ਫਿਰ ਪਰ ਜਦੋਂ ਲੋਕੀ ਕੁਐਸਚਨ ਪੁੱਛਦੇ ਨੇ ਲੀਡਰਾਂ ਨੂੰ, ਉੱਥੇ ਖੁਸ਼ ਵੀ ਹੋਈਦਾ ਵੀ ਕੋਈ ਨਾ ਕੋਈ ਤਾਂ ਹੈਗਾ ਉੱਥੇ ਪੁੱਛਣ ਵਾਲਾ। ਤੇ ਇਸ ਚੀਜ਼ ਨੂੰ ਦੇਖਦੇ ਹੋਏ ਥੋੜਾ ਜਿਹਾ ਹੌਸਲਾ ਵੀ ਹੋ ਜਾਂਦਾ। ਓਕੇ, ਅੱਜ ਦਾ ਮੈਂ ਇੱਕ ਤੁਹਾਡੇ ਆਪਣੇ ਜਿਹੜੇ ਖਿਆਲਾਂ ਨੇ ਇਸ ਟਾਈਮ ਕਹਾਂ, ਅੱਜ ਦਾ ਮੈਂ ਇੱਕ, ਮੈਨੂੰ ਕਿਸੇ ਨੇ ਪੋਇਮ ਮੈਂ ਦੇਖੀ ਸੀ, ਉਹ ਪਿੰਡ ਤੇ ਪੋਇਮ ਚੱਲਦੀ ਸੀ ਪਿੰਡ ਦੀਆਂ ਗਲੀਆਂ ਦੇ ਉੱਤੇ, ਤੇ ਮੈਂ ਤੁਹਾਨੂੰ ਇੱਕ ਵੀਡੀਓ ਵੀ ਭੇਜੀ ਆ। ਉਹ ਇੱਕ ਤਰ੍ਹਾਂ ਦੀ ਪਿੰਡ ਦੀਆਂ ਗਲੀਆਂ ਨੇ, ਕੱਚੀਆਂ ਪੱਕੀਆਂ ਲੱਗੀਆਂ ਹੋਈਆਂ। ਕਹਿੰਦੇ ਖਾਂਦੇ ਨਹੀਂ ਸੀ ਜਿਹੜੇ ਵੀ ਵਿਸਾਹ ਭੋਰਾ ਪਿੱਟਦਾ, ਯਾਰਾਂ ਵਾਲਾ ਮੇਲਾ ਗਿਆ ਹੌਲੀ ਹੌਲੀ ਖੇਡ। ਵਾਹ, ਕੀ ਬਾਤ ਹੈ। ਬੀਚ ਵਾਂਗੂ ਜਾਪਦਾ ਸੀ ਚੱਪੜ ਵੀ ਪਿੰਡ ਦਾ। ਵਾਹ, ਵਾਕਿਆ ਹੀ ਬੀਚ ਵਾਂਗੂ ਜਾਪਦਾ ਸੀ ਚੱਪੜ ਵੀ ਪਿੰਡ ਦਾ। ਨਿੱਕੇ ਹੁੰਦੇ ਜਿਹਦੇ ਵਿੱਚ ਮਾਰਦੇ ਸੀ ਬੀਆਂ, ਆਪਣੀਆਂ ਡਾਈਵ ਕਰ ਦਿੰਦੇ ਸੀ। ਪਿੰਡ ਦੀਆਂ ਯਾਦਾਂ ਪਈਆਂ ਦਿਲ ਵਿੱਚ। ਸ਼ੁਰੂ ਕਰਦੇ ਹਾਂ ਆਪਾਂ ਅੱਜ ਦਾ ਪ੍ਰੋਗਰਾਮ। ਬਹੁਤ ਸੋਹਣੀ ਸ਼ੁਰੂਆਤ ਕੀਤੀ ਹੈ ਤੁਸੀਂ ਗਰੇਵਾਲ ਸਾਹਿਬ, ਵਾਕਿਆ ਹੀ ਤਬੀਅਤ ਖੁਸ਼ ਹੋ ਗਈ। ਤੁਸੀਂ ਇੰਨੀ ਸੋਹਣੀ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ ਪਿੰਡ ਦੀਆਂ ਗਲੀਆਂ ਤੋਂ। ਔਰ ਮੈਨੂੰ ਇਹ ਲੱਗਦਾ ਅੱਜ ਤੁਹਾਡੇ ਚਿਹਰੇ ਤੋਂ ਵੀ ਇਹ ਲੱਗ ਰਿਹਾ ਮੈਨੂੰ ਕਿ ਤੁਹਾਨੂੰ ਪਿੰਡ ਦੀ ਯਾਦ ਬਹੁਤ ਆ ਰਹੀ ਹੋਣੀ ਆ। ਇਸੇ ਕਰਕੇ ਸ਼ਾਇਦ ਉਹ ਪਿੰਡ ਦੀਆਂ ਗਲੀਆਂ, ਤੁਹਾਡਾ ਬਚਪਨ ਗੁਜ਼ਰਿਆ ਹੋਇਆ ਜਿਹੜਾ ਇਸ ਧਰਤੀ ਦੇ ਉੱਤੇ, ਉਹ ਅੱਜ ਵੀ ਖਿੱਚ ਤੁਹਾਡੇ ਅੰਦਰ ਉਸੇ ਤਰ੍ਹਾਂ ਮੈਨੂੰ ਨਜ਼ਰ ਆ ਰਹੀ ਹੈ। ਉਸੇ ਤਰ੍ਹਾਂ ਉਹ ਸਾਨੂੰ ਤੁਹਾਡੇ ਅੰਦਰੋਂ ਇੱਧਰ ਨੂੰ ਖਿੱਚ ਰਹੀ ਹੈ। ਉਹ ਤਾਂ ਰਹਿੰਦੀਆਂ ਨੇ ਜੀ, ਜੋ ਟਾਈਮ ਹੁੰਦਾ ਉਹ ਹੋਰ ਬੁੜੀਆਂ ਹੁੰਦੀਆਂ ਰਹਿੰਦੀਆਂ ਨੇ। ਪਰ ਮੈਂ ਜਦੋਂ ਅੱਜ ਗਲੀਆਂ ਦੇ ਵਿੱਚ ਆਪਦਾ ਸਾਈਕਲ ਚਲਾਉਂਦਾ ਸੀ ਤੇ ਮੈਨੂੰ ਪਿੰਡ ਦੀਆਂ ਗਲੀਆਂ ਚੇਤੇ ਆ ਗਈਆਂ, ਜਿੱਥੇ ਅਸੀਂ ਕੈਂਚੀ ਪਾ ਕੇ ਸਾਈਕਲ ਚਲਾਉਂਦੇ ਹੁੰਦੇ ਸੀ। ਕਦੇ ਡਿੱਗ ਵੀ ਪੈਣਾ, ਉਹਦੀ ਉਹ ਪੈਡਲ ਦੀ ਲੱਗਣੀ ਪੈਰ ਦੇ ਵਿੱਚ, ਫਿਰ ਰੋਂਦੇ ਹੋਣਾ, ਫਿਰ ਚਲਾ ਲੈਣਾ ਗਲੀਆਂ ਚੇਤੇ ਕਰਕੇ। ਫਿਰ ਮੈਨੂੰ ਆਹ ਪੋਇਮ ਦਾ ਚੇਤੇ ਮੈਨੂੰ ਕਿਸੇ ਨੇ ਭੇਜੀ ਸੀ।
ਖਾਂਦੇ ਨਹੀਂ ਸੀ ਜਿਹੜੇ ਵੀ ਬਾਸ ਭੋਰਾ ਮਿਟਦਾ 11 ਵਾਲਾ ਮੇਲਾ ਗਿਆ ਹੌਲੀ ਹੌਲੀ। ਓਹੋ ਕੀ ਇਹ ਬਾਤ ਪੋਇਮ ਹੈ, ਤਾਂ ਕਿਆ ਬਹੁਤ ਬਾਤ। ਵੱਡੀ ਆ, ਜੀ ਜੀ ਜੀ। ਬਸ ਅੱਜ ਇਹ ਕਹਿਣਾ ਨਹੀਂ ਤੁਸੀਂ ਚਾਹੁੰਦਾ। ਇਹ ਚੰਦ ਲਾਈਨਾਂ ਬੋਲ ਕੇ ਔਰ ਤੁਸੀਂ ਇਹ ਕੁਝ ਗੱਲਾਂ ਕਰਕੇ ਮੈਨੂੰ ਮੇਰਾ ਬਚਪਨ ਵੀ ਯਾਦ ਕਰਾਤਾ, ਕਿਉਂਕਿ ਸਾਈਕਲ ਮੈਂ ਵੀ ਬੜਾ ਚਲਾਇਆ ਹੈ। ਔਰ ਮੈਨੂੰ ਹਾਂਜੀ। ਯਾਦ ਹੈ ਪਹੀ ਦੇ ਸਾਈਡ ਤੇ ਰੂੜੀਆਂ ਹੁੰਦੀਆਂ ਸੀ, ਇੱਕ ਵਾਰੀ ਰੂੜੀ ਤੇ ਹੀ ਚੜ ਗਿਆ ਸੀ ਮੇਰਾ ਸਾਈਕਲ। ਤੇ ਮੈਨੂੰ ਬਹੁਤ ਜੀ ਮੈਨੂੰ ਬਹੁਤ ਖੁਸ਼ੀ ਹੋਈ ਹੈ ਗਰੇਵਾਲ ਸਾਹਿਬ, ਤੁਸੀਂ ਅੱਜ ਵੀ ਪੰਜਾਬ ਦੇ ਨਾਲ, ਪੰਜਾਬ ਦੀ ਧਰਤੀ ਦੇ ਨਾਲ ਇੰਨੇ ਟੱਚ ਹੈਗੇ ਹੋ, ਇੰਨਾ ਮੋਹ ਹੈ ਤੁਹਾਡਾ ਇਸ ਧਰਤੀ ਦੇ ਨਾਲ, ਔਰ ਤੁਸੀਂ ਫਿਕਰਮੰਦ ਹੋ ਪੰਜਾਬ ਦੇ ਲਈ ਅੱਜ ਵੀ। ਚਾਹੇ ਉਹ ਰਾਜਨੀਤੀ ਨੂੰ ਲੈ ਕੇ ਅਸੀਂ ਗੱਲ ਕਰੀਏ, ਚਾਹੇ ਉਹ ਸਾਡੇ ਸਮਾਜਿਕ ਮੁੱਦਿਆਂ ਨੂੰ ਲੈ ਕੇ ਗੱਲ ਕਰੀਏ, ਕਿਉਂਕਿ ਜਦੋਂ ਆਪਾਂ ਰੰਗ FM ਤੋਂ ਬਾਹਰ ਵੀ ਗੱਲ ਕਰਦੇ ਹਾਂ ਅਸੀਂ, ਉਦੋਂ ਵੀ ਤੁਹਾਡੀਆਂ ਗੱਲਾਂ ਵਿੱਚ ਫਿਕਰ ਦੇਖਦੇ ਹੁੰਦੇ ਆ, ਸੁਣਦੇ ਹੁੰਦੇ ਆ। ਜੋ ਤੁਹਾਡੀਆਂ ਗੱਲਾਂ ਹੁੰਦੀਆਂ ਨੇ ਤਾਂ ਉਹ ਇਹੀ ਚੀਜ਼ਾਂ ਨੂੰ ਲੈ ਕੇ ਹੁੰਦੀਆਂ ਨੇ। ਤੋ ਅੱਜ ਮੈਂ ਤੁਹਾਡੇ ਕੋਲੋਂ ਇਹੀ ਤੁਹਾਡਾ ਆਪਣਾ ਓਪੀਨੀਅਨ ਕਹਿ ਲਓ ਜਾਂ ਤੁਹਾਡਾ ਮਸ਼ਵਰਾ ਕਹਿ ਲਓ ਜਾਣਨਾ ਚਾਹਾਂਗੀ ਕਿ ਜਿਹੜੇ ਇਲੈਕਸ਼ਨ ਚੱਲ ਰਹੇ ਨੇ, ਜਿਹੜੇ ਇਹ ਦਿਨ ਚੱਲ ਰਹੇ ਨੇ, ਵੋਟਾਂ ਦੀ ਗਰਮੀ ਦੇ ਦਿਨ ਚੱਲ ਰਹੇ ਨੇ ਜਿਹੜੇ, ਇਹਦੇ ਵਿੱਚ ਕੀ ਜੇ, ਕਿਉਂਕਿ ਹੁਣ ਬਿਲਕੁਲ ਪੀਕ ਟਾਈਮ ਆਇਆ ਹੋਇਆ ਹੈ। ਅੱਜ ਪਤਾ ਹੀ ਹੈ ਤੁਹਾਨੂੰ ਤਾਰੀਖ ਜਿਹੜੀ ਹੋ ਗਈ ਹੈ, ਔਰ ਬੜੇ ਥੋੜੇ ਜਿਹੇ ਦਿਨ ਰਹਿ ਗਏ, ਬੜੇ ਥੋੜੇ ਜਿਹੇ ਦਿਨ ਰਹਿ ਗਏ ਨੇ ਇਸ ਦੇ ਵਿੱਚ। ਇਹਦੇ ਵਿੱਚ ਕੀ ਹੁਸ਼ਿਆਰ ਹੋਣ ਦੀ ਜ਼ਰੂਰਤ ਹੈ ਸਾਨੂੰ, ਇੱਕ ਆਮ ਨਾਗਰਿਕ ਨੂੰ ਕਿੰਨਾ ਕੁ ਸਤਰਕ ਹੋਣ ਦੀ ਜ਼ਰੂਰਤ ਆ ਇਹਨਾਂ ਹੀ ਦਿਨਾਂ ਦੇ ਅੰਦਰ। ਆਮ ਨਾਗਰਿਕ ਜਿਹੜਾ ਹੈਗਾ ਉਹਨੂੰ ਕੀ ਕਰਨਾ ਚਾਹੀਦਾ? ਜਿਸ ਤਰ੍ਹਾਂ ਤੁਸੀਂ ਹੁਣੇ ਹੀ ਕਹਿ ਕੇ ਹਟਿਓ ਕਿ ਮੈਂ ਕੁਝ ਵੀਡੀਓਜ਼ ਦੇਖੀਆਂ, ਉਹਨਾਂ ਨੇ ਕੁਐਸਚਨ ਵੀ ਪੁੱਛੇ, ਇਸੇ ਤਰ੍ਹਾਂ ਦਾ ਹੋਰ ਇੱਕ ਵੀਡੀਓ ਆਇਆ ਜੀ, ਤੇ ਉਹਦੇ ਵਿੱਚ ਮੈਂ ਦੇਖਿਆ ਕਿ ਵੀ ਲੈਂਡ ਮਾਫੀਆ ਵੀ ਸੁਣਿਆ ਸੀ ਜੀ, ਡਰੱਗ ਮਾਫੀਆ ਵੀ ਸੁਣਿਆ ਸੀ, ਜੀ, ਪੁਲਿਸ ਮਾਫੀਆ ਵੀ ਸੁਣਿਆ ਸੀ, ਜੀ, ਬਹੁਤ ਤਰ੍ਹਾਂ ਦੇ ਮਾਫੀਆ ਸੁਣੇ ਸੀ। ਪਰ ਨਵਾਂ ਜਿਹੜਾ ਆਇਆ ਉਹ ਕਹਿੰਦੇ ਵੀ ਦੁੱਧ ਮਾਫੀਆ ਵੀ ਹੈਗਾ। ਵਾਹ ਕੀ ਬਾਤ ਹੈ, ਕੀ ਬਾਤ ਆ। ਤਾਂ ਵਾਕਿਆ ਹੀ ਤੁਸੀਂ ਇੱਕ ਅੱਜ ਸੈਲੂਟ ਹੈ ਸਾਡੇ ਵੱਲੋਂ ਤੁਹਾਨੂੰ ਔਰ ਤੁਹਾਡੀ ਐਡੀ ਲੰਬੀ ਡੂੰਗੀ ਸੋਚ ਨੂੰ, ਕਿ ਜਿਹੜੀ ਇੱਕ ਵਾਕਈ ਬਿਲਕੁਲ ਸੈਪਰੇਟ ਟੌਪਿਕ ਅੱਜ ਤੁਸੀਂ ਲੈ ਕੇ ਆਏ ਹੋ, ਇੱਕ ਨਵੀਂ ਚੀਜ਼ ਲੈ ਕੇ ਆਏ ਹੋ ਸਾਡੇ ਸਰੋਤਿਆਂ ਦੇ। ਦੁੱਧ ਮਾਫੀਆ ਦਾ ਇਸ ਦਾ ਮਤਲਬ ਇਹ ਆ ਕਿ 14 ਕਰੋੜ ਦੁੱਧ ਸਾਡਾ ਪ੍ਰੋਡਕਸ਼ਨ ਆ ਸਾਡੇ ਜੀ, 14 ਕਰੋੜ ਲੀਟਰ ਦੀ, ਪਰ ਸਾਨੂੰ 65-70 ਹਜ਼ਾਰ ਕਰੋੜ ਦੁੱਧ ਚਾਹੀਦਾ। ਜੀ, ਬਾਕੀ ਦਾ ਦੁੱਧ ਕਿੱਥੋਂ ਆ ਰਿਹਾ? ਹੂੰ, ਬਾਹਰੋਂ ਤਾਂ ਆ ਨਹੀਂ ਰਿਹਾ। ਬਿਲਕੁਲ। ਉਹ ਫਿਰ ਮਾਫੀਆ ਦੇ ਤੌਰ ਤੇ ਕੈਮੀਕਲਾਂ ਦੇ ਨਾਲ ਬਣ ਰਿਹਾ ਪੰਜਾਬ ਦੇ ਵਿੱਚ, ਜੀ, ਸ਼ਹਿਰਾਂ ਦੇ ਵਿੱਚ ਬਣ ਰਿਹਾ, ਤੇ ਉਹਦੇ ਨਾਲ ਲੋਕਾਂ ਨੂੰ ਵੇਚ ਰਹੇ ਨੇ। ਉਹ ਕੌਣ ਵੇਚ ਰਿਹਾ? ਸਿਸਟਮ ਵੇਚ ਰਿਹਾ। ਜਿਹੜੀ ਆਪਾਂ ਕੱਲ ਗੱਲ ਕਰਦੇ ਸੀ ਸਿਸਟਮ ਦੀ, ਜੀ, ਇਹ ਸਿਸਟਮ ਦੇ ਵਿੱਚ ਦੀ ਹੋ ਕੇ ਵੇਚ ਰਿਹਾ, ਜਿਹਨਾਂ ਕਿ ਪੋਲੀਟੀਸ਼ੀਅਨ ਵੀ ਪੈਸਾ ਖਾ ਰਹੇ ਨੇ, ਸਾਰਾ ਸਿਸਟਮ ਖਾ ਰਿਹਾ। ਤੁਸੀਂ ਇੰਨਾ ਕੁਝ ਸੁਣਦੇ ਹੋਏ ਵੀ, ਸਾਰਿਆਂ ਨੂੰ ਪਤਾ ਹੁੰਦੇ ਹੋਏ ਵੀ, ਫਿਰ ਵੀ ਤੁਹਾਡੇ ਅੱਖਾਂ ਦੇ ਵਿੱਚੋਂ ਦੀ ਲੰਘ ਰਿਹਾ ਇਹ ਸਿਸਟਮ, ਦੁੱਧ ਵਿੱਚ ਦੀ ਲੰਘ ਰਿਹਾ। ਇੱਕ ਜਿਹੜੀ ਕਿ ਕੈਮੀਕਲ, ਜਿੰਨਾ ਕੈਮੀਕਲ ਦੇ ਨਾਲ ਦੁੱਧ ਬਣਨਾ, ਕਿ ਚਲੋ ਕਿਸੇ ਤੋਂ ਰਿਸ਼ਵਤ ਲੈ ਲਓ, ਉਹ ਲੈ ਲਓ, ਉਹਦੇ ਨਾਲ ਕੋਈ ਕੈਂਸਰ ਨਹੀਂ ਹੁੰਦਾ ਹੈਗਾ। ਪਰ ਜਿਹੜੇ ਤੁਸੀਂ ਇਸ ਤਰ੍ਹਾਂ ਦੁੱਧ ਨੂੰ ਵੇਚਦੇ ਹੋ, ਤੁਹਾਨੂੰ ਬਿਮਾਰੀਆਂ ਲੱਗਦੀਆਂ ਨੇ, ਸਿੱਧਾ ਕੈਂਸਰ ਦੀਆਂ ਬਿਮਾਰੀਆਂ ਲੱਗਦੀਆਂ ਨੇ। ਇੱਕ ਵਾਰ ਤੁਹਾਨੂੰ ਚੇਤੇ ਹੋਣਾ, ਚਾਈਨਾ ਦੇ ਵਿੱਚ ਘੱਟੋ ਘੱਟ 5-6 ਸਾਲ ਹੋ ਗਏ, ਜ਼ਿਆਦਾ ਹੋ ਗਏ ਹੋਣੇ ਨੇ, ਉੱਥੇ ਬੱਚਿਆਂ ਦਾ ਦੁੱਧ ਮਿਕਸ ਕਰਦਾ ਬੰਦਾ ਫੜ ਲਿਆ ਸੀ। ਉੱਥੋਂ ਦਾ ਦੁੱਧ ਬੱਚਿਆਂ ਨੂੰ ਦੇਣ ਵਾਸਤੇ ਜਿਹੜੇ ਚੰਗੇ ਲੋਕੀ ਸੀ, ਉਹ ਲੋਕਲ ਦੁੱਧ ਲੈਣੋਂ ਹਟ ਗਏ ਸੀ। ਸਾਰਾ ਦੁੱਧ ਉਹ ਬਾਹਰੋਂ ਇੰਗਲੈਂਡ ਤੋਂ ਜਾਂ ਯੂਰਪ ਤੋਂ ਜਾਂਦਾ ਸੀ ਚਾਈਨਾ ਨੂੰ। ਤੇ ਚਾਈਨਾ ਦੀ ਗਵਰਨਮੈਂਟ ਨੇ ਜਿਹੜੇ ਉਹ ਬੰਦੇ 2-4 ਫੜੇ, ਜਿਹੜੇ ਕੈਮੀਕਲ ਬੱਚਿਆਂ ਦਾ ਦੁੱਧ ਬਣਾਉਂਦੇ ਸੀ, ਉਹਨਾਂ ਨੂੰ ਭਰੇ ਬਾਜ਼ਾਰ ਦੇ ਵਿੱਚ ਸਜ਼ਾਏ ਮੌਤ, ਵਿੱਚ ਦੀ ਸਜ਼ਾਏ ਮੌਤ ਦਿੱਤੀ, ਗੋਲੀ ਮਾਰ ਕੇ ਉਹਨਾਂ ਨੂੰ ਭਰੇ ਬਾਜ਼ਾਰ ਦੇ ਵਿੱਚ ਉਹਨਾਂ ਦੀ ਪਨਿਸ਼ਮੈਂਟ ਉਹਨਾਂ ਨੂੰ ਦਿੱਤੀ। ਤੇ ਉਹ ਗੋਲੀ ਦੇ ਪੈਸੇ ਵੀ ਉਹਨਾਂ ਨੇ ਉਸ ਘਰ ਵਾਲਿਆਂ ਤੋਂ ਲਏ ਸੀ।
ਜਿਹੜਾ ਕਾਰ ਤੁਸੀਂ ਯੂਜ਼ ਕੀਤਾ ਉਹ ਖਰਚਾ ਹੋਇਆ ਉਹਦਾ ਵੀ ਪੈਸਾ ਉਹਨਾਂ ਦੇ ਘਰਦਿਆਂ ਤੋਂ ਲਿਆ। ਕੀ ਬਾਤ ਹੈ, ਕਿੰਨੀ ਇਹ ਗਹਿਰੀ, ਹਕੀਕਤ ਕਿੰਨੀ ਆ। ਡੀਪ, ਦੇਖੋ ਕਿੰਨੀ ਸੋਚਣ ਇਹ ਵਾਲੀ 5 6 7 ਸਾਲ ਪੁਰਾਣੀ ਗੱਲ ਆ ਜੀ। ਪਰ ਜਿਹੜਾ ਇੱਥੇ ਸੌਰੀ ਗਰੇਵਾਲ ਸਾਹਿਬ, ਮੈਂ ਤੁਹਾਨੂੰ ਇੰਟਰਰਪਟ ਕਰ ਰਹੀ ਹਾਂ। ਇੱਥੇ ਉਹੀ ਗੱਲ ਆ ਗਈ ਨਾ ਕਿ ਦੇਖੋ ਲੋਕਾਂ ਨੂੰ ਪਤਾ ਲੱਗਿਆ ਕਿ ਉਹਦੇ ਵਿੱਚ ਮਿਲਾਵਟ ਹੈ ਦੁੱਧ ਵਿੱਚ, ਹਨਾ, ਤੇ ਲੋਕਾਂ ਨੇ ਲੈਣਾ ਬੰਦ ਕਰ ਦਿੱਤਾ। ਤੁਸੀਂ ਹੁਣੇ ਦੱਸਿਆ ਕਿ ਲੋਕਾਂ ਨੇ ਲੈਣਾ ਬੰਦ ਕਰ ਦਿੱਤਾ, ਪਰ ਸਾਡੇ ਤੇ ਇੱਥੇ ਸਾਰਾ ਕੁਝ ਪਤਾ ਚੱਲੀ ਜਾਂਦਾ। ਸਾਨੂੰ ਪਤਾ ਲੱਗ ਰਿਹਾ ਕਿ ਵੀ ਇਹਦੇ ਵਿੱਚ ਮਿਲਾਵਟ ਹੈ, ਇਹਦੇ ਨਾਲ ਮਲਾਈ ਜ਼ਿਆਦਾ ਆਉਂਦੀ ਆ, ਕੈਮੀਕਲ ਮਿਲਾਓ, ਇਹਦੇ ਨਾਲ ਮੱਖਣ ਜ਼ਿਆਦਾ ਨਿਕਲਦਾ, ਇਸ ਦੁੱਧ ਚੋਂ ਆਹ ਕੈਮੀਕਲ ਮਿਲਾਓ, ਹਨਾ। ਤੇ ਪਹਿਲਾਂ ਤਾਂ ਚਲੋ ਪਾਣੀ ਤੱਕ ਹੀ ਸੀਮਤ ਹੁੰਦਾ ਸੀਗਾ, ਜਿਹੜੇ ਢੋਲਾਂ ਵਾਲੇ ਪਾਣੀ ਦੁੱਧ ਘਰ 'ਚ ਦੇਣ ਆਉਂਦੇ ਸੀਗੇ ਤੇ ਉਹ ਇਹ ਹੁੰਦਾ ਸੀ ਕਿ ਪਾਣੀ ਪਾ ਕੇ ਲੈ ਕੇ ਆਉਂਦੇ ਆ, ਜ਼ਿਆਦਾ ਤੋਂ ਜ਼ਿਆਦਾ ਉਹ ਇਹ ਰੌਲਾ ਪਾ ਲੈਂਦੇ ਸੀ ਕਿਤੇ ਛੱਪੜਾਂ ਚੋਂ ਤਾਂ ਨਹੀਂ ਪਾ ਲਿਆ ਜਾਂ ਵਗਦੇ ਸੂਏ ਚੋਂ ਤਾਂ ਨਹੀਂ ਪਾ ਲਿਆ। ਉਹ ਤਾਂ ਬੜਾ ਉਹਨਾਂ ਟਾਈਮਾਂ ਦੇ ਵਿੱਚ ਤਾਂ ਅਸੀਂ ਵੀ ਦੋਜੀ ਨੇ ਵਿਚਾਰੇ ਨੇ ਪਾਣੀ ਜਾਂਦੇ ਨੇ ਛੱਪੜ ਤੇ ਖੜ ਕੇ ਪਾਣੀ ਪਾ ਲਿਆ, ਵਿੱਚ ਡੱਡੂ ਆ ਗਿਆ ਤੇ ਗਾਹਾਂ ਜਾ ਕੇ ਮਾਈ ਨੂੰ ਦੁੱਧ ਦਿੱਤਾ, ਵਿੱਚੋਂ ਡੱਡੂ ਨਿਕਲਿਆ। ਉਹ ਕਹਿੰਦਾ, ਉਹ ਮਾਈ ਕਹਿੰਦੀ ਭਾਈ ਤੂੰ ਛੱਪੜ 'ਚੋਂ ਪਾਣੀ ਪਾ ਕੇ ਲੈ ਕੇ ਆਂਦਾ? ਉਹ ਕਹਿੰਦਾ ਨਹੀਂ, ਕਹਿੰਦਾ ਛੱਪੜ 'ਚੋਂ ਨਹੀਂ ਅੱਜ ਮੈਂ ਪਾਇਆ ਹੈਗਾ। ਮਾਈ ਨੂੰ ਕਹਿੰਦਾ ਤੈਨੂੰ ਕਿਸ ਤਰ੍ਹਾਂ ਪਤਾ? ਉਹ ਕਹਿੰਦੀ ਮੈਂ ਤਾਂ ਸਾਰੀਆਂ ਚੀਜ਼ਾਂ ਜਾਣ ਲੈਂਦੀ ਆ, ਕਹਿੰਦੀ ਬੰਦੇ ਜੀ। ਤੇ ਪਰ ਉਹਨੇ ਦੱਸਿਆ ਨਹੀਂ ਸੀ ਵੀ ਡੱਡੂ ਇਹਦੇ ਵਿੱਚ ਪਿਆ ਵਾ। ਤੇ ਉਹ ਕਹਿੰਦੀ ਮੈਂ ਤਾਂ ਬੰਦੇ ਦੇ ਮੂੰਹ ਨੂੰ ਦੇਖ ਕੇ ਪਛਾਣ ਲੈਂਦੀ ਆ ਵੀ ਭਾਈ ਇਹਦੇ 'ਚ ਬੰਦੇ ਨੇ ਕਿੱਥੋਂ ਪਾਣੀ ਪਾਇਆ ਹੋਇਆ। ਮਾਈ ਵੀ ਸਮਝਦਾਰ ਸੀ, ਜਿਹਨੇ ਦੱਸਿਆ ਨਹੀਂ ਕਿ ਡੱਡੂ ਨਿਕਲਿਆ ਕਰਕੇ। ਤੇ ਹੁਣ ਤਾਂ ਉਹ ਨਾ ਹੀ ਤਾਂ ਉਹ ਮਾਈਆਂ ਰਹੀਆਂ ਨੇ ਤੇ ਨਾ ਹੀ ਉਹ ਮਿਲਾਵਟ ਕਰਨ ਵਾਲੇ ਰਹੇ ਨੇ, ਇਸ ਕਰਕੇ ਇੰਨੇ ਕੈਮੀਕਲ। ਸੌਰੀ ਗਰੇਵਾਲ ਸਾਹਿਬ, ਮੈਂ ਇਹੀ ਗੱਲ ਮੈਨੂੰ ਆਈ, ਮਤਲਬ ਵੀ ਉਹ ਤਾਂ ਮਾਈ ਵੀ ਸਮਝਦਾਰ ਸੀ, ਜਿਹਨੇ ਦੱਸਿਆ ਨਹੀਂ ਕਿ ਡੱਡੂ ਨਿਕਲਿਆ। ਕੀ ਪਤਾ ਉਹ ਕਹਿ ਦਿੰਦੀ ਭਾਈ ਡੱਡੂ ਨਿਕਲਿਆ, ਤੇ ਉਹ ਅੱਗੇ ਕਹਿੰਦਾ ਹੋਰ ਜੀ ਇੰਨੇ ਪਾਣੀ ਚੋਂ ਹਾਥੀ ਥੋੜੀ ਨਿਕਲਣਾ, ਡੱਡੂ ਹੀ ਨਿਕਲੇਗਾ ਨਿਕਲਣਾ। ਕਰਕੇ ਇਹ ਮੈਂ ਤਾਂ ਜਿੰਨੇ ਵੀ ਹੁਣ ਵੋਟਾਂ ਵਾਲਿਆਂ ਨੂੰ ਇਹੀ ਸਾਡੀ ਤਾਂ ਹੈਗੀ ਆ ਭਾਈ, ਇਹਨਾਂ ਨੂੰ ਕੁਐਸਚਨ ਕਰੋ, ਇਹਨਾਂ ਨੂੰ ਪੁੱਛੋ ਕਿ ਇਹ ਤੁਸੀਂ ਇੰਨਾ ਦੁੱਧ ਤੇ ਇੰਨੀ ਖਪਤ ਤੇ ਇੰਨਾ ਤੁਹਾਡਾ ਦੁੱਧ ਬਣ ਰਿਹਾ ਤੇ ਇੰਨੀ ਖਪਤ ਹੋ ਰਹੀ ਆ, ਇਹ ਬਾਕੀ ਦਾ ਕਿੱਥੋਂ ਆ ਰਿਹਾ? ਜਿਹੜੇ ਪੋਲੀਟੀਸ਼ੀਅਨਸ ਨੇ ਇਹਨਾਂ ਦੇ ਕੁਐਸਚਨ ਕਰੋ, ਇਹਨਾਂ ਤੋਂ ਆਨਸਰ ਲਵੋ ਵੋਟ ਦੇਣ ਤੋਂ ਪਹਿਲਾਂ, ਜਦੋਂ ਤੁਹਾਡੇ ਕੋਲ ਵੋਟਾਂ ਲੈਣ ਤੇ ਆਉਂਦੇ ਨੇ। ਇਹ ਚੀਜ਼ਾਂ ਜਿਹੜਾ ਤੁਹਾਡਾ ਫੂਡ ਮਿਨਿਸਟਰ ਆ ਉਹਨੂੰ ਪਤਾ ਹੋਣਾ ਚਾਹੀਦਾ, ਜਿਹੜਾ ਫੂਡ ਮਹਿਕਮਾ ਵਾ ਉਹਨੂੰ ਪਤਾ ਹੋਣਾ ਚਾਹੀਦਾ। ਉਹਨੂੰ ਪਤਾ, ਉਹ ਨਹੀਂ ਪੁੱਛਦੇ ਹੈਗੇ। ਇਸ ਗੱਲ ਤਾਂ ਕਿਉਂ ਤੇ ਹੀ ਆ ਜਾਂਦੀ ਹੈ ਨਾ ਗਰੇਵਾਲ ਸਾਹਿਬ। ਦੇਖੋ ਕੈਮੀਕਲਸ ਤਾਂ ਆਲਰੇਡੀ ਜੇ ਦੇਖਿਆ ਜਾਏ, ਜਦੋਂ ਜਿਹੜਾ ਇਹਨਾਂ ਦਾ ਚਾਰਾ ਹੈਗਾ ਡੰਗਰਾਂ ਦਾ, ਇਹਨਾਂ ਦਾ ਵੱਢ ਕੇ ਲਿਆਉਂਦੇ ਆ ਆਪਾਂ, ਚਰੀ ਲਿਆਉਂਦੇ ਆ, ਬਰਸੀਮ ਲਿਆਉਂਦੇ ਆ, ਜੋ ਵੀ ਇਹਨਾਂ ਨੂੰ ਪਾਉਂਦੇ ਆ, ਕੈਮੀਕਲ ਤਾਂ ਉਹਦੇ ਤੇ ਹੀ ਬੜੇ ਛਿੜਕੇ ਹੁੰਦੇ ਨੇ, ਕੈਮੀਕਲ ਤਾਂ ਉਹਦੇ ਰਾਹੀਂ ਇਹਨਾਂ ਕੋਲ ਬੜੇ ਚਲੇ ਜਾਂਦੇ ਆ। ਬਟ ਉਸ ਤੋਂ ਇਲਾਵਾ ਫਿਰ ਇਹ ਲੋਕ ਵਿੱਚ ਪਾਊਡਰ ਮਿਲਾ ਕੇ ਕਿ ਸਾਡੇ ਜਿਹੜਾ ਦੁੱਧ ਹੈਗਾ ਉਹਦੀ ਮਾਤਰਾ ਵੱਧ ਜਾਵੇ, ਉਹਦੀ ਮਲਾਈ ਜ਼ਿਆਦਾ ਆ ਜਾਵੇ, ਤੇ ਉਹ ਮਲਾਈ ਮੱਖਣ ਅੱਗੇ ਲੱਸੀ ਉਹ ਤਾਂ ਠੀਕ ਹੈ, ਉਹ ਕਰਦੇ ਨੇ। ਪਰ ਜਿਹੜਾ ਕੈਮੀਕਲੀ ਮਿਲਕ ਬਣ ਰਿਹਾ ਵਾ, ਮੈਂ ਉਹਦੀ ਗੱਲ ਕਰ ਰਿਹਾ। ਹਾਂਜੀ, ਜਿਹੜਾ ਉਹੀ ਮੈਂ ਗੱਲ ਕਰ ਰਹੀ ਸੀ। ਆਰਟੀਫੀਸ਼ੀਅਲ ਸਿੰਥੈਟਿਕ ਮਿਲਕ ਬਣਦਾ, ਸਿੰਥੈਟਿਕ ਕੀ ਕਹਿੰਦੇ ਤੁਹਾਡਾ ਲਫ਼ਜ਼ ਯੂਜ਼ ਕਰਦੇ ਹੋ, ਉਹ ਜੂਸ ਮਿਲਕ ਬਣਦਾ ਵਾ, ਉਹ ਕਿੱਥੋਂ ਬਣ ਰਿਹਾ? ਉਹ ਫੈਕਟਰੀ 'ਚ ਬਣਦਾ। ਬਿਲਕੁਲ, ਮਿਠਾਈਆਂ ਬਣਦੀਆਂ ਨੇ, ਉਹ ਤਾਂ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਆਖਿਆ ਕਿ 87% ਲੋਕਾਂ ਨੂੰ 5-6 ਸਾਲਾਂ ਦੇ ਵਿੱਚ ਕੈਂਸਰ ਹੋ ਜਾਣਾ। ਕਿੱਡੀ ਵੱਡੀ ਭਿਆਨਕ ਚੀਜ਼ ਹੈ। ਤੇ ਇਹੀ ਗੱਲ ਸੋਚਣ ਵਾਲੀ ਹੈ ਨਾ ਜੀ, ਕਿ ਇਹ ਜਿਹੜੇ ਸਾਡੇ ਹੈਲਥ ਡਿਪਾਰਟਮੈਂਟ ਨੇ ਜਾਂ ਸਾਡਾ ਮਿਨਿਸਟਰ ਤੋਂ ਲੈ ਕੇ ਨੀਚੇ ਤੱਕ ਜਿੰਨਾ ਵੀ ਹੈਗਾ, ਜੇ ਸਾਨੂੰ ਆਮ ਲੋਕਾਂ ਨੂੰ ਇਹ ਗੱਲ ਪਤਾ ਕਿ ਵੀ ਇਦਾਂ ਹੋ ਜਾਣਾ, ਤਾਂ ਇਹਨਾਂ ਲੋਕਾਂ ਨੂੰ ਕਿਉਂ ਨਹੀਂ ਪਤਾ? ਇਹਨਾਂ ਲੋਕਾਂ ਨੂੰ, ਇਹਦਾ ਮਤਲਬ ਇਹੀ ਹੈ ਕਿ ਇਹਨਾਂ ਲੋਕਾਂ ਨੂੰ ਇਹ ਕੋਈ ਮਤਲਬ ਨਹੀਂ, ਜਨਤਾ ਦੇ ਨਾਲ ਕੋਈ ਮਤਲਬ ਨਹੀਂ ਇਹਨਾਂ ਨੂੰ, ਕਿਸੇ ਦੀ ਸਿਹਤ ਦੇ ਨਾਲ। ਇਹਨਾਂ ਦੇ ਸਿਰਫ ਆਪਣੀਆਂ ਜੇਬਾਂ ਭਰਨੀਆਂ ਚਾਹੀਦੀਆਂ ਨੇ। ਤੇ ਉਹਦੇ ਲਈ ਸਿਸਟਮ ਆਮ ਜਨਤਾ ਨੂੰ ਕੀ ਅਡਾਪਟ ਕਰਨਾ ਚਾਹੀਦਾ ਗਰੇਵਾਲ ਸਾਹਿਬ? ਆਮ ਜਨਤਾ ਨੂੰ ਅਡਾਪਟ ਕਰਨਾ ਚਾਹੀਦਾ। ਫਾਰਮਰਸ ਨੂੰ, ਫਾਰਮ ਆਰਗੇਨਾਈਜੇਸ਼ਨ ਬੜੀਆਂ ਹੋਈਆਂ ਨੇ, ਦੁੱਧ ਤਾਂ ਇਹੀ ਪ੍ਰੋਡਿਊਸ ਕਰਦੇ ਨੇ। ਇਹਨਾਂ ਨੂੰ ਚਾਹੀਦਾ ਇਹਦੇ ਧਰਨੇ ਲੱਗਣੇ ਚਾਹੀਦੇ ਨੇ। ਸਿਰਫ ਇੱਕ ਚੱਲਣਾ ਚਾਹੀਦਾ ਫਾਰਮਿੰਗ ਵੱਲੋਂ ਆਰਗੇਨਾਈਜੇਸ਼ਨ, ਫੂਡ ਦੁੱਧ ਦੀ ਇੱਕ ਸ਼ਹਿਰ ਬੰਦ ਕਰ ਦੇਣਾ ਚਾਹੀਦਾ। ਤੇ ਜਿਹੜੇ ਵੱਡੇ ਆਰਗੇਨਾਈਜ਼ਰ ਨੇ ਉਹਨਾਂ ਦੀ ਚੀਜ਼ਾਂ ਖੜੇ, ਇਹਨਾਂ ਕੋਲ ਅੱਜ ਕੱਲ੍ਹ ਤਾਂ ਸਾਰਿਆਂ ਕੋਲ ਤੁਸੀਂ
ਚੀਜ਼ਾਂ ਮਿਲ ਜਾਂਦੀਆਂ ਨੇ ਟੈਸਟ ਕਰਨ ਵਾਸਤੇ, ਉਹਦੇ ਸਾਹਮਣੇ ਟੈਸਟ ਕਰਕੇ ਤੁਸੀਂ ਉਹਨਾਂ ਨੂੰ ਦੱਸੋ ਭਾਈ ਤੁਹਾਡੇ ਆ ਦੁੱਧ ਮਠਿਆਈ ਦੇ ਵਿੱਚ ਆਹ ਚੀਜ਼ਾਂ ਤੁਹਾਡੇ ਮਿਲਾਵਟ ਨੇ, ਦੈਨ ਐਂਡ ਦੇਅਰ ਤੁਹਾਨੂੰ ਉੱਥੇ ਪ੍ਰੂਫ ਮਿਲ ਜਾਂਦਾ ਉਹਦਾ। ਤੇ ਅੱਜ ਕੱਲ੍ਹ ਤਾਂ ਟੈਕਨੋਲੋਜੀ ਹੈਗੀ ਆ, ਤੁਹਾਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ, ਦਿਨ ਵੇਟ ਕਰਨ ਦੀ ਲੋੜ ਨਹੀਂ ਹੈਗੀ। ਤੁਸੀਂ ਇਹੋ ਜਿਹੀ ਆਰਗੇਨਾਈਜੇਸ਼ਨ ਬਣਾਵੋ, ਫਾਰਮਰਾਂ ਦੀ ਬਣੀ ਹੋਈ ਆ, ਪ੍ਰੈਸ਼ਰ ਗਰੁੱਪ ਬਣਿਆ ਹੋਇਆ, ਉਹਨੂੰ ਤੁਸੀਂ ਰਾਈਟ ਯੂਜ਼ ਕਰੋ ਕਿ ਨਾ ਕਿ ਤੁਸੀਂ ਹੁਣ ਇਲੈਕਸ਼ਨ ਲੜਨ ਲੱਗ ਗਏ ਹੋ। ਇਹੋ ਜਿਹੀ ਚੀਜ਼ਾਂ ਦੇ ਵਿੱਚ ਫਾਰਮਰਾਂ ਨੂੰ ਮੂਹਰੇ ਲੱਗਣਾ ਚਾਹੀਦਾ ਸੀ। ਇਹਨਾਂ ਦੀ ਆਰਗੇਨਾਈਜੇਸ਼ਨ ਬਣੀਆਂ ਹੋਈਆਂ ਨੇ ਤੇ ਇਹ ਲੱਗੇ ਇਲੈਕਸ਼ਨ ਲੜਨ ਵਾਸਤੇ ਤੇ ਟਾਈਮ ਉਧਰ ਵੇਸਟ ਕਰਨ ਲੱਗ ਗਏ ਨੇ। ਪੁਆਇੰਟ ਆਫ ਦਿਸ ਵਾਕਿਆ ਹੀ ਇੱਥੇ ਤੁਸੀਂ ਠੀਕ ਆਏ ਹੋ ਗੱਲ ਤੇ, ਬਿਲਕੁਲ ਠੀਕ। ਇਹ ਅੱਖਾਂ ਵਿੱਚ ਸਾਡੀਆਂ 'ਚ ਇਹ ਘੱਟਾ ਵੀ ਪਾਉਂਦੇ ਨੇ ਗਰੇਵਾਲ ਸਾਹਿਬ। ਇਹ ਹਰ ਜਗ੍ਹਾ ਤੇ ਥੋੜੇ ਜਿਹੇ ਦਿਨਾਂ ਬਾਅਦ ਰੋਕ ਕੇ, ਢੋਲਾਂ ਵਾਲਿਆਂ ਨੂੰ ਰੋਕ ਕੇ, ਹੋਰਾਂ ਨੂੰ ਰੋਕ ਕੇ, ਜੀ ਅਸੀਂ ਸੈਂਪਲ ਲੈ ਰਹੇ ਹਾਂ, ਅਸੀਂ ਟੈਸਟ ਕਰ ਰਹੇ ਹਾਂ, ਅਸੀਂ ਇਹ ਕਰ ਰਹੇ ਹਾਂ। ਉਹ ਸਾਨੂੰ ਡਰਾਮੇ ਕਰਕੇ ਗੁੰਮਰਾਹ ਵੀ ਕਰਦੇ ਨੇ। ਇਹ ਜੇ ਉਹਨਾਂ ਦੇ ਵਿੱਚੋਂ ਕੋਈ ਫੜੇ ਜਾਂਦੇ ਆ, ਉਹਨਾਂ ਦੇ ਉੱਤੇ ਐਕਸ਼ਨ ਕੋਈ ਨਹੀਂ, ਜਾਂ ਫਿਰ ਉਹਨਾਂ ਨੇ ਪੈਸੇ ਦੇ ਕੇ ਛੁੱਟ ਜਾਣਾ। ਮੈਂ ਇੱਥੇ ਥੋੜਾ ਜਿਹਾ ਇਹੀ ਪਾਸੇ ਨੂੰ ਜਾਊਂਗੀ ਕਿ ਜਿਹੜਾ ਸਿਸਟਮ ਹੈ ਉਹ ਤਾਂ ਸਾਨੂੰ ਪਤਾ ਲੱਗ ਹੀ ਚੁੱਕਿਆ ਤੇ ਖਰਾਬ ਹੈ। ਸਾਨੂੰ ਪਤਾ ਲੱਗ ਚੁੱਕਿਆ ਕਰਪਟ ਆ ਸਾਰਾ ਕੁਝ। ਇਹ ਲੋਕ ਆਪ ਮਿਲੇ ਹੋਏ ਨੇ, ਇਹ ਵੱਡਾ ਮਾਫੀਆ ਹੈਗਾ। ਲੇਕਿਨ ਗੱਲ ਉੱਥੇ ਹੀ ਆ ਜਾਂਦੀ ਹੈ ਗਰੇਵਾਲ ਸਾਹਿਬ, ਜਨਤਾ ਦੇ ਉੱਤੇ ਆ ਜਾਂਦੀ ਹੈ ਕਿ ਕਹਿੰਦੇ ਨੇ ਲਾਤੋਂ ਕੇ ਬੂਤ ਬਾਤੋਂ ਸੇ ਲੋਟ ਨਹੀਂ ਆਉਂਦੇ। ਇਹ ਜਿਹੜੀ ਡਾਂਗ ਹੈ ਇਹ ਆਖਰ ਚੱਕਣੀ ਤਾਂ ਜਨਤਾ ਨੂੰ ਹੀ ਪੈਣੀ ਹੈ ਨਾ। ਇਹ ਤਾਂ ਜਨਤਾ ਨੂੰ ਪੈਣੀ ਆ, ਕਿਉਂਕਿ ਜਿੰਨੇ ਵੀ ਆਫੀਸਰਸ ਨੇ ਜਾਂ ਉਹਨਾਂ ਨੂੰ ਜੇ ਉਹ ਪੈਸਾ ਲੈ ਕੇ ਛੱਡ ਵੀ ਦਿੰਦੇ ਨੇ, ਉਹ ਪੈਸਾ ਉਹ ਵੀ ਦੁੱਧ ਪੀਂਦੇ ਨੇ। ਚਲੋ ਜੇ 14 ਕਰੋੜ ਜਿਹੜਾ ਦੁੱਧ ਬਣਦਾ ਵਾ, ਕਿੰਨੇ ਕੁ ਬੰਦੇ ਪੀ ਸਕਦੇ ਨੇ, ਕਿੰਨੇ ਕੁ ਬੰਦੇ ਯੂਜ਼ ਕਰ ਸਕਦੇ ਨੇ 14 ਕਰੋੜ ਲੀਟਰ, ਪਰ 65-70 ਹਜ਼ਾਰ ਕਰੋੜ ਦੀ ਲੀਟਰ ਦੀ ਖਪਤ ਆ। ਤੇ ਬਾਕੀ ਦਾ ਤਾਂ 80% ਲੋਕੀ ਆਰਟੀਫਿਸ਼ਲ ਦੁੱਧ ਹੀ ਪੀ ਰਹੇ ਨੇ, ਆਰਟੀਫਿਸ਼ਲ ਦੁੱਧ ਹੀ ਯੂਜ਼ ਕਰ ਰਹੇ ਨੇ। ਉਹਨੂੰ ਤੁਸੀਂ ਮੇਰਾ ਮਤਲਬ ਇਹ ਆ ਕਹਿਣ ਦਾ ਕਿ 100% ਲੋਕੀ ਨੂੰ ਕਿਤੋਂ ਨਾ ਕਿਤੋਂ ਆਰਟੀਫਿਸ਼ਲ ਦੁੱਧ ਦੀ ਮਠਿਆਈ ਜਾਂ ਸਮਾਨ ਜਾਂ ਦੁੱਧ ਪੀਣ ਨੂੰ ਮਿਲ ਰਿਹਾ ਵਾ। ਬਿਲਕੁਲ ਗਰੇਵਾਲ ਸਾਹਿਬ, ਜਿਹੜਾ ਅੱਜ ਕੱਲ ਕਹਿੰਦੇ ਸੁੱਕਾ ਪਾਊਡਰ ਲਿਆ ਕੇ ਰੱਖ ਲਓ ਜੀ ਘਰ ਦੇ ਵਿੱਚ। ਆ ਪਿੱਛੇ ਜੇ ਜਿੱਦਾਂ ਕਰੋਨਾ ਹੋਇਆ ਸੀਗਾ, ਬਹੁਤ ਦੇਰ ਤੱਕ ਬਾਜ਼ਾਰ ਨਹੀਂ ਖੁੱਲੇ ਸੀਗੇ, ਲੋਕਡਾਊਨ ਸੀਗਾ, ਔਰ ਇਹ ਕਹਿ ਦਿੰਦੇ ਜੀ ਸੁੱਕਾ ਪਾਊਡਰ ਲਿਆ ਕੇ ਰੱਖ ਲਓ। ਜਾਂ ਅੱਜ ਕੱਲ ਤੁਸੀਂ ਹੋਟਲਸ ਵਿੱਚ ਜਾਓ, ਉੱਥੇ ਤੁਹਾਡੀਆਂ ਅੰਦਰ ਹੀ ਤੁਹਾਨੂੰ ਕੈਟਲ ਮਿਲਦੀਆਂ ਨੇ ਤੇ ਛੋਟੇ ਛੋਟੇ ਪਾਊਚਿਸ ਮਿਲਦੇ ਆ ਜੀ। ਇਹ ਦੁੱਧ, ਇਹ ਸਾਰਾ ਕੁਝ ਕੀ ਹੈ? ਕੈਮੀਕਲ ਹੀ ਤਾਂ ਹੈ, ਇਹ ਉਸੇ ਚੀਜ਼ਾਂ ਤੋਂ ਚਲੋ ਇਹ ਤਿਆਰ ਹੋਇਆ। ਉਹ ਪਤਾ ਨਹੀਂ ਕੈਮੀਕਲ ਹੈ ਜਾਂ ਨਹੀਂ ਹੈ, ਉਹ ਸਾਨੂੰ ਨਹੀਂ ਪਤਾ ਹੈਗਾ। ਪਰ ਜਿਹੜੇ ਸਾਡੇ ਅੰਕੜੇ ਪੰਜਾਬ ਇੰਡੀਆ ਦੇ ਹੈਗੇ ਨੇ, ਪੰਜਾਬ ਦੇ ਹੈਗੇ ਨੇ, ਉਹਨਾਂ ਤੋਂ ਤੁਹਾਨੂੰ ਇਹ ਲੱਗਦਾ ਕਿ 80% ਲੋਕੀ ਜਿਹੜੇ ਨੇ ਉਹ ਆਰਟੀਫਿਸ਼ੀਅਲ ਦੁੱਧ ਪੀਂਦੇ ਨੇ। ਕਿਤੋਂ ਨਾ ਕਿਸੇ ਤਰ੍ਹਾਂ ਉਹਨਾਂ ਨੂੰ ਆਰਟੀਫਿਸ਼ੀਅਲ ਮਿਲਦਾ ਤੇ ਉਹ ਬਿਮਾਰੀ ਦਾ ਘਰ ਉਹ ਵੀ ਉਹਨਾਂ ਨੂੰ ਵੀ ਮਿਲ ਰਿਹਾ ਵਾ। ਤੇ ਜਿਹਦੇ ਨਾਲ ਕਿ ਕੈਂਸਰ ਹੋਣ ਦੀ ਸਾਰਿਆਂ ਨੂੰ ਜ਼ਿਆਦਾ ਇਹ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਆਖਿਆ ਕਿ ਜੇ ਇਹ ਕੈਮੀਕਲ ਦੁੱਧ ਇਸ ਤਰ੍ਹਾਂ ਪੀਂਦੇ ਰਹਿਣਗੇ, ਕੈਮੀਕਲ ਮਠਿਆਈਆਂ ਜਾਂ ਕੈਮੀਕਲ ਚੀਜ਼ਾਂ ਦੁੱਧ ਦੀਆਂ ਬਣੀਆਂ ਹੋਈਆਂ ਉਹਨਾਂ ਨੂੰ ਫੀਡ ਕਰਦੇ ਰਹਿਣਗੇ, ਤੁਸੀਂ ਆਪਦੇ ਸਰੀਰ 'ਚ 80% ਲੋਕਾਂ ਨੂੰ ਕੈਂਸਰ ਹੋ ਜਾਣਾ ਜੀ। ਇਹ ਮੈਂ ਨਹੀਂ ਕਹਿ ਰਿਹਾ, ਉਹ ਕੁਲਵੰਤ ਧਾਲੀਵਾਲ ਕਹਿ ਰਿਹਾ ਵਾ। ਉਹਦਾ ਤੁਸੀਂ ਵੀਡੀਓ ਸੁਣ ਲਓ, ਜਿਹੜਾ ਕਿ ਕੈਂਸਰ ਦੇ ਆ ਕੇ ਪੰਜਾਬ ਦੇ ਵਿੱਚ ਇੱਕ ਥਾਂ ਤੇ ਲਾਉਂਦਾ ਵਾ। ਉਹ ਕਹਿੰਦਾ ਵੀ ਉਹਦਾ ਸਾਡੇ ਲਾਉਣ ਦਾ ਫਾਇਦਾ ਕੀ ਹੈ ਜੇ ਇਸ ਤਰ੍ਹਾਂ ਇਹਨਾਂ ਨੇ ਬਿਮਾਰੀਆਂ ਵਧਾਉਣੀਆਂ ਨੇ। ਜਿਹੜਾ ਮੈਂ ਕੰਮ ਕਰ ਰਿਹਾ ਵੀ ਲੋਕਾਂ ਨੂੰ ਟੈਸਟ ਕਰ ਰਿਹਾ ਕੈਂਸਰ ਨੂੰ ਹੋਣਾ ਵਾ, ਤੇ ਉਹਦਾ ਫਿਰ ਫਾਇਦਾ ਕੀ ਹੈ ਸਾਨੂੰ ਕਰਨ ਦਾ? ਬਿਲਕੁਲ। ਮੈਂ ਤੁਹਾਨੂੰ ਪਰਸਨਲੀ ਇੱਕ ਵਾਰ ਆਖਿਆ ਸੀ, ਮੈਂ ਜਿਹੜਾ ਤੂੰ ਕੰਮ ਕਰ ਰਿਹਾ ਬਹੁਤ ਵਧੀਆ ਕਰ ਰਿਹਾ, ਪਰ ਉਹਦਾ ਜਿਹੜਾ ਰਿਜ਼ਲਟ ਨਿਕਲ ਰਿਹਾ ਉਹ 0% ਨਿਕਲਣਾ। ਉਹ ਕਹਿੰਦਾ ਸੀ ਕਿਸ ਤਰ੍ਹਾਂ? ਮੈਂ ਤੈਨੂੰ ਪਤਾ ਹੀ ਲੱਗ ਜੂਗਾ। ਪਰ ਅੱਜ ਉਹਦੇ ਸਾਹਮਣੇ ਆ ਗਿਆ ਕਿ ਇੱਕ ਪਾਸੇ ਤਾਂ ਤੁਸੀਂ ਟੈਸਟ ਕਰ ਰਹੇ ਹੋ ਵੀ ਕੈਂਸਰ ਲੋਕਾਂ ਨੂੰ ਹੈਗਾ ਕਿ ਨਹੀਂ ਹੈਗਾ, ਕਿ ਉਹਦਾ ਛੇਤੀ ਇਲਾਜ ਹੋ ਜਾਵੇ, ਪਰ ਦੂਜੇ ਪਾਸੇ ਜਿਹੜਾ ਤੁਸੀਂ ਹਰ ਰੋਜ਼ ਮਿਲਕ ਦੇ ਪ੍ਰੋਡਕਟ ਤੁਸੀਂ ਖਾ ਰਹੇ ਹੋ ਜਾਂ ਪੀ ਰਹੇ ਹੋ, ਉਹਦੇ ਨਾਲ ਤੁਹਾਨੂੰ ਕੈਂਸਰ ਹੋਣਾ ਹੀ ਹੋਣਾ। ਇੱਕ ਪੰਜਾਬ ਜਾਂ ਇੰਡੀਆ ਇੱਕ ਦੇਸ਼ ਕੰਟਰੀ ਹੈ ਜਿੱਥੇ 30 ਸਾਲ ਤੋਂ ਘੱਟ ਉਮਰ ਦੇ ਬੰਦਿਆਂ ਨੂੰ ਵੀ ਕੈਂਸਰ ਹੋ ਸਕਦਾ। ਬਾਹਰ ਤਾਂ ਜਿਹੜੇ ਉਮਰ ਦੇ ਵੱਡੇ ਨੇ ਉਹਨਾਂ ਨੂੰ ਹੁੰਦਾ ਵਾ। ਚਲੋ 80 ਸਾਲ ਦੇ ਬੰਦੇ ਨੂੰ ਕੈਂਸਰ ਹੋ ਗਿਆ, 70-75 ਸਾਲ ਦੇ ਬੰਦੇ ਨੂੰ ਕੈਂਸਰ ਹੋ ਗਿਆ, ਉਹਨੇ ਤਾਂ ਆਪਦੀ ਉਮਰ ਕੱਢ ਲਈ ਆ। ਪਰ ਜੇ ਹੁਣ ਤੁਸੀਂ ਯੰਗ ਬੱਚਿਆਂ ਨੂੰ ਇਹ ਚੀਜ਼ਾਂ ਹੋ ਰਹੀਆਂ ਨੇ
ਤੇ ਫਿਰ ਤਾਂ ਤੁਸੀਂ ਦੇਖ ਲਓ ਵੀ ਕਿੱਥੇ ਪੰਜਾਬ ਖੜਾ ਵਾ। ਜੀ ਇਹ ਚੀਜ਼ਾਂ ਕਾਲਾ ਪੀਲੀਆ ਜਿਹੜਾ ਪਿੰਡਾਂ ਦੇ ਵਿੱਚ ਆਮ ਲੋਕਾਂ ਨੂੰ ਹੋ ਰਿਹਾ ਵਾ, ਇਹ ਕਿੱਥੋਂ ਹੋ ਰਿਹਾ ਵਾ? ਇਹਨਾਂ ਚੀਜ਼ਾਂ ਤੋਂ, ਪਾਣੀ ਤੋਂ ਹੋ ਰਿਹਾ, ਦੁੱਧ ਤੋਂ ਹੋ ਰਿਹਾ, ਚੰਗੀ ਖੁਰਾਕ ਨਹੀਂ ਮਿਲਦੀ ਹੈਗੀ। ਇਸ਼ੂ ਲੱਗਿਆ ਹੋਇਆ ਵਾ ਕਿ ਇਹਨਾਂ ਨੂੰ ਸੁਧਾਰਨ ਵਾਸਤੇ ਜਿਹੜਾ ਇਨਫਰਾਸਟ੍ਰਕਚਰ ਆ ਪੰਜਾਬ ਦਾ, ਆਪਾਂ ਪੰਜਾਬ ਦੀ ਗੱਲ ਕਰ ਲਈਏ, ਉਹ 0% ਆ, ਕੁਛ ਨਹੀਂ ਹੈਗਾ। ਕਾਲਾ ਪੀਲੀਆ ਪਿੰਡਾਂ ਦੇ ਵਿੱਚ ਆਮ ਲੋਕਾਂ ਨੂੰ ਹੋ ਰਿਹਾ, ਜਿਹਨੂੰ ਕਿ ਹਾਈਪਾਟਾਈਟਿਸ A B C ਕਿਹਾ ਜਾਂਦਾ। ਹਾਂ, ਜਿਹੜਾ ਔਰ ਇਹਦੇ ਨਾਲ ਉਹ ਆ। ਤੇ ਦੂਜੀ ਗੱਲ, ਇੰਡੀਆ ਦੇ ਵਿੱਚ ਟੀਵੀ ਬਹੁਤ ਜ਼ਿਆਦਾ ਆ ਲੋਕਾਂ ਨੂੰ, ਜਿਹੜੀ ਕਿ ਬਲੱਡ ਦੇ ਵਿੱਚ, ਇੱਕ ਤਾਂ ਟੀਵੀ ਹੁੰਦੇ ਜਿਹੜੇ ਖੰਘਦੇ ਰਹਿੰਦੇ ਨੇ, ਲੰਗਸ ਨੂੰ ਹੋ ਗਈ, ਇੱਕ ਹੁੰਦੇ ਜਿਹੜੇ ਤੁਹਾਡੇ ਬਲੱਡ ਦੇ ਵਿੱਚ ਆ ਜਾਂਦੀ ਆ ਜੀ। ਇਹ ਆਮ ਲੋਕਾਂ ਨੂੰ ਆ, ਉਹ ਲੋਕਾਂ ਨੂੰ ਪਤਾ ਨਹੀਂ ਹੈਗਾ। ਉਹ ਟੈਸਟ ਕਰਵਾਉਣ ਤੇ ਵੀ ਪਤਾ ਨਹੀਂ ਲੱਗਦਾ ਹੈਗਾ, ਅਨਲੈਸ ਸਪੈਸ਼ਲਿਸਟ ਕੋਈ ਉਹਨੂੰ ਉਸ ਚੀਜ਼ ਦਾ ਟੈਸਟ ਕਰੇ ਬਲੱਡ ਦੇ ਵਿੱਚ। ਇਹ ਸਾਰਿਆਂ ਨੂੰ ਕਰਵਾ ਲੈਣਾ ਚਾਹੀਦਾ, ਕਿਉਂਕਿ ਮੇਰਾ ਦੋਸਤ ਸੀ ਜਿਹਨੂੰ ਇਹ ਗੱਲ ਹੋਈ ਸੀ, ਉਹ ਇੰਡੀਆ ਜਾਂਦਾ ਰਹਿੰਦਾ ਸੀ। ਉਹਨੂੰ ਫਿਰ ਡਾਕਟਰ ਨੇ ਆਖਿਆ ਵੀ, ਮੈਨੂੰ ਤਾਂ ਪਤਾ ਲੱਗਿਆ ਕਿ ਉਹ ਇੰਡੀਆ ਤੋਂ ਉਹਨੂੰ ਇਹ ਬਿਮਾਰੀ ਹੋਈ ਸੀ। ਓ ਮਾਈ ਗॉड। ਇਹ ਹਾਂਜੀ, ਉਹ ਟੀਵੀ ਸੈੱਲ ਤੁਹਾਡੇ ਬਲੱਡ ਦੇ ਵਿੱਚ ਸੌ ਜਾਂਦੇ ਨੇ ਜਾ ਕੇ। ਉਹਨੂੰ ਤੁਸੀਂ ਉਹ ਤੁਹਾਡੀ ਕੋਈ ਨੁਕਸਾਨ ਨਹੀਂ ਕਰਦੇ ਤੁਹਾਡੇ ਦਾ, ਪਰ ਜਦੋਂ ਤੁਹਾਨੂੰ ਕੋਈ ਹੋਰ ਬਿਮਾਰੀ ਲੱਗਦੀ ਆ, ਉਹ ਬਿਮਾਰੀ ਦੀ ਜਦੋਂ ਤੁਸੀਂ ਦਵਾਈ ਲੈਂਦੇ ਹੋ, ਉਹਦਾ ਤੁਹਾਡੇ ਤੇ ਕੋਈ ਅਸਰ ਨਹੀਂ ਹੁੰਦਾ ਹੈਗਾ। ਤੇ ਉਹਦਾ, ਕਿਉਂਕਿ ਤੁਹਾਡੇ ਬਲੱਡ ਦੇ ਵਿੱਚ ਟੀਬੀ ਦੇ ਜਰਮਸ ਹੁੰਦੇ ਨੇ, ਪੰਜਾਬੀ ਦੇ ਕਹਿਣ ਵਾਂਗੂ, ਤੇ ਉਹ ਜਿਹੜੇ ਜਰਮਸ ਨੇ, ਜੇ ਤੁਹਾਨੂੰ ਖੰਘ ਦੀ ਬਿਮਾਰੀ ਲੱਗੀ ਆ ਜਾਂ ਠੰਡ ਲੱਗੀ ਆ, ਤੁਸੀਂ ਜੋ ਠੰਡ ਦੀ ਦਵਾਈ ਲੈਂਦੇ ਹੋ, ਉਹ ਜਿਹੜੇ ਤੁਸੀਂ ਬਲੱਡ ਦੇ ਵਿੱਚ ਜਿਹੜੇ ਤੁਹਾਡੇ ਟੀਬੀ ਦੇ ਜਰਮ ਨੇ, ਉਹ ਦਵਾਈ ਨੂੰ ਖਾਂਦੇ ਰਹਿੰਦੇ ਨੇ, ਉਹਦੇ ਅਟੈਕ ਨਹੀਂ ਹੋਣ ਦਿੰਦੇ ਹੈਗੇ। ਤੇ ਇਸ ਕਰਕੇ ਬੰਦਾ ਕਹਿੰਦਾ ਯਾਰ ਉਹ ਠੰਡ ਨਾਲ ਹੀ ਮਰ ਗਿਆ, ਉਹ ਖੰਘ ਨਾਲ ਹੀ ਮਰ ਗਿਆ, ਉਹਨੂੰ ਮਾੜਾ ਜਿਹਾ ਬੁਖਾਰ ਚੜਿਆ ਸੀ, ਉਹ ਹੋ ਗਿਆ, ਮਰ ਗਿਆ। ਉਹਦੇ ਰੀਜ਼ਨ ਆਹੀ ਨੇ, ਕਿਉਂਕਿ ਉਹ ਜਿਹੜੀ ਦਵਾਈ ਉਹਨੂੰ ਦਿੰਦੇ ਹੋ, ਉਹਦਾ ਕੋਈ ਅਸਰ ਨਹੀਂ ਹੋ ਰਿਹਾ ਹੈਗਾ। ਮੈਂ ਟੌਪਿਕ ਚੇਂਜ ਨਹੀਂ ਕਰਨਾ ਚਾਹੁੰਦਾ ਦੁੱਧ ਤੋਂ। ਇਹ ਸਭ ਖੁਰਾਕਾਂ ਫੂਡ ਕਰਕੇ ਹੁੰਦੇ ਆ। ਜਿਹੜਾ ਤੁਹਾਡਾ ਫੂਡ ਪ੍ਰੋਸੈਸ ਆ, ਹਾਈਜੀਨਿਕ ਆ, ਉਹ ਹੈ ਨਹੀਂ, 0% ਹਾਈਜੀਨਿਕ ਆ। ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਹਾਈਜੀਨਿਕ ਚੀਜ਼ ਕੀ ਆ, ਤੇ ਇਸ ਕਰਕੇ ਅਸੀਂ ਬਹੁਤ ਗਲਤ ਪਾਸੇ ਜਾ ਰਹੇ ਹਾਂ। ਇਹ ਜਿਹੜੇ ਗਰੇਵਾਲ ਸਾਹਿਬ, ਜਿਹੜਾ ਇਹ ਕਰੋਨਾ ਦੇ ਵਿੱਚ ਵੀ ਇੰਨੀਆਂ ਮੌਤਾਂ ਹੋਈਆਂ ਨੇ, ਇੰਨਾ ਕੁਝ ਹੋਇਆ, ਮੈਨੂੰ ਤੁਹਾਡੀ ਗੱਲ ਸੁਣਨ ਤੋਂ ਬਾਅਦ ਮੇਰੇ ਜ਼ਿਹਨ 'ਚ ਇਹ ਗੱਲ ਆ ਰਹੀ ਆ ਕਿ ਜ਼ਿਆਦਾਤਰ ਮੈਨੂੰ ਲੱਗਦਾ ਉਹੀ ਲੋਕ ਇਸ ਚੀਜ਼ ਦਾ ਸ਼ਿਕਾਰ ਹੋਏ ਨੇ ਜਿਨ੍ਹਾਂ ਨੂੰ ਇਸ ਤਰ੍ਹਾਂ ਦੀਆਂ ਪ੍ਰੋਬਲਮ ਸੀ, ਜਿਨ੍ਹਾਂ ਦੇ ਲੰਗਸ ਵਿੱਚ ਪ੍ਰੋਬਲਮ ਸੀ, ਚੈਸਟ ਵਿੱਚ ਪ੍ਰੋਬਲਮ ਸੀ। ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਉਹ ਟੈਸਟ ਵਿੱਚ ਵੀ ਨਹੀਂ ਆਉਂਦਾ, ਤੇ ਉਹ ਹੋ ਸਕਦਾ ਉਹਨਾਂ ਦੇ ਉੱਤੇ ਹੀ ਕਰੋਨਾ ਨੇ ਜ਼ਿਆਦਾ ਅਟੈਕ ਕੀਤਾ। ਬਹੁਤੇ ਬੰਦੇ ਨੂੰ ਉਹੀ ਵੀ ਜਿਨ੍ਹਾਂ ਨੂੰ ਆਪਣੀ ਸ਼ੂਗਰ ਦੀ ਬਿਮਾਰੀਆਂ ਹੋਣ, ਉਹ ਇਹੋ ਜਿਹੀਆਂ, ਤੇ ਉਹਨਾਂ ਤੇ ਜ਼ਿਆਦਾ ਅਟੈਕ ਹੁੰਦਾ ਸੀ। ਪਹਿਲਾਂ ਜਿਨ੍ਹਾਂ ਨੂੰ ਅਟੈਕ ਹੋਇਆ ਵਾ, ਜਿਹੜੇ ਇਸ ਦੇ ਵਿੱਚ ਜਾਲ ਵਿੱਚ ਫਸ ਗਏ ਬਿਮਾਰੀਆਂ ਦੇ ਵਿੱਚ। ਇਹ ਇੰਡੀਆ 'ਚ ਵੀ ਇਕੱਲੇ, ਬਾਹਰਲੇ ਦੇਸ਼ਾਂ 'ਚ ਵੀ ਇਸ ਤਰ੍ਹਾਂ ਹੋਇਆ ਵਾ। ਪਰ ਆਪਾਂ ਅੱਜ ਦੇ ਦੁੱਧ ਦੀ ਗੱਲ ਕਰੀਏ, ਇਹ ਬਹੁਤ ਵੱਡਾ ਇਸ਼ੂ ਆ, ਬਹੁਤ ਵੱਡਾ ਲੋਕਾਂ ਦੇ ਸਮਝ ਦੇ ਵਿੱਚ ਆ, ਕਿਉਂਕਿ ਦੁੱਧ ਪੰਜਾਬ ਦੇ ਵਿੱਚ ਬਹੁਤ ਯੂਜ਼ ਹੁੰਦਾ। ਰਿਕ ਆਪਾਂ ਸੁਬਾਹ ਤੋਂ ਲੈ ਕੇ ਸ਼ਾਮ ਤੱਕ ਦੁੱਧ ਵਰਤਦੇ ਆ, ਸਪੈਸ਼ਲੀ ਪੰਜਾਬ ਦੇ ਵਿੱਚ। ਚਾਹ ਦੇ ਵਿੱਚ ਹੋਇਆ, ਤੇ ਫੂਡ ਦੇ ਵਿੱਚ, ਮਿਠਾਈ ਦੇ ਵਿੱਚ, ਇਸ ਤੁਹਾਡਾ ਇੱਕ ਪਾਰਟ ਆਫ ਲਾਈਫ ਆ ਇਹ ਹਰ ਰੋਜ਼ ਦਾ ਦੁੱਧ। ਗੱਲ ਉਹੀ ਆ ਜਾਂਦੀ ਹੈ ਨਾ ਜੀ, ਪੁਆਇੰਟ ਆਫ ਦਿਸ, ਕਿ ਵੀ ਅਸੀਂ ਇਹਨੂੰ ਨੱਕ 'ਚ ਨਕੇਲ ਇਹਨਾਂ ਦੇ ਪਾਈਏ ਕਿੱਦਾਂ? ਕਿਉਂਕਿ ਜਦੋਂ ਤੱਕ ਜਨਤਾ ਅਵੇਅਰ ਨਹੀਂ ਹੋਊਗੀ, ਜਨਤਾ ਸਟੈਂਡ ਨਹੀਂ ਲਏਗੀ, ਜਦੋਂ ਤੱਕ, ਜਿੱਦਾਂ ਹੁਣ ਤੁਸੀਂ ਦੱਸਿਆ ਚਾਈਨਾ ਦੇ ਵਿੱਚ ਵਿਰੋਧ ਕੀਤਾ ਗਿਆ, ਲੋਕਾਂ ਨੇ ਉਹ ਪ੍ਰੋਡਕਟ ਲੈਣਾ ਬੰਦ ਕਰ ਦਿੱਤਾ, ਲੇਕਿਨ ਸਾਡੇ ਤਾਂ ਇੱਥੇ ਸਾਹਮਣੇ ਅੱਖਾਂ ਦੇ ਹੋ ਰਿਹਾ, ਤੇ ਫਿਰ ਵੀ ਧੜਾ ਅਸੀਂ ਖਰੀਦ ਰਹੇ ਹਾਂ। ਆਖਰ ਪਤਾ ਨਹੀਂ ਕਿਉਂ ਮੇਰੀ ਜਿਹੜੀ ਸੋਚ ਆ ਉੱਥੇ ਜਾ ਕੇ ਜਨਤਾ ਦੇ ਉੱਤੇ ਹੀ ਖੜੀ ਹੋ ਜਾਂਦੀ ਆ ਕਿ ਜੇ ਜਨਤਾ ਚਾਹੇ, ਕਿਉਂਕਿ ਆਵਾਮ ਦੀ ਆਵਾਜ਼ ਦੇ ਵਿੱਚ ਇੰਨੀ ਜ਼ਿਆਦਾ ਤਾਕਤ ਹੈ ਕਿ ਅਗਰ ਇਹ ਚਾਹੇ ਤਾਂ ਇਹ ਤਖਤ ਹਿਲਾ ਸਕਦੀ ਹੈ, ਔਰ ਹਿਲਾਇਆ ਵੀ ਹੈ, ਪਿੱਛੇ ਦੇਖਣ ਦੇ ਵਿੱਚ ਵੀ ਆਇਆ। ਤੇ ਫਿਰ ਇਹ ਜਿਹੜੇ ਮੁੱਦੇ ਨੇ, ਇਹਨਾਂ ਦੇ ਲਈ ਸੁੱਤੀ ਕਿਉਂ ਪਈ ਹੈ ਸਾਡੀ ਜਨਤਾ? ਇਹ ਜਿਹੜੇ ਜਿੰਨੇ ਵੀ ਮਾਫੀਆਜ਼ ਹੈਗੇ ਨੇ, ਆਵਾਮ ਨੂੰ ਚਾਹੀਦਾ
ਇਸ ਮੁੱਦੇ ਨੂੰ ਉਠਾਉਣਾ ਹਰ ਇੱਕ ਮੁੱਦੇ ਨੂੰ ਉਠਾਉਣਾ ਹਰ ਇੱਕ ਪਰਸਨ ਦਾ ਫਰਜ਼ ਬਣਦਾ। ਮੈਂ ਤਾਂ ਹੁਣ ਵੀ ਕਹਿਣਾ ਕਿ ਪੰਜਾਬੀਓ ਉੱਠੋ, ਜਿਹੜਾ ਵੀ ਤੁਹਾਡੇ ਅੱਜ ਟਾਈਮ ਆ, ਵੋਟਾਂ ਪੈਣੀਆਂ ਨੇ, ਇਲੈਕਸ਼ਨ ਦਾ ਟਾਈਮ ਨੇ, ਤੁਹਾਡੇ ਕੋਲੋਂ ਵੋਟਾਂ ਲੈਣ ਵਾਸਤੇ ਆਉਂਦੇ ਨੇ, ਤੇ ਤੁਸੀਂ ਕਿਉਂ ਨਹੀਂ ਪੁੱਛਦੇ ਇਹੋ ਜਿਹੇ ਗੱਲ ਵੀ ਤੂੰ ਭਾਈ ਜਿਹੜਾ ਆਹ ਸਾਡਾ ਦੁੱਧ ਆ ਇਹਦਾ ਕੀ ਕਰ ਰਹੇ ਹੋ, ਇਹਦਾ ਤੁਹਾਡੇ ਕੋਲ ਕੋਈ ਆਨਸਰ ਹੈਗਾ? ਤੁਸੀਂ ਇੰਨਾ ਚਿਰ ਕਰਦੇ ਰਹੇ ਹੋ, ਤੁਹਾਨੂੰ ਸਾਰਾ ਕੁਝ ਪਤਾ ਹੁੰਦੇ ਹੋਏ ਵੀ ਤੁਹਾਨੂੰ ਪਤਾ ਵਾ। ਚਲੋ ਜਿਹੜਾ ਬੰਦਾ ਪਤਾ ਨਹੀਂ ਸੀ ਉਹਨੂੰ ਅੱਜ ਹੋਰ ਵੀ ਪਤਾ ਲੱਗ ਜੂਗਾ, ਪਰ ਜਿਹੜੇ ਪੜ੍ਹੇ ਲਿਖੇ ਲੋਕੀ ਵੀ ਨੇ ਉਹ ਪਤਾ ਕੀ ਹੈ, ਸਾਡੇ ਉੱਥੇ ਗੱਲ ਆ ਜਾਂਦੀ ਹੈ ਜਿਹੜੇ ਅਸੀਂ ਸਾਡੀ ਕਮਿਊਨਿਟੀ ਹੈ ਜਾਂ ਅਸੀਂ ਇੰਡੀਅਨ ਆ ਜਾਂ ਅਸੀਂ ਕਹਿ ਦਿੰਦੇ ਹਾਂ ਯਾਰ ਕੱਲ ਤੇ ਮੈਂ ਇਹੀ ਗੱਲ ਆਖੀ ਸੀ, ਮੈਂ ਆਪਦਾ ਪੁੱਤ ਕਿਉਂ ਮਰਵਾਵਾਂ, ਮੈਂ ਆਪਦਾ ਪੁੱਤ ਕਿਉਂ ਮਰਵਾਵਾਂ। ਜੇ ਇਹੀ ਗੱਲ ਭਗਤ ਸਿੰਘ ਕਹਿੰਦਾ ਕਿ ਮੈਂ ਕਿਉਂ ਮਰਾਂ, ਮੈਨੂੰ ਫਾਂਸੀ ਦਾ ਤਖਤ ਲੈਣ ਦੀ ਕੀ ਲੋੜ ਆ। ਬਿਲਕੁਲ। ਫਿਰ ਉੱਥੇ ਗੱਲ ਆ ਜਾਂਦੀ ਹੈ ਕਿਸੇ ਨੂੰ ਤਾਂ ਸੈਕਰੀਫਾਈਸ ਕਰਨ ਦੀ ਲੋੜ ਪੈਣੀ ਆ, ਕਿਸੇ ਨੂੰ ਤਾਂ ਮੂਹਰੇ ਆਉਣ ਦਾ ਪੈਣਾ। ਪਰ ਅੱਜ ਤੁਹਾਨੂੰ ਫਾਂਸੀ ਦਾ ਬੰਦਾ ਫੜਨ ਦੀ ਲੋੜ ਹੈਗੀ, ਇੱਕ ਤੁਹਾਨੂੰ ਆਵਾਜ਼ ਚੱਕਣ ਦੀ ਲੋੜ ਆ। ਜੇ ਹੁਣ ਕਈ ਕਹਿੰਦੇ ਹੋਣਗੇ ਤੁਸੀਂ ਬਾਹਰ ਬੈਠਾ ਬੋਲਦਾ, ਮੈਂ ਬਾਹਰ ਬੈਠਾ ਬਿਲਕੁਲ ਠੀਕ ਗੱਲ, ਤੁਹਾਡੀ ਆਵਾਜ਼ ਹੈ, ਬੜੇ ਲੋਕ ਉੱਥੇ ਆ ਕੇ ਬੋਲੀ ਤਾਂ ਉੱਥੇ ਆ ਕੇ ਪਿੰਡ ਵਾਲਿਆਂ ਨੂੰ ਗੱਲ ਕਰੀ ਆ, ਪਰ ਉਹ ਗੱਲ ਕੋਈ ਸੁਣਦਾ ਹੀ ਨਹੀਂ ਹੈਗਾ। ਬਸ ਦੁੱਖ ਤਾਂ ਇਹੀ ਹੈ ਨਾ, ਉਹ ਸਾਰੇ ਕਹਿੰਦੇ ਨੇ ਜੀ ਮੇਰਾ ਕੀ ਲੋੜ ਆ, ਮੈਨੂੰ ਕੀ ਲੋੜ ਆ, ਮੈਨੂੰ ਕੀ ਲੋੜ ਆ। ਇੱਕ ਕਬੂਤਰ ਵਾਲਾ ਕੰਮ ਹੋਇਆ ਕਿ ਬਿੱਲੀ ਆਉਂਦੀ ਆ ਤੇ ਪਹਿਲਾ ਕਬੂਤਰ ਅੱਖਾਂ ਵਿੱਚ ਲੈਂਦਾ, ਉਹ ਪਹਿਲੇ ਨੂੰ ਚੱਕ ਕੇ ਲੈ ਜਾਂਦੀ ਆ, ਤੇ ਨਾਲ ਹੀ ਦੂਜੇ ਦਿਨ ਆਉਂਦੀ ਆ ਤੇ ਦੂਜੇ ਨੂੰ ਚੱਕ ਕੇ ਲੈ ਜਾਂਦੀ ਆ। ਅੱਖਾਂ ਨਾ ਬੰਦ ਕਰੋ, ਇਹ ਤੁਹਾਡੇ ਸਾਰਿਆਂ ਨੂੰ ਇਹਦਾ ਅਸਰ ਪੈ ਰਿਹਾ। ਸੋ ਗੱਲ ਕਰੋ, ਪੁੱਛੋ, ਤੁਹਾਡਾ ਕੋਈ ਇਹਦੇ 'ਚ ਕੋਈ ਨੁਕਸਾਨ ਨਹੀਂ ਹੋਊਗਾ, ਇਹਦੇ 'ਚ ਫਾਇਦਾ ਹੀ ਹੋਊਗਾ। ਨੁਕਸਾਨ ਅੱਜ ਤੁਹਾਡਾ ਸਾਰਿਆਂ ਦਾ ਹੋ ਰਿਹਾ। ਮੈਂ ਤਾਂ ਇਹੀ ਕਹਿਣਾ, ਜਿੰਨੇ ਵੀ ਭੈਣ ਭਰਾ ਸੁਣ ਰਹੇ ਨੇ ਸਾਰਿਆਂ ਦਾ ਨੁਕਸਾਨ ਹੋ ਰਿਹਾ। ਸਾਡਾ ਬਾਹਰ ਬੈਠਿਆਂ ਦਾ ਵੀ ਨੁਕਸਾਨ ਹੋ ਰਿਹਾ, ਕਿਉਂਕਿ ਸਾਡੇ ਯਾਰ ਦੋਸਤ ਮਿੱਤਰ ਰਿਸ਼ਤੇਦਾਰ ਪੰਜਾਬ ਦੇ ਵਿੱਚ ਰਹਿੰਦੇ ਨੇ। ਤੇ ਤੁਸੀਂ ਇਹ ਨਾ ਕਹੋ ਕਿ ਚਲੋ ਜੀ ਮੇਰੇ ਕੋਲ ਤਾਂ ਮੱਝ ਰੱਖੀ ਹੋਈ ਆ, ਮੈਂ ਤਾਂ ਦੁੱਧ ਮੱਝ ਦਾ ਆਪਣੀ ਦਾ ਪੀਣਾ, ਪਰ ਤੁਹਾਡੇ ਵੀ ਰਿਸ਼ਤੇਦਾਰ ਕਿਤੇ ਨਾ ਕਿਤੇ ਚੇਨ ਦੇ ਵਿੱਚ ਹੁੰਦੇ ਨੇ ਜਿਹੜੇ ਉਹ ਦੁੱਧ ਮੁੱਲ ਲੈਂਦੇ ਨੇ, ਤੇ ਮਠਿਆਈ ਬਾਹਰ ਤੁਸੀਂ ਜਾ ਕੇ ਖਾਂਦੇ ਹੋ, ਸ਼ਾਦੀਆਂ ਦੇ ਉੱਥੇ ਜਾ ਕੇ ਖਾਂਦੇ ਹੋ। ਜਾਂ ਤਾਂ ਇਹ ਇੱਕ ਤਰ੍ਹਾਂ ਦੀ ਮੁਹਿੰਮ ਸ਼ੁਰੂ ਹੋਣੀ ਚਾਹੀਦੀ ਆ ਕਿ ਇੱਕ ਦਿਨ ਜਾਂ ਮਹੀਨਾ ਵਾਸਤੇ ਸਾਰਾ ਪੰਜਾਬ ਦਾ ਦੁੱਧ ਜਿਹੜਾ ਵਾ ਬੰਦ ਕਰਕੇ, ਇਹ ਬਹੁਤ ਵਧੀਆ ਹੋ ਵੀ ਸਕਦਾ। ਜਿੰਨਾ ਵੀ ਦੁੱਧ ਪਿੰਡਾਂ ਦੇ ਵਿੱਚ ਮਿਲਦਾ ਵਾ ਸਾਰੇ ਖੋਆ ਮਾਰ ਕੇ ਰੱਖੀ ਜਾਣ, ਇਹ ਕਿਹੜਾ ਖਰਾਬ ਹੋਣਾ। ਪਰ ਅੱਜ ਦਾ ਦੁੱਧ ਆ। ਹਾਂਜੀ ਜੀ ਕਰੋ, ਪੂਰੀ ਗੱਲ ਕਰੋ। ਗੱਲ ਤਾਂ ਉੱਥੇ ਆ ਵੀ ਇਹ ਇਹਨਾਂ ਨੂੰ ਇੱਕ ਵਾਰ ਤਾਂ ਜਿਸ ਤਰ੍ਹਾਂ ਦਿੱਲੀ ਦੇ ਬਾਰਡਰਾਂ ਤੇ ਜਾ ਕੇ ਬੈਠੇ ਸੀ, ਇਸ ਤਰ੍ਹਾਂ ਇਹਨਾਂ ਨੂੰ ਕਰਨਾ ਪੈਣਾ, ਤੇ ਜਿਹਦੇ ਨਾਲ ਕਿ ਪ੍ਰੋਡਕਸ਼ਨ ਤੇ ਉਹ ਕਹਿੰਦੇ ਜੀ ਦੁੱਧ ਦੇ ਪੈਸੇ ਨਹੀਂ ਦਿੰਦੇ ਹੈਗੇ, 40 ਰੁਪਏ ਕਿਲੋ ਦੁੱਧ ਚੱਕਦੇ ਨੇ, ਸਮਥਿੰਗ ਆਦਾ 35 ਰੁਪਏ ਕਿਲੋ ਪਿੰਡਾਂ ਦੇ ਵਿੱਚੋਂ। ਤੇ ਖੁਰਾਕਾਂ ਮਹਿੰਗੀਆਂ ਹੋ ਚੁੱਕੀਆਂ ਨੇ, ਤੇ ਜਦੋਂ ਤੁਸੀਂ ਬੰਦ ਕਰ ਦੇਂਗੇ 2 ਮਹੀਨੇ 1 ਮਹੀਨਾ ਵਾਸਤੇ ਬੰਦ ਕਰੇਂਗੇ ਸਾਰਾ ਕੁਛ ਆਪੀ। ਪਰ ਗੱਲ ਤਾਂ ਗਰੇਵਾਲ ਸਾਹਿਬ ਉੱਥੇ ਹੀ ਆ ਜਾਂਦੀ ਹੈ ਨਾ ਜੀ। ਔਰ ਦੂਜੀ ਇੱਕ ਸੋਚ ਵਿਚਾਰ ਕਰਨ ਦੀ ਗੱਲ ਇਹ ਆ ਕਿ ਅੱਜ ਤੋਂ ਕੁਝ ਵਕਤ ਪਹਿਲਾਂ 3-4 ਦਹਾਕੇ ਪਹਿਲਾਂ ਇੰਨੀ ਐਜੂਕੇਸ਼ਨ ਨਹੀਂ ਸੀ ਸਾਡੇ ਪੰਜਾਬ ਦੇ ਵਿੱਚ, ਤੇ ਉਦੋਂ ਕਰਪਸ਼ਨ ਵੀ ਇੰਨੀ ਨਹੀਂ ਸੀਗੀ, ਐਜੂਕੇਸ਼ਨ ਵੀ ਨਹੀਂ ਸੀ, ਸਿੱਧੇ ਸਾਦੇ ਲੋਕ ਸੀਗੇ, ਸਾਦਾ ਖਾਣਾ ਸੀ ਉਹਨਾਂ ਦਾ, ਸਾਦਾ ਰਹਿਣਾ ਸੀ ਉਹਨਾਂ ਦਾ। ਜਿਸ ਤਰ੍ਹਾਂ ਅਸੀਂ ਵੈਸਟਰਨ ਦੀ ਨਕਲ ਕਰਦੇ ਜਾ ਰਹੇ ਹਾਂ ਔਰ ਅਸੀਂ ਫੈਸ਼ਨ ਦੇ ਦੌਰ ਵੱਲ ਵੱਧਦੇ ਜਾ ਰਹੇ ਹਾਂ, ਅਸੀਂ ਐਜੂਕੇਟ ਵੀ ਹੁੰਦੇ ਜਾ ਰਹੇ ਹਾਂ, ਲੇਕਿਨ ਉਨੀ ਹੀ ਸਾਡੇ ਨਾਲ ਕਰਪਸ਼ਨ ਵੱਧ ਰਹੀ ਹੈ। ਉਸ ਨੂੰ ਅਸੀਂ ਪੜ੍ਹੇ ਲਿਖੇ ਹੋਣ ਦੇ ਬਾਵਜੂਦ, ਅਵੇਅਰ ਹੋਣ ਦੇ ਬਾਵਜੂਦ ਵੀ ਅਸੀਂ ਉਸ ਕਰਪਸ਼ਨ ਨੂੰ ਨੱਥ ਨਹੀਂ ਪਾ ਰਹੇ, ਅਸੀਂ ਉਹਦੇ ਤੋਂ ਅਵੇਅਰ ਨਹੀਂ ਹੋ ਰਹੇ। ਅਸੀਂ ਆਪ ਦੂਜਿਆਂ ਨੂੰ ਮੈਸੇਜ ਤਾਂ ਕੀ ਦੇਣਾ ਸੀਗਾ, ਅਸੀਂ ਪੜ੍ਹੇ ਲਿਖੇ ਹੋ ਕੇ ਸਾਰਾ ਜਾਣਦੇ ਹੋਏ ਵੀ ਅਸੀਂ ਲੋਕ ਉੱਥੇ ਹੀ ਆ ਕੇ ਖੜੇ ਹੋ ਜਾਂਦੇ ਆ ਜਿੱਥੇ ਇਹ ਕਹਿਣਾ ਹੈ ਕਿ ਆਪਾਂ ਕੀ ਕਰ ਸਕਦੇ ਹਾਂ। ਬਿਮਾਰੀ ਜਿਹੜੀ ਸਾਨੂੰ ਇਹ ਲੱਗੀ ਹੋਈ ਹੈ ਨਾ ਜੀ ਪੰਜਾਬ ਦੇ ਸਾਡੇ ਲੋਕਾਂ ਨੂੰ, ਕਿ ਅਸੀਂ ਕੀ ਕਰ ਸਕਦੇ ਆ, ਅਸੀਂ ਇਕੱਲੇ ਕੀ ਕਰ ਸਕਦੇ ਆ। ਇਸ ਬਿਮਾਰੀ ਦਾ ਇਲਾਜ ਜਦੋਂ ਤੱਕ ਨਹੀਂ ਆਉਂਦਾ, ਜਦੋਂ ਤੱਕ ਸਾਡੇ ਅੰਦਰੋਂ ਇਹ ਚੀਜ਼ ਨਹੀਂ ਨਿਕਲੂਗੀ, ਉਦੋਂ ਤੱਕ ਮੇਰਾ ਖਿਆਲ ਹੈ ਅਸੀਂ ਹੈਂਡੀਕੈਪਡ ਰਹਾਂਗੇ, ਅਸੀਂ ਮੈਂਟਲੀ ਤੌਰ ਤੇ ਅਪਾਹਿਜ ਰਹਾਂਗੇ। ਗੱਲ ਇਹ ਹੈਗੀ ਆ ਗਰੇਵਾਲ ਸਾਹਿਬ ਕਿ ਇਹਨਾਂ ਨੂੰ ਸੁੱਤਿਆਂ ਨੂੰ ਜਗਾਇਆ ਕਿਵੇਂ ਜਾਵੇ।
ਹੁਣ ਤਾਂ ਟਾਈਮ ਆ ਜੀ। ਹੁਣ ਇਹਨਾਂ ਕੋਲ ਜਿਹੜੇ ਪੋਲੀਟੀਸ਼ੀਅਨਸ ਨੇ ਵੋਟਾਂ ਲੈਣ ਵਾਸਤੇ ਆਉਂਦੇ ਨੇ, ਉਹਨਾਂ ਨੂੰ ਕੁਐਸਚਨ ਕਰਨ, ਉਹਨਾਂ ਨੂੰ ਪੁੱਛਣ। ਹੁਣ ਜੀ ਜਦੋਂ ਆਉਂਦੇ ਨੇ ਆਪਦੇ ਘਰਾਂ ਦੇ ਬਾਹਰ, ਪਿੰਡਾਂ ਦੇ ਬਾਹਰ, ਸ਼ਹਿਰਾਂ ਦੇ ਬਾਹਰ ਵੱਡੇ ਵੱਡੇ ਬੈਨਰ ਲਾ ਦੇਣ, ਭਾਈ ਆਹ ਦੁੱਧ ਦਾ ਮਸਲਾ ਵਾ, ਤੁਸੀਂ ਕਿਸ ਤਰ੍ਹਾਂ ਹੱਲ ਕਰੇਗਾ। ਹੁਣ ਜੀ ਟਾਈਮ ਆ, ਹੁਣ ਟਾਈਮ ਆ ਇਹਨਾਂ ਕੋਲ, ਹੁਣ ਵੋਟਾਂ ਪਾਉਣ ਦਾ ਟਾਈਮ ਆ। ਹੁਣ ਉਹ ਵੋਟਾਂ ਲੈਣ ਆਉਂਦੇ ਨੇ ਕਰਕੇ ਤੁਸੀਂ, ਮੈਂ ਗਰੰਟੀ ਦਿੰਦਾ ਕਿ ਜੇ ਇੱਕ ਪਿੰਡ ਦੇ ਵਿੱਚੋਂ 5-10 ਬੰਦੇ ਖੜੇ ਹੋ ਕੇ ਇਸ ਮੁੱਦੇ ਨੂੰ ਚੱਕਣ, ਅਸੀਂ ਉਹਨਾਂ ਦੀ ਬਾਹਰੋਂ ਦੱਬ ਕੇ ਮਦਦ ਕਰਾਂਗੇ। ਜੀ ਉਹਨਾਂ ਦੀ ਵੈਰੀ ਗੱਲ ਗੁੱਡ। ਬਾਹਰ ਜੀਵਨ ਤੱਕ ਵੀ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਇਹ ਫੂਡ ਦਾ ਕੰਮ ਆ। ਇਹ ਦੁਨੀਆ ਤੇ ਅਸਰ ਪੈ ਰਿਹਾ ਵਾ। ਜੋ ਅੱਜ ਕੱਲ੍ਹ ਅਸੀਂ ਚੀਜ਼ ਫਾਸਟ ਟਰੈਵਲ ਕਰਦੇ ਹਾਂ। ਜੇ ਪੰਜਾਬ ਦੇ ਵਿੱਚੋਂ ਹਰ ਰੋਜ਼ ਜਹਾਜ਼ ਭਰ ਕੇ ਬਾਹਰ ਨੂੰ ਆ ਰਹੇ ਨੇ, ਉਹਨਾਂ ਦੇ ਵਿੱਚੋਂ ਜੇ 1000 ਬੰਦਾ ਪੰਜਾਬ ਦਾ ਬਾਹਰ ਨੂੰ ਆ ਰਿਹਾ ਤੇ ਉਹਦੇ 'ਚ 500 ਬੰਦਾ ਬਿਮਾਰ ਹੋਊਗਾ, ਬਾਹਰ ਆ ਕੇ ਰਹੂਗਾ, ਉਹ ਬਿਮਾਰੀ ਨਾਲ ਉਹ ਬਾਹਰਲਿਆਂ ਤੇ ਵੀ ਅਸਰ ਪਊਗਾ। ਜੋ ਇਸ ਚੀਜ਼ ਦੀ ਗੱਲ ਬਾਹਰਲੇ ਲੋਕੀ ਵੀ ਸੁਣਨਗੇ। ਗਰੇਵਾਲ ਸਾਹਿਬ, ਜਿਸ ਤਰ੍ਹਾਂ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਆ ਹੁਣੀ, ਬਹੁਤ ਮਨ ਨੂੰ ਖੁਸ਼ੀ ਇਹ ਗੱਲ ਸੁਣ ਕੇ ਕਿ ਇੱਕ ਸਾਨੂੰ ਵੇਵ ਬਣਾ ਲੈਣੀ ਚਾਹੀਦੀ ਆ। ਇੱਕ ਸਾਨੂੰ ਜਿਹੜੀ ਜਿੱਦਾਂ ਤੁਸੀਂ ਹੁਣ ਬਹੁਤ ਹੀ ਸੋਹਣੀ ਗੱਲ ਕੀਤੀ ਕਿ ਇੱਕ ਪਿੰਡ ਤੋਂ ਇਹ ਇੱਕ ਲਹਿਰ ਸ਼ੁਰੂ ਹੋ ਜਾਣੀ ਚਾਹੀਦੀ ਆ। ਮੇਰੇ ਤਾਂ ਦਿਮਾਗ 'ਚ ਖਿਆਲ ਵੀ ਇਹੀ ਆਇਆ ਕਿ ਇਹ ਜਿਹੜੀ ਸ਼ੁਭ ਗੱਲਬਾਤ ਹੈਗੀ ਆ, ਔਰ ਇੰਨਾ ਵਧੀਆ ਤੁਸੀਂ ਵਿਚਾਰ ਦੇ ਰਹੇ ਹੋ, ਤੇ ਇਹ ਸ਼ੁਰੂਆਤ ਵੀ ਤੁਹਾਡੇ ਹੀ ਪਿੰਡ ਤੋਂ ਹੋਣੀ ਚਾਹੀਦੀ ਆ, ਮਹਿਮਾ ਸਿੰਘ ਵਾਲੇ ਤੋਂ। ਇਹੋ ਜਿਹਾ ਸ਼ੁਭ ਕੰਮ, ਸ਼ੁਭ ਕਾਰਜ ਤੁਸੀਂ ਰੱਬ ਕਰੇ ਛੇਤੀ ਇੰਡੀਆ ਆਵੋ ਤੇ ਅਸੀਂ ਤੁਹਾਡੇ ਹੀ ਕਰ ਕਮਲਾਂ ਦੇ ਨਾਲ ਅਸੀਂ ਇੱਕ ਵੇਵ ਬਣਾ ਕੇ ਚੱਲੀਏ ਔਰ ਉੱਥੋਂ ਹੀ ਇਹ ਸ਼ੁਰੂਆਤ ਕਰੀਏ। ਲੇਕਿਨ ਪੁਆਇੰਟ ਆਫ ਦਿਸ ਗਰੇਵਾਲ ਸਾਹਿਬ ਕਿ ਅਸੀਂ ਲਹਿਰ ਵੀ ਸ਼ੁਰੂ ਕਰ ਲਾਂਗੇ, ਤੁਸੀਂ ਵੀ ਇਹ ਸ਼ੁਭ ਕੰਮ ਕਰਕੇ ਮਹੀਨਾ 2 ਮਹੀਨੇ ਰਹਿ ਕੇ ਵਾਪਸ ਚਲੇ ਜਾਓਗੇ। ਲੇਕਿਨ ਉਹ ਲੋਕ ਜਿਹੜੇ ਮਾਫੀਆ ਦਾ ਕੰਮ ਕਰ ਰਹੇ ਨੇ, ਜਿਨ੍ਹਾਂ ਦਾ ਨੁਕਸਾਨ ਹੋਏਗਾ ਇਸ ਚੀਜ਼ ਕਰਕੇ, ਉਹਨਾਂ ਦੇ ਨਾਲ ਜਿਹੜੀ ਸਾਡੀ ਦੁਸ਼ਮਣੀ ਪਊਗੀ, ਉਹਨਾਂ ਦੇ ਨਾਲ ਜਿਹੜੀ ਸਾਡਾ ਵੈਰ ਪਏਗਾ, ਜਾਂ ਉਹ ਜਿਹੜਾ ਟਾਰਚਰ ਕਰਨਗੇ ਉਹਨਾਂ ਲੋਕਾਂ ਨੂੰ, ਉਹਨਾਂ ਚੀਜ਼ਾਂ ਦਾ ਹੱਲ ਕੀ ਹੋਏਗਾ? ਕਿਉਂਕਿ ਉਹਨਾਂ ਦੀ ਸਪੋਰਟ ਕਰਨੀ ਹੈ ਸਰਕਾਰ ਨੇ, ਉਹਨਾਂ ਦੀ ਸਪੋਰਟ ਕਰਨੀ ਹੈ ਸਾਡੇ ਪੁਲਿਸ ਡਿਪਾਰਟਮੈਂਟ ਨੇ, ਉਹਨਾਂ ਦੀ ਸਪੋਰਟ ਤਾਕਤਾਂ ਨੇ ਕਰਨੀ ਹੈ। ਲੇਕਿਨ ਆਮ ਆਦਮੀ ਜਿਹੜਾ ਇਹ ਲੜਾਈ ਲੜੇਗਾ, ਉਹ ਡਰਦੇ ਮਾਰੇ, ਇੱਕ ਜਿਵੇਂ ਪਿੰਡ ਦੇ ਵਿੱਚੋਂ ਤੁਸੀਂ ਕਿ 8-10 ਲੋਕ, ਪਿੰਡ ਦੇ ਵਿੱਚੋਂ 10 ਲੋਕ 20 ਲੋਕ ਉੱਠ ਕੇ ਇਹ ਕੰਮ ਕਰ ਰਹੇ ਨੇ, ਤੇ ਉਹ 10-20 ਲੋਕਾਂ ਦੀਆਂ ਪਰਿਵਾਰਾਂ ਨੂੰ ਟਾਰਚਰ ਕੀਤਾ ਜਾ ਰਿਹਾ ਹੈ, ਉਹਨਾਂ ਦੇ ਉੱਤੇ ਝੂਠੇ ਪਰਚੇ ਬਣਾਏ ਜਾ ਰਹੇ ਨੇ। ਸਭ ਤੋਂ ਵੱਡਾ ਹਥਿਆਰ, ਤੇ ਝੂਠਾ ਪਰਚਾ ਬਣਾਓ ਤੇ ਅੰਦਰ ਸਿੱਟੋ। ਦੇਖੋ, ਪਬਲਿਕ ਦਾ ਜਿਹੜਾ ਹਜੂਮ ਦਾ ਜਿਹੜਾ ਤਾਂ ਹੁੰਦਾ, ਜਾਂ ਹਜੂਮ ਜਦੋਂ ਉੱਡਦਾ ਵਾ, ਉਹਦੀ ਤਾਕਤ ਬਹੁਤ ਵੱਡੀ ਹੁੰਦੀ ਹੈ। ਥੋੜਾ ਜਿਹਾ ਹਿਲਾਉਣਾ ਪੈਂਦਾ। ਇੱਕ ਮੁੰਡਾ ਵਾ ਤੁਹਾਡੇ ਅੰਮ੍ਰਿਤਸਰ ਵੱਲੋਂ, ਮਨਦੀਪ ਸਮਥਿੰਗ ਉਹਦਾ ਨਾਮ ਆ, ਉਹਨੇ ਇੱਕ ਮਿਨਿਸਟਰ ਦੇ ਬਰਖਲਾਫ, ਉਹਦੀ ਮਿਲ ਦੇ ਬਰਖਲਾਫ ਚੱਕਿਆ ਕੰਮ। ਅੱਜ ਉਹ ਸਿੰਚੇ ਵਾਲਾ ਜਿਹੜੇ ਸੰਤ ਨੇ, ਉਹਦੀ ਅਗਵਾਈ 'ਚ ਵੀ ਮੇਰਾ ਖਿਆਲ ਉਹਦੇ ਗਏ ਵੀ ਉਹ ਵਾਤਾਵਰਨ ਦੇ ਨਾਲ ਗੱਲ ਕਰ ਰਿਹਾ ਵਾ, ਕਿਉਂਕਿ ਜਿਹੜੀ ਉਹਦੀ ਮਿਲ ਸੀ ਉਹ ਧੂੰਆਂ ਬਹੁਤ ਛੱਡਦੀ ਸੀ ਤੇ ਪਾਣੀ ਗੰਦਾ ਡਿਸਪੋਜ਼ ਕਰਦੇ ਸੀ। ਉਸ ਪਿੰਡਾਂ ਦਾ ਪਾਣੀ ਖਰਾਬ ਬਹੁਤ ਹੋ ਗਿਆ ਸੀ। ਉਹ ਇਕੱਲੇ ਮੁੰਡੇ ਨੇ, ਪਹਿਲਾਂ ਇਕੱਲੇ ਨੇ ਚੱਕਿਆ, ਫਿਰ ਪਿੰਡ ਨਾਲ ਲੱਗ ਗਿਆ, ਫਿਰ ਦੂਜਾ ਪਿੰਡ ਨਾਲ ਲੱਗ ਗਿਆ, ਤੀਜਾ ਪਿੰਡ ਨਾਲ ਲੱਗ ਗਿਆ। ਅੱਜ ਉਹਦੀ ਚਰਚਾ ਹੋ ਰਹੀ ਆ ਸਾਰੇ ਪਾਸੇ, ਇਸ ਮੀਡੀਆ ਦੇ ਥਰੂ ਵੀ ਹੋ ਰਹੀ ਆ। ਉਹ ਤੁਹਾਨੂੰ ਲੜਨਾ ਤਾਂ ਪੈਣਾ ਹੀ ਆ। ਉਹਨੂੰ ਵਿਚਾਰੇ ਨੂੰ ਜੇਲ੍ਹ 'ਚ ਵੀ ਪੁਲਿਸ ਵਾਲੇ ਵੀ ਚੱਕ ਕੇ ਲੈ ਗਏ ਸੀ ਤੇ ਉਹਨੂੰ ਕੁੱਟਿਆ ਮਾਰਿਆ ਵੀ ਵਿਚਾਰੇ ਨੂੰ, ਪਰ ਉਹਨੇ ਆਪਦੀ ਆਵਾਜ਼ ਬੰਦ ਨਹੀਂ ਕੀਤੀ ਹੈਗੀ। ਲੜਦਾ ਰਿਹਾ। ਅੱਜ ਉਹ ਸਕਸੈਸਫੁਲ ਵੀ ਹੋਇਆ ਵਾ ਤੇ ਲੋਕਾਂ ਨੂੰ ਅਵੇਅਰ ਵੀ ਕੀਤਾ ਉਹਨੇ, ਜਿਹਦੇ ਨਾਲ ਕਿ ਅਸਰ ਪਿਆ ਉਹਦਾ ਸਾਰੇ ਪਾਸੇ ਪਿਆ ਵਾ। ਮਨਦੀਪ ਤਨੋਹਾ ਸਮਥਿੰਗ ਉਹਦਾ ਨਾਮ ਆ, ਮੈਨੂੰ ਫਿੰਗਰ ਤਰ੍ਹਾਂ ਪਤਾ ਨਹੀਂ ਹੈਗਾ, ਪਰ ਪਤਾ ਤਾਂ ਫਿਰ ਤੁਹਾਨੂੰ ਦੱਸ ਦਾਂਗੇ। ਮੇਰਾ ਕਹਿਣ ਦਾ ਕਿ ਤੁਸੀਂ ਅੱਜ ਜੇ ਤੁਸੀਂ ਨਹੀਂ ਉੱਠੇਗੇ, ਤੁਸੀਂ ਤੁਹਾਡੇ ਸਾਹਮਣੇ ਆ ਕਿ ਕਿਸੇ ਲੀਡਰ ਦਾ ਮੁੰਡਾ ਕਦੇ ਜਾ ਕੇ ਬਾਰਡਰ ਤੇ ਮਰਿਆ ਵਾ? ਇਹਨਾਂ ਲੀਡਰਾਂ ਦੇ ਪਿੱਛੇ ਤੁਸੀਂ ਤੁਰਦੇ ਫਿਰਦੇ ਹੋ। ਕਿਸੇ ਲੀਡਰ ਦਾ ਮੁੰਡਾ ਗਰੀਬੀ ਨਾਲ ਕਦੇ ਮਰਿਆ ਵਾ? ਕਿਸੇ ਲੀਡਰ ਦਾ ਮੁੰਡਾ ਕਦੇ ਬਾਹਰ ਸ਼ਰਾਬ ਪੀਂਦਾ ਸੜਕ ਦੇ ਹਾਦਸੇ ਤੇ ਮਰਿਆ ਵਾ?
ਇਹੀ ਤਾਂ ਕਿਹਦੇ ਦੁੱਖ ਹੈ ਪੁੱਤ- ਗਰੇਵਾਲ ਸਾਹਿਬ, ਇਹ ਸਾਨੂੰ ਕਿਹਦੇ ਸਾਡੀ ਪੁੱਤ ਮਰਦੇ ਨੇ, ਬਦਕਿਸਮਤੀ ਇਹ ਇਹੀ ਕਿਹਦੇ ਹੈ। ਪੁੱਤ ਮਰਦੇ ਨੇ? ਇਹ ਆਮ ਜਨਤਾ ਦੇ, ਆਮ ਆਵਾਮ ਦੇ ਲੋਕਾਂ ਦੇ ਪੁੱਤ ਮਰਦੇ ਨੇ ਉੱਥੇ ਜਾ ਕੇ। ਜੀ ਤੇ ਉਹੀ ਆਵਾਮ, ਉਹੀ ਗਰੀਬ ਆਵਾਮ, ਤੇ ਉਹੀ ਉਹਨਾਂ ਨੂੰ ਵੋਟਾਂ ਪਾ ਕੇ ਉਹਨਾਂ ਨੂੰ ਮੂਹਰੇ ਲੈ ਕੇ ਆਉਂਦਾ। ਸ਼ਰਮਨਾਕ ਦੀ ਗੱਲ ਤਾਂ ਇਹ ਆ। ਹਾਂ, ਗੱਲ ਸਿਰਫ ਇੱਥੇ ਆ ਜਾਂਦੀ ਆ ਕਿ ਉਹੀ ਲੋਕ ਜਿਹੜੇ ਜਿਨ੍ਹਾਂ ਦੇ ਪੁੱਤ ਮਰਦੇ ਨੇ, ਉਹੀ ਲੋਕ ਝੋਲੇ ਚੱਕ ਕੇ ਇਹਨਾਂ ਦੇ ਪਿੱਛੇ ਲੱਗਦੇ ਨੇ। ਕਦੋਂ ਸਮੱਤ ਆਊਗੀ ਉਹਨਾਂ ਨੂੰ, ਕਦੋਂ ਉਹਨਾਂ ਦਾ ਜਿਹੜਾ ਭੇਜਾ ਹੈਗਾ ਉਹ ਕਦੋਂ ਖੁੱਲੂਗਾ, ਕਦੋਂ ਉਹਨਾਂ ਦੀ ਅਕਲ ਕੰਮ ਕਰਨ ਲੱਗੂਗੀ ਕਿ ਇਹ ਸਾਰਾ ਕੁਝ ਜੋ ਕੁਝ ਤੁਸੀਂ ਜਿਨ੍ਹਾਂ ਦੀ ਖਾਤਰ ਕਰ ਰਹੇ ਹੋ ਉਹ ਹੀ ਤੁਹਾਡੇ ਵੈਰੀ ਨੇ। हमें अपनों ने मारा गैरों में कहाँ दम था, हमारी कश्ती डूबी है वहां जहां पानी ही कम था। ਅਸੀਂ ਲੋਕਾਂ ਨਾਲ ਕੀ ਲੜਾਂਗੇ, ਪਾਕਿਸਤਾਨ ਨਾਲ ਜਾਂ ਅਸੀਂ ਕਿਸੇ ਹੋਰ ਨਾਲ ਕੀ ਗੱਲ ਕਰਾਂਗੇ, ਕੀ ਅਸੀਂ ਉਹਨਾਂ ਦੇ ਉੱਤੇ ਐਕਸ਼ਨ ਲਵਾਂਗੇ, ਅਸੀਂ ਉਹਨਾਂ ਦੇ ਉੱਤੇ ਕੀ ਉਹਨਾਂ ਦੇ ਬੰਬ ਚਲਾਵਾਂਗੇ? ਬੰਬ ਤਾਂ ਸਾਡੇ ਅੰਦਰ ਹੀ ਪਏ ਹੋਏ ਨੇ, ਆਈਟਮ ਬੰਬ ਸਾਡੇ ਅੰਦਰੋਂ ਹੀ ਨਿਕਲੀ ਜਾ ਰਹੇ ਨੇ। ਮੇਰੀ ਤਾਂ ਇੱਕੋ ਹੀ ਲਾਸਟ ਬੇਨਤੀ ਹੈ, ਜਿਹੜਾ ਵੀ ਫੂਡ ਮਹਿਕਮੇ ਦੇ ਪ੍ਰੋਸੈਸ ਕਰਦੇ ਨੇ, ਉਹਦੇ ਵਿੱਚ ਅਧਿਕਾਰੀ ਬਣੇ ਹੋਏ ਨੇ, ਵੱਡੇ ਵੱਡੇ ਆਫੀਸਰਸ ਨੇ, ਉਹਨਾਂ ਨੂੰ ਇਹ ਆ ਵੀ ਭਾਈ ਤੁਸੀਂ ਪੈਸਾ ਲੈ ਕੇ ਜਾਏਂਗੇ ਵੀ ਕਿੱਥੇ? ਅਗੇਨ ਤੁਹਾਡੇ ਵੀ ਰਿਸ਼ਤੇਦਾਰ ਵਿੱਚੋਂ ਨਾ ਕਿਤੋਂ ਕੈਂਸਰ ਦੇ ਨਾਲ ਮਰ ਰਹੇ ਨੇ ਜਾਂ ਮਰਨਗੇ, ਰੱਬ ਨਾ ਕਰੇ। ਇਹ ਚੀਜ਼ਾਂ ਨੂੰ ਤੁਸੀਂ ਆਪ ਵੀ ਸੋਚੋ ਵੀ ਸਾਡੇ ਵੀ ਕਿਤੇ ਨਾ ਕਿਤੇ ਪ੍ਰੋਸੈਸ ਦੇ ਵਿੱਚ ਸਾਡੇ ਵੀ ਰਿਸ਼ਤੇਦਾਰ ਇਸ ਪ੍ਰੋਸੈਸ ਦੇ ਲਪੇਟ ਦੇ ਵਿੱਚ ਆ ਜਾਂਦੇ ਨੇ। ਤੁਸੀਂ ਇਹ ਦੇਖੋ ਗਰੇਵਾਲ ਸਾਹਿਬ, ਸਾਡੀ ਸਰਕਾਰ ਨੇ ਕੈਂਸਰ ਦੇ ਨਾਮ ਦੇ ਉੱਤੇ ਇੱਕ ਟ੍ਰੇਨ ਤਾਂ ਚਲਾ ਦਿੱਤੀ ਜਿਹੜੀ ਕਿ ਬਠਿੰਡੇ ਤੋਂ ਬੀਕਾਨੇਰ ਜਾਂਦੀ ਆ ਕੈਂਸਰ ਪੇਸ਼ੈਂਟ ਲੈ ਕੇ, ਲੇਕਿਨ ਉਹਦੀ ਜੜ ਤੱਕ ਨਹੀਂ ਸਾਡੀਆਂ ਸਰਕਾਰਾਂ ਜਾ ਰਹੀਆਂ। ਉਹ ਟ੍ਰੇਨ ਕੈਂਸਰ ਵਾਲੀ ਨਹੀਂ ਸੀ, ਉਹ ਤਾਂ ਲੋਕਾਂ ਨੇ ਉਹਨੂੰ ਨਾਮ ਦਿੱਤਾ ਵਾ। ਆਈ ਮੀਨ ਕਿ ਚਾਹੇ ਉਹ ਨਾਮ ਲੋਕਾਂ ਨੇ ਦਿੱਤਾ, ਮੇਰਾ ਮਤਲਬ ਕਹਿਣ ਤੋਂ ਇਹ ਆ ਕਿ ਸਰਕਾਰ ਨੂੰ ਪਤਾ ਲੋਕਾਂ ਨੇ ਉਸ ਟ੍ਰੇਨ ਨੂੰ ਇਹ ਨਾਮ ਦੇ ਦਿੱਤਾ। ਕਿਉਂਕਿ ਪੇਸ਼ੈਂਟਸ ਦੀ ਮਾਤਰਾ ਇੰਨੀ ਜ਼ਿਆਦਾ ਵੱਧ ਗਈ ਕਿ ਉਹਦੇ ਵਿੱਚ ਕੈਂਸਰ ਪੇਸ਼ੈਂਟ ਹੀ ਜ਼ਿਆਦਾ ਜਾਂਦੇ ਆ। ਤੇ ਇਸ ਬੈਲਟ ਦੇ ਉੱਤੇ ਜਿਹੜੀ ਮਾਲਵਾ ਬੈਲਟ ਹੈਗੀ ਆ, ਇਸ ਬੈਲਟ ਦੇ ਉੱਤੇ ਜ਼ਿਆਦਾਤਰ ਜਿਹੜੇ ਮਰੀਜ਼ ਨੇ ਉਹ ਜਾਂ ਤਾਂ ਹਾਈਪਾਟਾਈਟਿਸ ਦੇ ਆ ਰਹੇ ਜਾਂ ਕੈਂਸਰ ਦੇ ਆ ਰਹੇ ਨੇ। ਲੇਕਿਨ ਪਤਾ ਹੈ ਰਾਜਸਥਾਨ ਚੋਂ ਕਿਤੋਂ ਨਾ ਕਿਤੋਂ ਗਲਤ ਪਾਣੀ ਲੀਕ ਹੋ ਕੇ ਸਾਡੇ ਪਾਣੀ 'ਚ ਮਿਕਸ ਹੋ ਚੁੱਕਿਆ ਹੈ ਔਰ ਇਹ ਪ੍ਰੋਬਲਮ ਆ ਚੁੱਕੀ ਹੈ। ਉਹਦੇ ਬਾਵਜੂਦ ਵੀ ਅਸੀਂ ਲੋਕ ਕੰਨਾਂ ਦੇ ਵਿੱਚ ਰੂੰ ਦੇ ਕੇ, ਪਬਲਿਕ ਵੀ ਤੇ ਇਹਨਾਂ ਨੇ ਤਾਂ ਸੌਣਾ ਹੀ ਆ, ਕਿਉਂਕਿ ਜੇ ਇਹ ਲੋਕ ਉੱਠ ਗਏ, ਜੇ ਇਹ ਲੋਕ ਕੁਝ ਕਰਨ ਲੱਗ ਗਏ, ਇਮਾਨਦਾਰੀ ਇਹਨਾਂ ਵਿੱਚ ਆ ਗਈ ਤਾਂ ਫਿਰ ਇਹ ਆਪਣੇ ਘਰ ਕਿਵੇਂ ਭਰਨਗੇ? ਤੇ ਲੋੜ ਹੈਗੀ ਆ ਸਾਡੀ ਜਨਤਾ ਨੂੰ ਹੀ ਜਾਗਣ ਦੀ, ਲੋੜ ਹੈਗੀ ਆ ਸਾਡੀ ਜਨਤਾ ਨੂੰ ਡਾਂਗਾ ਚੱਕਣ ਦੀ। ਮੈਂ ਤਾਂ ਕਹੂੰਗੀ ਸੌਰੀ ਟੂ ਸੇ, ਕਿਉਂਕਿ ਹੁਣ ਗੱਲਾਂ ਬਾਤਾਂ ਦੇ ਮਸਲਾ ਤਾਂ ਰਹਿ ਨਹੀਂ ਗਿਆ। ਜੇ ਹੁਣ ਜਿਵੇਂ ਡਾਂਗ ਚੱਕੀ ਅੰਦੋਲਨ ਨੇ ਜਾ ਕੇ ਬਾਰਡਰਾਂ ਦੇ ਉੱਤੇ, ਤਾਂ ਕਹਿੰਦੇ ਨੇ ਜਦੋਂ ਜਿਹੜਾ ਘਿਓ ਹੈ ਸਿੱਧੀ ਉਂਗਲ ਨਾਲ ਨਾ ਨਿਕਲੇ ਤਾਂ ਗਰੇਵਾਲ ਸਾਹਿਬ ਤੁਹਾਨੂੰ ਤਾਂ ਪਤਾ ਹੀ ਹੈ ਨਾ ਕਿ ਉਂਗਲ ਟੇਢੀ ਤਾਂ ਕਰਨੀ ਪੈਂਦੀ ਆ। ਸੋ ਇਸ ਕਰਕੇ ਨਹੀਂ, ਅੱਜ ਕੱਲ ਤਾਂ ਮੇਰਾ ਖਿਆਲ ਨਹੀਂ ਵੀ ਤੁਹਾਨੂੰ ਉਂਗਲੀ ਪੁੱਠੀ ਕਰਨੀ ਪੈਂਦੀ ਹੈ ਜਾਂ ਕੁੰਡੀ ਕਰਨੀ ਪੈਂਦੀ ਹੈ, ਸਿਰਫ ਇੱਕ ਆਵਾਜ਼ ਉਠਾਉਣ ਦੀ ਲੋੜ ਆ। ਉਹ ਆਵਾਜ਼ ਨੂੰ ਤੁਸੀਂ ਪੋਲੀਟੀਸ਼ੀਅਨਾਂ ਦੇ ਹੁਣ ਟਾਈਮ ਆ, ਵੋਟਾਂ ਵਾਸਤੇ ਆ ਰਹੇ ਨੇ। ਦਿਸ ਇਜ਼ ਦਾ ਟਾਈਮ, ਦੈਟਸ ਅ ਕਰੂਸ਼ੀਅਲ ਟਾਈਮ। ਹੁਣ ਤੁਸੀਂ ਕਿਹੜੇ ਬੰਦੇ ਨੂੰ ਵੋਟ ਪਾਉਣੀ ਆ, ਉਸ ਬੰਦੇ ਤੋਂ ਜਦੋਂ ਤੁਹਾਡੇ ਕੋਲ ਪਿੰਡ ਦੇ ਵਿੱਚ ਆਉਂਦਾ, ਉਸ ਬੰਦੇ ਤੋਂ ਉਹਨੂੰ ਲਿਖ ਕੇ ਉਹਨੂੰ ਦਿਖਾਵੋ ਜੇ ਆਹ ਸਾਡਾ ਕੰਮ ਕਰੇਗਾ ਤਾਂ ਅਸੀਂ ਤੈਨੂੰ ਵੋਟ ਪਾਵਾਂਗੇ। ਪਰ ਜੇ ਉਹ ਬੰਦਾ ਇੱਕ ਇੰਡੀਆ ਹੀ ਇੱਕ ਪੰਜਾਬ ਹੀ ਜਾਂ ਇੰਡੀਆ ਇਹੋ ਜਿਹਾ ਦੇਸ਼ ਆ ਜਿੱਥੇ ਕਿ ਐਜੂਕੇਸ਼ਨ ਮਿਨਿਸਟਰ ਉਹ ਬਣ ਸਕਦਾ ਜਿਹਨੇ ਕਿ ਐਜੂਕੇਸ਼ਨ ਦੇ ਫੰਡ ਖਾਤੇ ਹੋਣ। ਫੂਡ ਪ੍ਰੋਸੈਸ ਮਿਨਿਸਟਰ ਉਹੀ ਬਣ ਸਕਦਾ ਜਿਹਨੇ ਫੂਡ ਦੇ ਵਿੱਚ ਕਪਲੇ ਕੀਤੇ ਹੋਣ। ਤੇ ਇਹ ਇਹਨਾਂ ਦੀਆਂ ਪਾਸਟ, ਮੈਂ ਨਹੀਂ ਕਹਿ ਰਿਹਾ, ਇਹ ਤਾਂ ਉਹਨਾਂ ਦੀ ਪਾਸਟ ਹਿਸਟਰੀ ਆ। ਹੁਣ ਤੁਸੀਂ ਉਹਨਾਂ ਲੋਕਾਂ ਨੂੰ ਵੋਟ ਪਾਵੋ ਜਿਨ੍ਹਾਂ ਦੇ ਉੱਤੇ ਇਹ ਐਲੀਗੇਸ਼ਨ ਨਹੀਂ ਲੱਗੇ ਹੈਗੇ, ਉਹਨਾਂ ਨੂੰ ਚਾਂਸ ਦੇਵੋ। ਫਿਰ ਤੁਸੀਂ ਦੇਖੋ ਪੰਜਾਬ ਦਾ ਹਾਲ ਕੀ ਹੋਊਗਾ ਤੇ ਉਹਦੀ ਪ੍ਰੋਗਰੈਸ ਕੀ ਹੋਊਗੀ। ਜੀ ਬਿਲਕੁਲ। 1 ਮਿੰਟ ਚਾਹੂੰਗੀ ਮੈਂ ਗਰੇਵਾਲ ਸਾਹਿਬ ਤੁਹਾਡੇ ਕੋਲੋਂ। ਮੇਰੇ ਸਾਰੇ ਹੀ ਸਤਿਕਾਰਯੋਗ ਦੋਸਤ ਜੋ ਬੜੀ ਰੀਚ ਦੇ ਨਾਲ, ਬੜੀ ਲਗਨ ਦੇ ਨਾਲ ਤੁਹਾਨੂੰ ਸੁਣ ਰਹੇ ਨੇ,
ਦੋਸਤੋ ਮੈਂ ਤੁਹਾਨੂੰ ਇੱਥੇ ਇਹ ਗੱਲ ਕਹਿਣੀ ਚਾਹੂੰਗੀ ਸਾਰੇ ਹੀ ਆਪਣੇ ਪਿਆਰੇ ਪਿਆਰੇ ਸਰੋਤਿਆਂ ਨੂੰ ਕਿ ਇਹ ਜਿਹੜੀਆਂ ਗੱਲਾਂ ਗਰੇਵਾਲ ਸਾਹਿਬ ਤੁਹਾਡੇ ਨਾਲ ਕਰ ਰਹੇ ਨੇ, ਇਹ ਗੱਲਾਂ ਦਾ ਮਕਸਦ ਸ਼ਾਇਦ ਤੁਸੀਂ ਬਹੁਤ ਅੱਛੀ ਤਰ੍ਹਾਂ ਸਮਝ ਚੁੱਕੇ ਹੋਵੋਗੇ ਕਿ ਉਹਨਾਂ ਦਾ ਮਕਸਦ ਕੀ ਹੈ। ਇਹ ਗੱਲਾਂ ਕਰਨ ਦਾ ਉਹਨਾਂ ਦਾ ਮਕਸਦ ਇਹੀ ਹੈ ਕਿ ਅਸੀਂ ਸਾਰੇ ਜਿਹੜੇ ਸੁਣ ਰਹੇ ਹਾਂ ਉਹਨਾਂ ਦਾ ਇਹ ਮੈਸੇਜ ਅਸੀਂ ਗਲੀ ਗਲੀ ਦੇ ਵਿੱਚ, ਕੂਚੇ ਕੂਚੇ ਦੇ ਵਿੱਚ ਜਾ ਕੇ ਦਈਏ, ਇੱਕ ਇੱਕ ਇਨਸਾਨ ਦੇ ਕੰਨਾਂ ਤੱਕ ਅਸੀਂ ਇਹ ਆਵਾਜ਼ ਪਹੁੰਚਾਈਏ ਤਾਂ ਜੋ ਇਹ ਜਿਹੜੀਆਂ ਕਰੂਤੀਆਂ ਜੋ ਸਾਡੀ ਮੌਤ ਦੇ ਸਮਾਨ ਇਕੱਠੇ ਹੋ ਰਹੇ ਨੇ ਅਸੀਂ ਉਹਨਾਂ ਤੋਂ ਬਚ ਸਕੀਏ। ਔਰ ਇਹ ਆਪਣੀ ਡਿਊਟੀ ਸਮਝ ਕੇ 20 ਦਿਨਾਂ ਦੇ ਅੰਦਰ ਜਿਹੜੇ 20-25 ਦਿਨ ਰਹਿ ਗਏ ਨੇ ਇਹਨਾਂ ਦੇ ਵਿੱਚ ਅਸੀਂ ਆਪਣੀ ਸ਼ਿੱਦਤ ਦੇ ਨਾਲ ਆਪਣਾ ਜਿਹੜਾ 100% ਹੈਗਾ ਉਹ ਅਸੀਂ ਲਗਾ ਦਈਏ ਔਰ ਅਸੀਂ ਸਾਰੀ ਜਿਹੜਾ ਸਾਡਾ ਆਵਾਮ ਹੈ ਉਹਦੇ ਤੱਕ ਇਹ ਆਵਾਜ਼ ਪਹੁੰਚਾ ਕੇ, ਇਹ ਮੈਸੇਜ ਪਹੁੰਚਾ ਕੇ ਸ਼ਾਇਦ ਅਸੀਂ ਕੁਝ ਕੁ ਲੋਕਾਂ ਨੂੰ ਬਚਾ ਸਕੀਏ ਜੇ ਸਿਸਟਮ ਦੇ ਵਿੱਚ ਕੁਝ ਚੇਂਜ ਆ ਜਾਵੇ ਤਾਂ। ਤੇ ਹੁਣ ਮੈਂ ਸਰੋਤਿਆਂ ਨੂੰ ਇਹ ਬੇਨਤੀ ਕਰਨੀ ਚਾਹੂੰਗੀ ਕਿ ਥੋੜਾ ਜਿਹਾ ਅਸੀਂ ਆਉਨੇ ਆ ਸੈਰ ਸਪਾਟੇ ਵੱਲ, ਥੋੜਾ ਜਿਹਾ ਅਸੀਂ ਇਸ ਟੌਪਿਕ ਨੂੰ ਹੁਣ ਹਲਕਾ ਕਰਦੇ ਆ। ਹਲਕਾ ਮੀਨਸ ਥੋੜਾ ਜਿਹਾ ਲਾਈਟ ਕਰਦੇ ਆ। ਤੁਸੀਂ ਸ਼ਾਇਦ ਕਹਿ ਰਹੇ ਹੋਵੋਗੇ ਕਿ ਬੜਾ ਭਾਰੀ ਜਿਹਾ ਮੁੱਦਾ ਲੈ ਰੱਖਿਆ, ਕਿਉਂਕਿ ਇਹਨਾਂ ਮੁੱਦਿਆਂ ਦੀ ਅੱਜ ਕੱਲ੍ਹ ਬੜੀ ਜ਼ਰੂਰਤ ਹੈ ਦੋਸਤੋ। ਤੇ ਅਸੀਂ ਤੁਹਾਨੂੰ ਨਾਲ ਨਾਲ ਦਿਖਾਵਾਂਗੇ ਉਹ ਜਗ੍ਹਾ, ਉਹ ਵੀਡੀਓਜ਼ ਤੁਹਾਡੇ ਨਾਲ ਅਸੀਂ ਹੁਣੇ ਹੀ ਸਟੂਡੀਓ ਤੋਂ ਪਲੇ ਕਰਾਂਗੇ ਜਿੱਥੇ ਜਿੱਥੇ ਅੱਜ ਕੱਲ੍ਹ ਗਰੇਵਾਲ ਸਾਹਿਬ ਜਾ ਰਹੇ ਨੇ ਔਰ ਨਵੀਆਂ ਨਵੀਆਂ ਵੀਡੀਓਜ਼ ਸਾਨੂੰ ਭੇਜ ਕੇ ਉਹਨਾਂ ਸਾਰੀਆਂ ਜਗ੍ਹਾ ਤੋਂ ਜਿਹੜੀਆਂ ਕਿ ਵਿਦੇਸ਼ ਦੀ ਧਰਤੀ ਦੇ ਉੱਤੇ ਅਲੱਗ-ਅਲੱਗ ਤਰੀਕਿਆਂ ਦੇ ਨਾਲ ਬੜੇ ਸੋਹਣੇ ਨਜ਼ਾਰਿਆਂ ਦੇ ਨਾਲ ਜਿਨ੍ਹਾਂ ਨੂੰ ਅਸੀਂ ਘਰ ਬੈਠੇ ਦੇਖ ਕੇ ਉਹਨਾਂ ਦਾ ਆਨੰਦ ਮਾਣ ਸਕਦੇ ਹਾਂ। ਤੇ ਹੁਣ ਦੋਸਤੋ ਤੁਸੀਂ ਉਹ ਵੀਡੀਓਜ਼ ਦੇਖਣ ਲਈ ਵੀ ਤਿਆਰ ਹੋ ਜਾਓ ਤੇ ਨਾਲ ਨਾਲ ਉਹ ਕਿਹੜੀ ਜਗ੍ਹਾ ਹੈ ਕੀ ਹੈ ਉਹ ਐਕਸਪਲੇਨ ਕਰਨਗੇ ਗਰੇਵਾਲ ਸਾਹਿਬ ਆਪ। ਤੇ ਹਾਂਜੀ ਮੇਰੀ ਸਟੂਡੀਓ ਦੇ ਵਿੱਚ ਬੇਨਤੀ ਹੈ ਕਿ ਉਹ ਵੀਡੀਓ ਸਟਾਰਟ ਕੀਤੀਆਂ ਜਾਣ। ਮੇਰੇ ਹਿਸਾਬ ਨਾਲ ਇਹ ਜਗ੍ਹਾ 1440 ਤੇ 1445 ਤੱਕ ਦੀ काम के रखी है इन्होंने डोर लकड़ी के पुराने घर होंगे सी कई डोर यह जी डोर होंगे सी कई बड़े बड़े घर इन्हें साम के रखी है। भाई साहब हर एक चीज़ इन्हों इस तरह रखना पैंदा साम के अज भी इनू यूज़ कर रहे हैं, अज भी इस चीज़ बरतते हैं। लोग बैठे आ कोई ब्रेकफास्ट खा रहा, कोई सैंडविच खा रहा, जवाक बैठे ने शॉपिंग सेंटर अज भी इस जगह का आनंद लै रहे हैं। 1440 के बनी है 1440 1479 ਦੇ ਵਿੱਚ ਗੁਰੂ ਨਾਨਕ ਦੇਵ ਜੀ ਆਏ ਨੇ। ਅਸੀਂ ਕਿੰਨੀਆਂ ਚੀਜ਼ਾਂ ਸਾਂਭ ਕੇ ਰੱਖ ਲਈਆਂ ਯਾਰ। ਉਹ ਉੱਥੇ ਗੱਲ ਆ ਜਾਂਦੀ ਨਾ ਵੀ ਅਸੀਂ ਤਾਂ ਜਿਹੜਾ ਸਾਡਾ ਹੈਰੀਟੇਜ ਸੀ ਗੋਲਡਨ ਟੈਂਪਲ ਦਰਬਾਰ ਸਾਹਿਬ ਜਿਹਨੂੰ ਅਸੀਂ ਹਾਂਜੀ ਦੋਸਤੋ ਸਾਰੇ ਹੀ ਮੈਨੂੰ ਲੱਗਦਾ ਜਿਸ ਤਰ੍ਹਾਂ ਅਸੀਂ ਬੜੇ ਧਿਆਨ ਨਾਲ ਦੇਖ ਰਹੇ ਸੀਗੇ, ਤੁਸੀਂ ਸਾਰੇ ਹੀ ਬਹੁਤ ਪਿਆਰ ਨਾਲ ਬਹੁਤ ਧਿਆਨ ਨਾਲ ਦੇਖ ਕੇ ਮੈਨੂੰ ਲੱਗਦਾ ਇੰਨੇ ਕੁ ਵਿੱਚ ਖੁੱਭ ਗਏ ਹੋਵੋਗੇ। ਮੈਨੂੰ ਤਾਂ ਇਹ ਲੱਗ ਰਿਹਾ ਸੀ ਸ਼ਾਇਦ ਮੈਂ ਉੱਥੇ ਹੀ ਪ੍ਰੈਜ਼ੈਂਟ ਆ। ਮੈਂ ਖੁਦ ਉੱਥੇ ਇੰਨਾ ਇੰਜੋਏ ਫੀਲ ਕੀਤਾ ਇਸ ਵੀਡੀਓ ਨੂੰ ਦੇਖ ਕੇ ਕਿ ਮੈਨੂੰ ਉਹੀ ਫੀਲਿੰਗ ਆ ਰਹੀਆਂ ਸੀ ਕਿ ਮੈਂ ਖੁਦ ਉੱਥੇ ਇਸ ਟਾਈਮ ਉੱਥੇ ਖੜੀ ਹੋਈ ਹਾਂ। ਸੋ ਇਹਦੇ ਲਈ ਸਪੈਸ਼ਲ ਥੈਂਕਸ ਫਰੋਮ ਰੰਗ FM ਔਰ ਰੰਗ FM ਦੀ ਸਾਰੀ ਟੀਮ ਵੱਲੋਂ ਤੇ ਸਰੋਤਿਆਂ ਵੱਲੋਂ ਗਰੇਵਾਲ ਸਾਹਿਬ ਤੁਹਾਡਾ ਕਿ ਤੁਸੀਂ ਇਹ ਇੰਜੋਏ ਸਾਨੂੰ ਘਰ ਬੈਠੇ ਕਰਾ ਰਹੇ ਹੋ।
ਔਰ ਅਸੀਂ ਚਾਹਾਂਗੇ ਇਹ ਕਰਾਉਂਦੇ ਹੀ ਰਹੋ, ਕਿਉਂਕਿ Thank you. ਤੁਸੀਂ ਹਮੇਸ਼ਾ ਕੋਈ ਨਾ ਕੋਈ ਨਵੀਂ ਜਗ੍ਹਾ ਤੇ ਜਾਂਦੇ ਹੀ ਰਹਿਣਾ ਹੈ। ਤੁਹਾਡੇ ਅੰਦਰ ਇੱਕ ਕਿਉਰਿਓਸਿਟੀ ਰਹਿੰਦੀ ਹੈ ਕੁਝ ਨਾ ਕੁਝ ਨਵਾਂ ਦੇਖਣ ਦੀ, ਜਾਣਨ ਦੀ, ਉਹਦੀ ਸਰਚ ਕਰਨ ਦੀ। ਤੇ ਇਸ ਕਰਕੇ ਅਸੀਂ ਚਾਹੁੰਦੇ ਜਿਹੜਾ ਆਨੰਦ ਤੁਸੀਂ ਇਕੱਲੇ ਮਾਣ ਰਹੇ ਹੋ, ਕਿਉਂ ਨਾ ਰੰਗ FM ਤੇ ਰੰਗ FM ਦੀ ਸਾਰੀ ਟੀਮ ਤੇ ਸਾਰੇ ਸਰੋਤੇ ਤੁਹਾਡੇ ਨਾਲ ਉਹ ਇੰਜੋਏ ਕਰਨ। ਸੋ ਕਰ ਲਓ ਵਾਅਦਾ ਇੰਨਾ ਕੁ ਸਾਡੇ ਨਾਲ। ਧੰਨਵਾਦ ਜ਼ਰੂਰ ਜੀ। ਥੈਂਕ ਯੂ, ਉਹ ਥੈਂਕ ਯੂ ਵੈਰੀ ਕਹਿੰਦਾ ਮਚ। ਵੀ ਤੁਸੀਂ ਸਾਡਾ ਅੱਜ ਪਤਾ ਨਹੀਂ ਕਿਤੇ ਪ੍ਰਪੋਜ਼ ਡੇ ਆ, ਮੈਂ ਅੱਜ ਕਹਿੰਦੇ ਪਤਾ ਨਹੀਂ ਪ੍ਰਪੋਜ਼ਲ ਡੇ ਆ ਕਿ ਪ੍ਰਪੋਜ਼ ਡੇ ਆ। ਥੈਂਕ ਯੂ, ਤੁਸੀਂ ਸਾਡਾ ਇਹ ਪ੍ਰਪੋਜ਼ ਐਕਸੈਪਟ ਕੀਤਾ। ਅਸੀਂ ਦੇਖੋ ਇੱਕ ਹਮੇਸ਼ਾ ਮੈਂ ਸੋਚਦਾ ਹੁੰਦਾ ਕਿ ਜੇ ਤੁਸੀਂ ਕਿਸੇ ਚੀਜ਼ ਦਾ ਆਨੰਦ ਮਾਰੋ, ਜੀ ਬਣੋ, ਤਾਂ ਉਸ ਚੀਜ਼ ਦਾ ਤੁਸੀਂ ਆਪਦੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰੋ ਤੇ ਬਿਲਕੁਲ ਉਹਦੇ ਨਾਲ ਤੁਹਾਨੂੰ ਹੋਰ ਵੀ ਆਨੰਦ ਆਉਂਦਾ। ਬਿਲਕੁਲ। ਤਾਂ ਜ਼ਿੰਦਗੀ ਦੇ ਵਿੱਚ ਅਪ ਐਂਡ ਡਾਊਨ ਤਾਂ ਬਹੁਤ ਹੁੰਦੇ ਰਹਿੰਦੇ ਨੇ ਲਾਈਫ ਵਾਕਈ ਜ਼ਿੰਦਗੀ ਤੁਹਾਡੀ ਇਸ ਤਰ੍ਹਾਂ ਦੀ ਆ, ਲਾਈਫ ਇਸ ਤਰ੍ਹਾਂ ਅਸੀਂ ਕਹਿੰਦੇ ਹੁੰਦੇ ਆ ਕਿ 3 ਸਾਲ ਇਹਦੇ ਚੰਗੇ ਹੁੰਦੇ ਨੇ, 3 ਸਾਲ ਮਾੜੇ ਹੁੰਦੇ ਨੇ, 3 ਸਾਲ ਵਿਚਾਲੇ ਜਿਹੇ ਹੁੰਦੇ। ਇਹ ਇੱਕ ਤਰ੍ਹਾਂ ਦਾ ਗ੍ਰਾਫ ਬਣਿਆ ਹੋਇਆ, ਉਹਦੇ ਵਿੱਚ ਜਾਂਦੇ ਹੋ ਤੇ ਤੁਰਦੇ ਰਹੋ, ਕਦੇ ਸਟਾਪ ਨਾ ਕਰੋ, ਕਦੇ ਦਿਲ ਨਾ ਛੱਡੋ। ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ ਵੀ ਆਪਾਂ ਗਰੇਵਾਲ ਸਾਹਿਬ ਦੇਖਦੇ, ਇੱਕ ਦਿਨ ਬਹੁਤ ਵਧੀਆ ਨਿਕਲ ਜਾਂਦਾ ਹੈ ਔਰ ਇੱਕ ਦਿਨ ਬੜਾ ਮਾੜਾ ਨਿਕਲਦਾ ਹੈ। 2 ਦਿਨ ਅੱਛੇ ਨਿਕਲ ਗਏ, ਫਿਰ 2 ਦਿਨ ਬੁਰੇ ਨਿਕਲ ਗਏ। ਵਾਕਈ ਠੀਕ ਗੱਲ ਕਹੀ ਹੈ ਤੁਸੀਂ ਇਹ। ਔਰ ਇਹ ਤਾਂ ਰਿਕ ਬੰਦੇ ਦੇ ਵਿੱਚ ਜਿਹੋ ਜਿਹਾ ਉਹਦਾ ਜਿਸ ਤਰ੍ਹਾਂ ਦਾ ਉਹਦਾ ਪਲਾਨ ਹੁੰਦਾ, ਜਾਂ ਜਿਸ ਤਰ੍ਹਾਂ ਦੀ ਸੁਸਾਇਟੀ ਦੇ ਵਿੱਚ ਰਹਿੰਦਾ ਹੁੰਦਾ, ਉੱਡਾ ਕਿ ਉਹਦੇ ਚੜਾ ਆਉਂਦਾ ਹੀ ਰਹਿੰਦਾ ਵਾ। ਜੀ ਮੈਂ ਇਸ ਬਿਲਕੁਲ ਚੀਜ਼ ਨੂੰ ਕਦੇ ਲੰਬੇ ਸਾਹ ਨਾਲ ਨਹੀਂ ਸੋਚਿਆ ਹੈਗਾ ਕਿ ਆਉਂਦਾ ਅਪ ਐਂਡ ਡਾਊਨ ਦੇ ਨਾਲ ਤੁਸੀਂ ਸਬਰ ਦਾ ਸਾਹ ਭਰ ਕੇ ਤੁਸੀਂ ਗਾਹਾਂ ਤੁਰਦੇ ਰਹਿੰਦੇ ਹੋ ਇੱਕ ਕਦਮ ਮੂਹਰੇ, ਤੇ ਇੰਜੋਏ ਕਰੋ ਲਾਈਫ ਦੇ ਵਿੱਚ। ਆਪਾਂ ਜੇ ਤੁਸੀਂ ਗੱਲ ਕਰਨੀ ਹੈ ਵੀ ਗਰੇਵਾਲ ਸਾਹਿਬ, ਤੁਹਾਡੀ ਮੈਨੂੰ ਇਹ ਗੱਲ ਬਹੁਤ ਅੱਛੀ ਲੱਗੀ, ਅੱਛੀ ਨਹੀਂ ਲੱਗੀ ਬਲਕਿ ਕਲਿੱਕ ਕੀਤੀ ਕਿ ਜਿਹੜੀ ਤੁਸੀਂ ਇਹ ਗੱਲ ਕਹੀ ਹੈਗੀ ਆ ਕਿ ਜਿਹੜਾ ਤੁਸੀਂ ਇੰਜੋਏ ਕਰ ਰਹੇ ਹੋ ਜਾਂ ਤੁਸੀਂ ਅੱਛੇ ਪਲ ਕਲੈਕਟ ਕਰ ਰਹੇ ਹੋ, ਤੁਸੀਂ ਉਹ ਆਪਣੇ ਯਾਰਾਂ ਦੋਸਤਾਂ ਦੇ ਨਾਲ ਸ਼ੇਅਰ ਕਰੋ, ਆਪਣੇ ਰਿਸ਼ਤੇਦਾਰਾਂ ਦੇ ਨਾਲ ਸ਼ੇਅਰ ਕਰੋ। ਕਿਉਂਕਿ ਦੇਖੋ ਇਸ ਦੁਨੀਆ ਦੇ ਵਿੱਚ ਹੰਝੂ ਦੇਣ ਵਾਲੇ, ਰਵਾਉਣ ਵਾਲੇ, ਆਂਸੂ ਦੇਣ ਵਾਲੇ ਬਹੁਤ ਹੁੰਦੇ ਨੇ, ਪਰ ਖੁਸ਼ੀਆਂ ਵੰਡਣ ਵਾਲੇ ਤੁਹਾਡੇ ਵਰਗੇ ਕਿਰਦਾਰ ਬਹੁਤ ਘੱਟ ਹੁੰਦੇ, ਜਿਹੜੇ ਇਹ ਚਾਹੁੰਦੇ ਨੇ ਕਿ ਮੈਂ ਖੁਸ਼ ਹਾਂ ਤੇ ਮੇਰਾ ਆਲਾ ਦੁਆਲਾ ਵੀ ਖੁਸ਼ ਰਹੇ, ਮੈਂ ਹੱਸ ਰਿਹਾ ਤੇ ਮੇਰੇ ਨਾਲ ਵਾਲੇ, ਮੇਰੇ ਯਾਰ ਦੋਸਤ ਰਿਸ਼ਤੇਦਾਰ ਵੀ ਹੱਸਣ, ਮੈਂ ਇੰਜੋਏ ਕਰ ਰਿਹਾ ਤੇ ਮੇਰੇ ਨਾਲ ਵਾਲੇ ਵੀ ਇੰਜੋਏ ਕਰਨ। ਅਦਰਵਾਈਜ਼ ਜ਼ਿਆਦਾਤਰ ਅੱਜ ਦੀ ਜਿਹੜੀ ਲੋਕਾਂ ਦੀ ਫਿਤਰਤ ਸਾਡੇ ਲੋਕਾਂ ਦੀ ਬਣ ਚੁੱਕੀ ਹੈ, ਮੈਂ ਇਨਕਲੂਡ ਮੀ, ਮੈਂ ਕਿਸੇ ਤੇ ਐਲੀਗੇਸ਼ਨ ਨਹੀਂ, ਮੈਂ ਆਪਣੇ ਤੋਂ ਸ਼ੁਰੂ ਕਰਦੀ ਹਾਂ। ਅਸੀਂ ਲੋਕ ਇਹ ਸੋਚਦੇ ਹਾਂ, ਇੰਨੇ ਸੈਲਫਿਸ਼ ਹੋ ਚੁੱਕੇ ਹਾਂ ਕਿ ਮੈਂ ਖੁਸ਼ ਹੋਣਾ ਚਾਹੀਦਾ, ਦੂਸਰਾ ਜਾਵੇ ਪੱਠੇ 'ਚ, ਮੈਨੂੰ ਹਾਸੀ ਆਣੀ ਚਾਹੀਦੀ ਹੈ, ਦੂਸਰਾ ਰੋਂਦਾ ਰੋਵੇ, ਦਫਾ ਹੋਵੇ ਜਿੱਥੇ ਹੋਣਾ ਉਹਨੇ। ਲੇਕਿਨ ਤੁਹਾਡੇ ਵਰਗੇ ਜਿਹੜੇ ਕਿਰਦਾਰ ਨੇ ਉਹ ਅੱਜ ਵੀ ਆਪਣੀਆਂ ਖੁਸ਼ੀਆਂ ਦੂਸਰਿਆਂ ਦੇ ਨਾਲ ਵੰਡ ਕੇ ਦੂਸਰਿਆਂ ਨੂੰ ਹਾਸੇ ਵੰਡਦੇ ਨੇ, ਖੁਸ਼ੀਆਂ ਵੰਡਦੇ ਨੇ। ਇਹਦੇ ਲਈ ਸਾਡੀ ਦਿਲੋਂ ਦੁਆ ਹੈ ਤੁਹਾਡੇ ਲਈ, ਪਰਮਾਤਮਾ ਤੁਹਾਨੂੰ ਤੰਦਰੁਸਤੀਆਂ ਬਖਸ਼ਣ, ਚੜ੍ਹਦੀ ਕਲਾ ਬਖਸ਼ਣ, ਲੰਬੀਆਂ ਉਮਰਾਂ ਬਖਸ਼ਣ ਤੇ ਰੰਗ FM ਦੇ ਨਾਲ ਤੁਸੀਂ ਜੁੜੇ ਰਹੋ, ਸਾਡੇ ਸਰੋਤਿਆਂ ਦੇ ਨਾਲ ਜੁੜੇ ਰਹੋ, ਸਾਡੇ ਤੋਂ ਵੱਖ ਨਾ ਹੋਇਓ ਕਦੀ ਬਸ। ਔਰ ਇਸ ਤੋਂ ਪਹਿਲਾਂ ਕਿ ਤੁਸੀਂ ਕੋਈ ਮੈਸੇਜ ਦੇ ਕੇ ਜਾਵੋ, ਤੇ ਅਸੀਂ ਹੁਣ ਆਪਣੇ ਸਰੋਤਿਆਂ ਦੇ ਜਿਹੜੇ ਮੈਸੇਜ ਨੇ ਉਹ ਰੂਬਰੂ ਕਰਾਂਗੇ ਤੁਹਾਡੇ। ਮੇਰਾ ਮੈਸੇਜ ਤਾਂ ਇਹੀ ਹੈ ਜੀ, ਦੇਖੋ ਪੰਜਾਬ ਨੂੰ ਦੇ ਵਿੱਚ ਅੱਜ ਇਲੈਕਸ਼ਨਾਂ ਹੋ ਰਹੀਆਂ ਨੇ, ਵੋਟ ਤੁਸੀਂ ਪਾਉਣੀ ਆ, ਬਹੁਤ ਗੁੱਡ ਟਾਈਮ ਆ ਅੱਜ, ਤੁਸੀਂ ਚੰਗਾ ਟਾਈਮ ਆ, ਤੁਹਾਡੇ ਨਾਲ ਮੈਂ ਗੱਲ ਕਰ ਰਿਹਾ, ਤੁਹਾਨੂੰ ਮੈਂ ਮੈਸੇਜ ਭੇਜ ਰਿਹਾ ਕਿ ਅੱਜ ਤੁਸੀਂ ਤੁਹਾਡੀ ਵੋਟ ਦੀ ਕੀਮਤ ਪੈਸਿਆਂ ਨਾਲ ਨਾ ਉਹਨੂੰ ਤੁਸੀਂ ਦੇਖੋ ਕਿ ਮੈਨੂੰ 4 ਪੈਸੇ ਮਿਲ ਜਾਣਗੇ ਇਸ ਵੋਟ ਦੇ। ਤੁਹਾਨੂੰ ਇਸ ਵੋਟ ਦੇ ਪੈਸੇ ਚੰਗੇ ਉਮੀਦਵਾਰ ਨੂੰ ਵੋਟ ਪਾ ਕੇ, ਚੰਗੀ ਸਰਕਾਰ ਬਣਾ ਕੇ, ਉਹਦਾ ਜ਼ਿਆਦਾ ਕੀਮਤ ਤੁਹਾਨੂੰ ਮਿਲੂਗੀ ਜ਼ਿੰਦਗੀ ਦੇ ਵਿੱਚ। ਤੇ ਫਿਰ ਪੰਜਾਬੀਓ, ਮੈਂ ਤੁਹਾਨੂੰ ਇਸ ਚੀਜ਼ ਤੇ ਦਾਅਵਾ ਕਰਦਾ ਕਿ ਅੱਜ ਪੰਜਾਬੀਆਂ ਦਾ ਨਾਂ ਬਣਾਉਣਾ, ਇਹ ਪੰਜਾਬ ਨੇ ਇੱਕ ਸ਼ੁਰੂਆਤ ਕੀਤੀ ਚੀਜ਼ ਨੂੰ, ਪੰਜਾਬ ਇੰਡੀਆ ਦੇ ਵਿੱਚ ਚੰਗੀ ਡੈਮੋਕ੍ਰੇਸੀ, ਚੰਗੇ ਲੀਡਰ ਚੁਣਨ ਦੀ, ਉਹ ਪੰਜਾਬ ਤੋਂ ਸ਼ੁਰੂ ਹੋਈ ਆ। ਤੇ ਅੱਜ ਤੁਹਾਡਾ ਬਾਹਰ ਆ ਕੇ ਚੰਗੀ ਵੋਟ ਪਾ ਕੇ, ਚੰਗੇ ਲੀਡਰਾਂ ਨੂੰ ਵੋਟ ਪਾ ਕੇ
ਤੁਸੀਂ ਆਪ ਦਾ ਨਹੀਂ ਭਵਿੱਖ ਬਣਾਉਣਾ, ਤੁਸੀਂ ਆਪ ਦੇ ਆਉਣ ਵਾਲੀ ਜਨਰੇਸ਼ਨ ਦਾ ਭਵਿੱਖ ਬਣਾਉਣਾ। ਤੇ ਸਾਡੇ ਜੀ ਵਰਗੇ ਬਿਲਕੁਲ ਜਿਹੜੇ ਬਾਹਰ ਬੰਦੇ ਬੈਠੇ ਨੇ ਉਹਨਾਂ ਦਾ ਵੀ ਤੁਸੀਂ ਭਵਿੱਖ ਪੰਜਾਬ ਦੇ ਵਾਪਸ ਆਉਣ ਵਾਸਤੇ ਬਣਾਉਣਾ। ਜੀ ਤੇ ਇੰਨਾ ਮੈਂ ਤੁਹਾਡਾ ਆਹੀ ਮੇਰਾ ਮੈਸੇਜ ਅੱਜ ਦਾ ਮੈਂ ਤੁਹਾਨੂੰ ਦੇ ਰਿਹਾ ਕਿ ਤੁਸੀਂ ਆਪਦੇ ਵਾਸਤੇ ਨਹੀਂ ਵੋਟ ਪਾਉਣੀ ਹੈਗੀ, ਇਸ ਤੁਸੀਂ ਸਾਡੇ ਵਾਸਤੇ ਵੀ ਪਾਉਣੀ ਆ। ਜੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਚੰਗੀ ਡੈਮੋਕ੍ਰੇਸੀ ਹੋਊਗੀ, ਚੰਗੇ ਲੀਡਰ ਬਣੇ ਹੋਣਗੇ, ਚੰਗਾ ਦੁੱਧ ਮਿਲੂਗਾ, ਚੰਗਾ ਪਾਣੀ ਮਿਲੂਗਾ, ਅਸੀਂ ਵੀ ਆ ਕੇ ਪੀਣਾ ਵਾ। ਇਸ ਕਰਕੇ ਮੈਂ ਰੌਲਾ ਪਾ ਰਿਹਾ, ਇਸ ਕਰਕੇ ਮੈਂ ਕਹਿ ਰਿਹਾ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਆ ਉਹ, ਸਾਡੇ ਗੁਰੂਆਂ ਪੀਰਾਂ ਦੀ ਧਰਤੀ ਆ ਕਿ ਇਸ ਨੂੰ ਬਚਾ ਕੇ ਰੱਖੋ ਤੇ ਜਿੰਨਾ ਸਾਡਾ ਫਰਜ਼ ਬਣਦਾ ਅਸੀਂ ਕਰ ਰਹੇ ਹਾਂ ਤੇ ਕਰਦੇ ਰਹਾਂਗੇ। ਸਤਿ ਸ਼੍ਰੀ ਅਕਾਲ। ਥੈਂਕ ਯੂ ਵੈਰੀ ਮਚ ਗਰੇਵਾਲ ਸਾਹਿਬ। ਔਰ ਮੈਂ ਇਹ ਉਮੀਦ ਕਰਦੀ ਹਾਂ ਕਿ ਸਾਡੇ ਸਰੋਤੇ ਜਿਨ੍ਹਾਂ ਨੇ ਤੁਹਾਡਾ ਮੈਸੇਜ ਸੁਣਿਆ ਉਹ ਮੈਕਸਿਮਮ ਇਸ ਮੈਸੇਜ ਨੂੰ ਆਵਾਮ ਦੇ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰਨਗੇ, ਔਰ ਕਿਉਂਕਿ ਇਹ ਉਹਨਾਂ ਦਾ ਇੱਕ ਇਖਲਾਕੀ ਤੌਰ ਤੇ ਇੱਕ ਫਰਜ਼ ਵੀ ਬਣਦਾ। ਤੇ ਹੁਣ ਆਪਾਂ ਹੁੰਨੇ ਆ ਜੀ ਸਰੋਤਿਆਂ ਦੇ ਰੂਬਰੂ, ਔਰ ਮੈਂ ਸਰੋਤਿਆਂ ਨੂੰ ਪਹਿਲਾਂ ਇੱਕ ਗੱਲ ਦੀ ਪਹਿਲਾਂ ਹੀ ਮਾਫੀ ਮੰਗਣੀ ਚਾਹੂੰਗੀ ਕਿ ਜਿੰਨੇ ਕੁ ਮੈਸੇਜ ਮੈਨੂੰ ਤੁਹਾਡੇ ਸ਼ੋਅ ਹੋ ਰਹੇ ਨੇ ਉਹ ਮੈਂ ਜ਼ਰੂਰ ਪੜੂੰਗੀ, ਕਿਉਂਕਿ ਥੋੜੀ ਜੀ ਪ੍ਰੋਬਲਮ ਹੈ ਇੱਥੇ ਦੂਸਰੇ ਫੋਨ ਦੇ ਕਾਰਨ, ਔਰ ਜਿਹੜੇ ਰਹਿ ਗਏ ਉਹਦੇ ਲਈ ਮੈਂ ਪਹਿਲਾਂ ਹੀ ਤੁਹਾਡੇ ਕੋਲੋਂ ਹੱਥ ਜੋੜ ਕੇ ਮਾਫੀ ਮੰਗ ਲੈਂਦੀ ਹਾਂ। ਉਹਨਾਂ ਦਾ ਮੈਂ ਰਿਟਰਨ 'ਚ ਜਵਾਬ ਦੇ ਕੇ ਤੁਹਾਡਾ ਰਿਗਾਰਡ ਕਰਾਂਗੀ। ਸੋ ਸਭ ਤੋਂ ਪਹਿਲਾਂ ਨੇ ਜੀ ਸਾਡੇ ਆਰਜੇ ਰੰਗ ਤੋਂ ਗਰੇਵਾਲ ਸਾਹਿਬ ਤੁਹਾਡੇ ਲਈ ਮੈਸੇਜ ਹੈ ਜੀ। gracious welcome to our guest Mr. Charanjit Singh Garewal। ਵਾਹ ਜੀ ਵਾਹ, ਵਾਹ ਜੀ ਵਾਹ। ਅੱਗੇ ਦੀਪ ਸੰਧੂ ਜੀ ਆਏ ਨੇ ਜੀ। ਦੀਪ ਸੰਧੂ ਜੀ ਕਹਿ ਰਹੇ ਨੇ ਜੀ ਆਇਆਂ ਨੂੰ ਸਰਦਾਰ ਚਰਨਜੀਤ ਸਿੰਘ ਗਰੇਵਾਲ ਸਾਹਿਬ, ਆਪ ਦਾ ਰੰਗ FM ਟੀਮ ਵੱਲੋਂ ਤਹਿ ਦਿਲੋਂ ਸਵਾਗਤ ਹੈ ਜੀ, ਸਵਾਗਤ ਹੈ ਜੀ ਤੁਹਾਡਾ। ਅੱਗੇ ਦੀਪ ਸੰਧੂ ਜੀ ਕਹੇ ਹਾਊ ਸਵੀਟ ਜੇਪਾਲ ਜੀ, ਥੈਂਕ ਯੂ ਦੀਪ ਜੀ, ਥੈਂਕ ਯੂ ਵੈਰੀ ਮਚ। ਮੈਨੂੰ ਪਤਾ ਨਹੀਂ ਤੁਸੀਂ ਕਿਹੜੀ ਗੱਲ ਤੋਂ ਹੱਸੇ ਹੋ, ਥੋੜਾ ਹਾ ਦੀ ਆਈ ਹੈ, ਔਰ ਮੈਨੂੰ ਸਭ ਤੋਂ ਵੱਡੀ ਖੁਸ਼ੀ ਇਹ ਹੋਈ ਹੈ ਕਿ ਬੜੇ ਦਿਨਾਂ ਦੇ ਬਾਅਦ, ਕਿਉਂਕਿ ਜਿਸ ਦੌਰ ਚੋਂ ਤੁਸੀਂ ਚੱਲ ਰਹੇ ਹੋ, ਜਿਸ ਦੌਰ ਚੋਂ ਤੁਸੀਂ ਗੁਜ਼ਰ ਰਹੇ ਹੋ, ਪਰਮਾਤਮਾ ਦਾ ਲੱਖ ਲੱਖ ਸ਼ੁਕਰ ਹੈ ਕਿ ਅੱਜ ਸਾਡੇ ਵੀਰ ਜੀ ਹਸਪੀਟਲ ਤੋਂ ਡਿਸਚਾਰਜ ਹੋ ਕੇ ਘਰ ਆਏ ਨੇ, ਔਰ ਤਾਂ ਤੁਹਾਡੇ ਮੂੰਹ ਦੇ ਉੱਤੇ ਇਹ ਜਿਹੜੀ ਛੋਟੀ ਜੀ ਇੱਕ ਹੱਸੀ ਆਈ ਹੈ, ਉਹਦਾ ਕਾਰਨ ਵੀ ਇਹੀ ਹੈ ਕਿ ਅੱਜ ਵਾਹਿਗੁਰੂ ਨੇ ਸਾਡੀਆਂ ਅਰਦਾਸਾਂ ਨੂੰ ਕਬੂਲ ਕੀਤਾ, ਔਰ ਉਹ ਤੰਦਰੁਸਤ ਹੋ ਕੇ ਹਸਪੀਟਲ ਤੋਂ ਤੰਦਰੁਸਤ ਮੀਨਸ ਉਹ ਆਪਣੀ ਰਿਕਵਰੀ ਵਧੀਆ ਕਰ ਰਹੇ ਨੇ ਤੇ ਘਰ ਆਏ ਨੇ, ਔਰ ਤੁਸੀਂ ਟੈਨਸ਼ਨ ਫਰੀ ਹੋਏ ਹੋ। तो परमात्मा हमेशा ही तुहाडे अंग संग रहन। अगे आरजे रंग फिर कह रहे हैं जी बेस्ट कन्वर्सेशन। दीप संधू जी कहते आपने चलंत मुद्दा चुक्या है, बहुत शुक्रिया, शुक्रिया गरेवाल साहब। सुखवीर चट्ठा जी आए ने जी जलंधर तो कहते सत श्री अकाल रंग FM की समूची टीम नू। दीप संधू जी फिर कह रहे हैं आला जानकारी जी। और सुखवीर चट्ठा जी कहते बहुत वधिया जानकारी। दीप संधू जी कह रहे हैं हा 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 फड्डू वाली गल बहुत कुछ समझ आ गई। डड्डू वाली लिखिया या शायद ਬੇਬੀ ਕੁਝ ਸਪੈਲਿੰਗਸ 'ਚ ਕਈ ਵਾਰ ਲਿਖਣ ਵੇਲੇ ਗੱਲ ਹੋ ਜਾਂਦੀ ਆ। ਤੇ ਸਭ ਤੋਂ ਵੱਡੀ ਗੱਲ ਮੈਂ ਵਾਹਿਗੁਰੂ ਦੀ ਲੱਖ ਲੱਖ ਸ਼ੁਕਰਗੁਜ਼ਾਰ ਆ ਕਿ ਅੱਜ ਦੀਪ ਸੰਧੂ ਜੀ ਦੇ ਮੂੰਹ ਦੇ ਉੱਤੇ ਹੱਸੀ ਆਈ ਆ। ਵਾਹਿਗੁਰੂ ਦਾ ਸ਼ੁਕਰ ਹੈ। ਸਾਰੇ ਸਰੋਤੇ ਵੀ ਬਹੁਤ ਖੁਸ਼ ਹੋਣਗੇ ਜਾਣ ਕੇ ਕਿ ਸਾਡੇ ਜਿਹੜੇ ਆਰਜੇ ਰੰਗ ਨੇ ਜੀ ਕਹਿੰਦੇ ਇੱਕ ਇੱਕ ਗੱਲ ਸਹੀ ਸਰ। ਅੱਗੇ ਫਿਰ ਕਹਿ ਰਹੇ ਨੇ ਮੈਡਮ ਗਰੇਵਾਲ ਦੇ ਸਵਾਲ ਸਟੀਕ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਸਾਡੇ ਡਾਕਟਰ ਪਰਮਜੀਤ ਸਿੰਘ ਤੰਜੂ ਜੀ ਆਏ ਨੇ ਜੀ, ਜਿਹੜੇ ਕਹਿ ਰਹੇ ਨੇ ਕਿ ਸਾਡੇ ਕੋਲ पिछले 20-30 साल तो गरेवाल साहब गौर करना जी जरा प्लीज। इन्हां दा जिहड़ा कमेंट है वो बड़ा मूल्यवान हैगा तुहाडे जिस टॉपिक ते तुसी अज डिस्कस कीती आ। कहंदे साडे कोल पिछले 20-30 साल तो नकली एनीमल फूड नाल बीमार लोकां दी गिनती वधी है। अज तो 40 साल पहला दिल दे मरीज बहुत घट हुंदे सी, टोटल दा 5% अज हालत खराब है। लीवर दे केस ना मूजब सन, अज हालत बहुत चिंताजनक है, ਜਿਹੜੀ ਕਿ ਆਲਰੇਡੀ ਤੁਸੀਂ ਦੱਸ ਚੁੱਕੇ ਹੋ ਸਾਰਾ ਕੁਝ। ਉਸ ਤੁਹਾਡੀ ਗੱਲ ਨੂੰ ਅੱਗੇ ਹਾਮੀ ਭਰੀ ਆ ਡਾਕਟਰ ਪਰਮਜੀਤ ਸਿੰਘ ਤੰਜੂ ਜੀ ਨੇ। ਅੱਗੇ ਦੀਪ ਸੰਧੂ ਜੀ ਫਿਰ ਕਹਿ ਰਹੇ ਨੇ ਜੀ ਬਿਲਕੁਲ ਸਹੀ ਫਰਮਾਇਆ। ਔਰ ਸਾਡੇ ਆਰਜੇ ਰੰਗ ਕਹਿ ਰਹੇ ਨੇ ਗ੍ਰੇਟ ਸਰ। ਅੱਗੇ ਸਾਡੇ ਬਹੁਤ ਹੀ ਸਤਿਕਾਰਯੋਗ ਜਤਿੰਦਰ ਕੌਰ ਬਵਾਲ ਜੀ। ਸਾਰੇ ਹੀ ਸਰੋਤਿਆਂ ਦਾ ਮੈਂ ਇੱਕ ਵਾਰ ਦੇ ਵਿੱਚ ਨਾ ਕਰਦੇ ਇੱਕੋ ਵਾਰੀ ਦੇ ਵਿੱਚ ਵੈਲਕਮ ਕਰਦੀ ਹਾਂ ਜੀ, ਜੀ ਆਇਆਂ ਕਹਿੰਦੀ ਹਾਂ ਮੈਂ ਤੁਹਾਨੂੰ ਸਾਰਿਆਂ ਨੂੰ, ਜਿਹੜੇ ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ रंग FM ਦੇ ਉੱਤੇ ਇਹ ਪ੍ਰੋਗਰਾਮ ਦੇਖ ਰਹੇ ਹੋ ਔਰ ਆਪਣਾ ਕੀਮਤੀ ਟਾਈਮ ਦੇ ਰਹੇ ਹੋ, ਕਿਉਂਕਿ ਸਾਡੇ ਟਾਈਮ ਨਾਲੋਂ ਵੀ ਜ਼ਿਆਦਾ ਕੀਮਤੀ ਨੇ ਗਰੇਵਾਲ ਸਾਹਿਬ ਦੇ ਵਿਚਾਰ, ਗਰੇਵਾਲ ਸਾਹਿਬ ਦੇ ਜਿਹੜੇ ਮੈਸੇਜ ਨੇ ਸਾਡੇ ਲਈ, ਜੋ ਅੱਜ ਦਾ ਟਾਈਮ ਚੱਲ ਰਿਹਾ ਹੈ। ਜਤਿੰਦਰ ਕੌਰ ਬਵਾਲ ਜੀ ਕਹਿ ਰਹੇ ਨੇ ਹੁਣ ਕੀੜੀਆਂ ਦੇ ਘਰਾਂ 'ਚ ਨਰਾਇਣ ਆਉਣਗੇ, ਲਾਰੇ ਦੇਣ ਵੋਟਾਂ ਲੈਣ ਆਉਣਗੇ। ਵਾਹ ਕਮਾਲ ਕਰਦੀ, ਵਾਹ ਜੀ ਵਾਹ। ਥੈਂਕ ਯੂ ਭੈਣ ਜੀ, ਥੈਂਕ ਯੂ ਸੋ ਮਚ। ਵਾਕਈ ਤੁਸੀਂ ਬਹੁਤ ਗਜਬ ਦੀ ਗੱਲ ਕੀਤੀ ਆ
ਦੀਪ ਸੰਧੂ ਜੀ ਕਹਿ ਰਹੇ ਨੇ ਵਾਹ ਜੇਪਾਲ ਗਰੇਵਾਲ ਜੀ, ਥੈਂਕ ਯੂ ਜੀ, ਥੈਂਕ ਯੂ। ਵਾਹ ਤਾਂ ਦੀਪ ਜੀ, ਵਾਹ ਤਾਂ ਤੁਹਾਡੀ ਕਰਨੀ ਚਾਹੀਦੀ ਹੈ ਮੈਨੂੰ, ਜਿਹੜੇ ਮੈਨੂੰ ਇਸ ਦੇ ਕਾਬਿਲ ਬਣਾ ਰਹੇ ਹੋ ਤੁਸੀਂ। ਸੋ ਆਰਜੇ ਰੰਗ ਕਹਿ ਰਹੇ ਨੇ ਜੀ ਵਰਥ ਕੁਐਸਚਨਸ। ਜਤਿੰਦਰ ਕੌਰ ਬਵਾਲ ਜੀ, ਸਤਿਕਾਰ ਹੈ ਜੀ ਤੁਹਾਡਾ ਸਤਿਕਾਰ ਕਰ ਰਹੇ ਨੇ ਜੀ ਜਤਿੰਦਰ ਕੌਰ ਬਵਾਲ ਜੀ। ਦੀਪ ਸੰਧੂ ਜੀ ਕਹਿ ਰਹੇ ਨੇ ਖਰੀਆਂ ਸੱਚੀਆਂ ਗੱਲਾਂ ਸਰ। ਫਿਰ ਅੱਗੇ ਸਾਡੇ ਜਤਿੰਦਰ ਕੌਰ ਬਵਾਲ ਜੀ ਕਹਿ ਰਹੇ ਨੇ ਇਹਨਾਂ ਦੇ ਮੁੰਡੇ ਐਸ਼ ਕਰਨ ਨੂੰ ਤੇ ਬਾਰਡਰਾਂ ਤੇ ਮਰਨ ਵਾਲਿਆਂ ਦੇ ਪਰਿਵਾਰ ਰੋਲਦੇ ਨੇ, ਵਿੱਚ ਕੋਈ ਦੋ ਰਾਏ ਨਹੀਂ, ਆਪਾਂ ਪਹਿਲਾਂ ਇਸ ਬਾਰੇ ਗੱਲ ਕਰ ਹੀ ਚੁੱਕੇ। ਬਿਲਕੁਲ ਭੈਣ ਜੀ, ਬਿਲਕੁਲ ਤੁਸੀਂ ਇਹ ਗੱਲ ਠੀਕ ਦੱਸੀ ਕਹੀ ਹੈ ਜੀ। ਅੱਗੇ ਡਾਕਟਰ ਪਰਮਜੀਤ ਧੰਜੂ ਫਿਰ ਕਹਿ ਰਹੇ ਨੇ ਸਹੀ ਕਹਿ ਰਹੇ ਹੋ ਗਰੇਵਾਲ ਮੈਡਮ ਜੀ, ਥੈਂਕ ਯੂ ਡਾਕਟਰ ਸਾਹਿਬ, ਥੈਂਕ ਯੂ ਵੈਰੀ ਮਚ ਜੀ। ਅੱਗੇ ਜਤਿੰਦਰ ਕੌਰ ਬਵਾਲ ਜੀ, ਅਸੀਂ ਤਾਂ ਬੋਤਲ ਤੇ ਵਿਕ ਜਾਣਾ ਜੀ, ਸਾਡੀ ਤਰਾਸਦੀ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਅਸੀਂ ਬੋਤਲਾਂ ਤੇ ਵੀ ਵਿਕਾਂਗੇ, ਅਸੀਂ ਸੂਟਾਂ ਤੇ ਵੀ ਵਿਕਾਂਗੇ, ਔਰ ਹੁਣ ਥੋੜੀ ਜਿਹੀ ਕੀਮਤ ਸਾਡੀ ਜ਼ਿਆਦਾ ਲੱਗਣ ਲੱਗ ਗਈ, ਅਸੀਂ ਫਰਿੱਜਾਂ ਤੇ ਵੀ ਵਿਕਾਂਗੇ, ਅਸੀਂ ਵਾਸ਼ਿੰਗ ਮਸ਼ੀਨਾਂ ਤੇ ਵੀ ਵਿਕਾਂਗੇ, ਕਿਉਂਕਿ ਥੋੜੀ ਕੀਮਤ ਵੱਧਦੀ ਜਾ ਰਹੀ ਹੈ। ਇਸ ਤੋਂ ਵੱਡੀ ਸ਼ਰਮਨਾਕ ਗੱਲ ਕੀ ਹੋ ਸਕਦੀ ਹੈ ਗਰੇਵਾਲ ਸਾਹਿਬ? ਮਹਿੰਗਾਈ ਹੋ ਗਈ ਜੀ। ਹਾਂ, ਮਹਿੰਗਾਈ ਹੋ ਗਈ, ਇਸ ਕਰਕੇ ਅਸੀਂ ਹੁਣ ਸੂਟਾਂ ਤੋਂ ਫਰਿੱਜਾਂ ਤੇ ਮਸ਼ੀਨਾਂ ਤੇ ਆਵਾਂਗੇ, ਬੋਤਲ ਤੋਂ ਪੇਟੀਆਂ ਤੇ ਆਵਾਂਗੇ। ਮਾਡਰਨ ਟਾਈਮ ਆ ਗਿਆ ਨਾ ਜੀ, ਬਿਲਕੁਲ ਬਿਲਕੁਲ। ਅੱਗੇ ਜਤਿੰਦਰ ਕੌਰ ਬਵਾਲ ਜੀ ਫਿਰ ਕਹਿ ਰਹੇ ਨੇ ਬਾਬਾ ਹੋਰੀ ਇਲਾਜ ਕਰਾਉਣ ਵੀ ਅਮਰੀਕੇ ਜਾਂਦਾ ਹੈ। ਤੁਸੀਂ ਸਮਝ ਗਏ ਹੋਵੋਗੇ ਜੀ ਇਸ਼ਾਰਾ ਕਿੱਧਰ ਹੈ ਉਹਨਾਂ ਦਾ। ਔਰ ਅੱਗੇ ਫਿਰ ਉਹ ਕਹਿ ਰਹੇ ਨੇ, ਕਹਿੰਦੇ ਆਵਾਜ਼ ਨੂੰ ਖਰੀਦ ਲਿਆ ਜਾਂਦਾ ਸਰ, ਜ਼ਮੀਰਾਂ ਮਰ ਗਈਆਂ। ਕੋਈ ਦੋ ਰਾਏ ਨਹੀਂ ਹੈ ਜੀ ਉਹਨਾਂ ਦੀ ਇਸ ਗੱਲ ਦੇ ਵਿੱਚ। ਬੜਾ ਹੀ ਕੌੜਾ ਸੱਚ ਉਹਨਾਂ ਨੇ ਇੱਥੇ ਲਿਖਿਆ। ਭੈਣ ਜੀ ਮੈਂ ਤੁਹਾਡੀ ਹਿੰਮਤ ਨੂੰ ਦਾਤ ਦਿੰਦੀ ਹਾਂ, ਜੇ ਇਸੇ ਤਰ੍ਹਾਂ ਸਾਡੇ ਸਰੋਤੇ, ਸਾਡੇ ਸੁਣਨ ਵਾਲੇ ਸਾਰੇ ਦੋਸਤ ਆਪਣੀ ਬੁਲੰਦ ਆਵਾਜ਼ ਨੂੰ ਅੱਗੇ ਲੈ ਕੇ ਆਉਣ, ਤਾਂ ਜਿਸ ਤਰ੍ਹਾਂ ਗਰੇਵਾਲ ਸਾਹਿਬ ਸਾਨੂੰ ਗਾਈਡਲਾਈਨ ਦੇ ਰਹੇ ਨੇ, ਅਸੀਂ ਕਿਉਂ ਨਹੀਂ ਸਕਸੈਸ ਹੋ ਸਕਦੇ ਉਸ। ਇਹ ਬੜੀ ਧਿਆਨ ਦੇਣ ਯੋਗ ਗੱਲ ਹੈ ਦੋਸਤੋ, ਬਹੁਤ ਹੀ ਸਾਡੇ ਲਈ ਇਹ ਕੀਮਤੀ ਹੈ ਕਿ ਜੇ ਇੱਕ ਵੀਲ ਸਾਨੂੰ ਮਿਲ ਰਿਹਾ, ਜਿਹੜੇ ਵੀਲ ਦੀ ਕੱਲ ਗਰੇਵਾਲ ਸਾਹਿਬ ਨੇ ਗੱਲ ਕੀਤੀ ਸੀਗੀ, ਅਗਰ ਉਹ ਵੀਲ ਸਾਡੇ ਹੱਥ ਵਿੱਚ ਆ ਰਿਹਾ ਹੈ ਤੇ ਉਸ ਵੀਲ ਨੂੰ ਅਸੀਂ ਫੜ ਰਹੇ ਹਾਂ, ਔਰ ਧੱਕਾ ਗਰੇਵਾਲ ਸਾਹਿਬ ਬਾਹਰ ਬੈਠੇ ਉਹਨਾਂ ਦੇ ਨਾਲ ਹੋਰ ਸਾਥੀ ਲਾ ਰਹੇ ਨੇ, ਤਾਂ ਅਸੀਂ ਕੀ ਨਹੀਂ ਕਰ ਸਕਦੇ ਪੰਜਾਬ ਦੇ ਅੰਦਰ? ਅਸੀਂ ਦੁਬਾਰਾ ਕਿਉਂ ਨਹੀਂ ਪੰਜਾਬ ਨੂੰ ਸੋਨੇ ਦੀ ਚਿੜੀ ਬਣਾ ਸਕਦੇ? ਗੱਲ ਸਿਰਫ ਵੀਲ ਨੂੰ ਚਲਾਉਣ ਦੀ ਹਿੰਮਤ ਦੀ ਹੈਗੀ ਆ ਦੋਸਤੋ। ਅੱਗੇ ਸਾਡੇ ਆਰਜੇ ਰੰਗ ਜੀ ਕਹਿ ਰਹੇ ਨੇ ਸਵਾਲਾਂ ਵਾਲੇ ਫੱਟੇ ਚੱਕੀ ਜਾਂਦੇ ਹੋ ਗਰੇਵਾਲ ਮੈਡਮ, ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਜਤਿੰਦਰ ਕੌਰ ਬਵਾਲ ਜੀ ਕਹਿ ਰਹੇ ਨੇ ਵੋਟਾਂ ਪਿੱਛੇ ਐਡਾ ਵੱਡਾ ਅਪਰਾਧੀ ਜੇਲ੍ਹ ਚੋਂ ਫਰਲੋ ਤੇ ਛੱਡ ਦਿੱਤਾ ਤੇ ਭਾਈ ਰਾਜੋਆਣਾ ਨੂੰ ਪਿਓ ਦੇ ਸੰਸਕਾਰ ਤੇ ਵੀ ਨਹੀਂ ਭੇਜਿਆ ਗਿਆ। ਬੇਸ਼ੱਕ ਅਸੀਂ ਪਾਰਟਿਕੂਲਰ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦੇ ਸੀ। ਨਹੀਂ ਪਿਓ ਦੇ ਸੰਸਕਾਰ ਤੇ ਆਇਆ ਸੀ ਉਹ ਰਾਜੋਵਾਲ ਵਾਲਾ, ਉਹ ਉਹਨਾਂ ਦੀ ਅੰਤਮ ਅਰਦਾਸ ਤੇ ਆਏ ਸੀ। ਅੰਤਮ ਅਰਦਾਸ ਤੇ ਆਏ ਸੀ, ਪਰ ਉਹ ਹਾਂ ਅੰਤਮ ਅਰਦਾਸ ਤੇ ਆਏ ਸੀ। ਦੇਖੋ ਮੈਂ ਉਸ ਚੀਜ਼ ਦੇ ਅਗੇਂਸਟ ਨਹੀਂ, ਮੈਂ ਉਸ ਅਗੇਂਸਟ ਚੀਜ਼ ਦੇ ਹੱਕ ਦੇ ਵਿੱਚ ਨਹੀਂ ਹੈਗਾ। ਉਹ ਟੌਪਿਕ ਡਿਫਰੈਂਟ ਆ। ਜਿਹੜਾ ਫਰਲੋ ਤੇ ਬੰਦਾ ਆ ਰਿਹਾ ਵਾ ਜਾਂ ਨਹੀਂ ਆ ਰਿਹਾ ਹੈਗਾ, ਉਹ ਟੌਪਿਕ ਡਿਫਰੈਂਟ ਆ। ਇਹ ਸਾਡਾ ਜਿਹੜਾ ਉੱਥੇ ਆਇਆ ਸਾਡਾ ਵੀਲ ਬਣਿਆ ਹੋਇਆ, ਉਸ ਵੀਲ ਨੂੰ ਇਹ ਜੇ ਉਹਨਾਂ ਨੂੰ ਲੋੜ ਆ 3 ਖੂੰਜਾ ਬਣਾਉਣ ਦੀ, 3 ਖੂੰਜਾ ਬਣਾ ਲੈਂਦੇ ਨੇ, 4 ਖੂੰਜਾ ਬਣਾਉਣ 4 ਖੂੰਜਾ ਬਣਾ ਲੈਂਦੇ ਨੇ। ਇਹ ਉਸ ਗਰਾਊਂਡ ਵੀਲ ਨੂੰ ਆਪਦੀ ਮਰਜ਼ੀ ਨਾਲ ਸ਼ੇਪ ਦੇ ਲੈਂਦੇ। ਗੱਲ ਗਰੇਵਾਲ ਸਾਹਿਬ ਇਹ ਹੈਗੀ ਹੈ, ਹਾਲਾਂਕਿ ਆਪਣਾ ਜਾਂ ਰੰਗ FM ਦਾ ਜਾਂ ਰੰਗ FM ਦੀ ਟੀਮ ਦਾ ਟੌਪਿਕ ਇਹ ਨਹੀਂ ਹੈਗਾ ਜਾਂ ਮਕਸਦ ਇਹ ਨਹੀਂ ਹੈਗਾ ਕਿ ਕੌਣ ਕਿੱਥੇ ਆਇਆ ਕਿਵੇਂ ਆਇਆ। ਗੱਲ ਸਿਰਫ ਇਹ ਹੈਗੀ ਆ ਕਿ ਜੇ ਇਸੇ ਤਰ੍ਹਾਂ ਜਿਸ ਤਰ੍ਹਾਂ ਜਤਿੰਦਰ ਕੌਰ ਬਵਾਲ ਜੀ ਨੇ ਇਹ ਟੌਪਿਕ ਇੱਥੇ ਲੈ ਕੇ ਆਂਦਾ, ਜੇ ਇਸੇ ਤਰ੍ਹਾਂ ਦੇ ਸਾਡਾ ਆਵਾਮ ਟੌਪਿਕ ਲੈ ਕੇ ਅੱਗੇ ਆਵੇ, ਸੱਚ ਦੀ ਆਵਾਜ਼ ਨੂੰ ਉਠਾਵੇ, ਸੱਚ ਦੇ ਲਈ ਹਿੰਮਤ ਕਰਕੇ ਆਪਣੀ ਆਵਾਜ਼ ਬੁਲੰਦ ਕਰੇ, ਤਾਂ ਕਿਵੇਂ ਨਹੀਂ ਸੁਧਾਰ ਹੋ ਸਕਦਾ। ਸੋ ਅੱਗੇ ਚੱਲਦੇ ਹਾਂ ਜੀ। ਅੱਗੇ ਕਹਿ ਰਹੇ ਨੇ ਜਤਿੰਦਰ ਕੌਰ ਬਵਾਲ ਜੀ, ਕਹਿੰਦੇ ਭੈਣ ਗਰੇਵਾਲ ਜੀ ਗੁੱਸਾ ਨਾ ਕਰਿਓ, ਕਹਿੰਦੇ ਗਰੇਵਾਲ ਬਹੁਤ ਚਲਾਕ ਹੁੰਦੇ ਨੇ। ਬੜੀ ਕੀ ਕਹਿੰਦੇ ਗਰੇਵਾਲ ਬਹੁਤ ਚਲਾਕ ਹੁੰਦੇ ਨੇ? ਗਰੇਵਾਲ ਚਲਾਕ ਹੁੰਦੇ ਨੇ, ਇਹਦਾ ਕੋਈ ਮੈਂ ਪੂਰਾ ਪੜਾਂ ਜੀ, ਫਿਰ ਜਵਾਬ ਦਿਓ ਪਲੀਜ਼। ਹਾਂ ਕਹਿੰਦੇ ਭੈਣ ਗਰੇਵਾਲ ਜੀ ਗੁੱਸਾ ਨਾ ਕਰਿਓ, ਕਹਿੰਦੇ ਗਰੇਵਾਲ ਬਹੁਤ ਚਲਾਕ ਹੁੰਦੇ ਨੇ। ਪਤਾ ਨਹੀਂ ਕਿਉਂ ਮੇਰੇ ਇੱਕ ਫੁੱਫੜ ਜੀ ਨੇ ਗਰੇਵਾਲ, ਪਾਪਾ ਉਹਨਾਂ ਨੂੰ ਮਜ਼ਾਕ ਕਹਿ ਦਿੰਦੇ ਸੀ, ਗਰੇਵਾਲਾਂ ਨਾਲ ਹੱਥ ਮਿਲਾ ਕੇ ਉਂਗਲੀਆਂ ਗਿਣ ਲਿਆ ਕਰੋ, ਮਜ਼ਾਕ ਵਿੱਚ ਸੁਖੀ ਵਸੋ ਸਾਰੇ ਗਰੇਵਾਲ। ਬਾਅਦ ਚ ਦੁਆ ਵੀ ਦੇ ਗਏ ਉਹ, ਤੇ ਦੋ ਜੀ ਇਹਨਾਂ ਨੂੰ ਜਵਾਬ, ਕਹਿੰਦੇ ਉਂਗਲੀਆਂ ਗਿਣ ਲਿਆ ਕਰੋ। ਗਰੇਵਾਲ ਤਾਂ ਮੈਂ ਮੇਰੀ ਮਦਰ ਵੀ ਮਾਤਾ ਵੀ ਕਹਿੰਦੀ ਹੁੰਦੀ ਸੀ, ਬਹੁਤ ਪੁਰਾਣੀ ਕਹਾਵਤ ਆ, ਗਰੇਵਾਲ ਚਲਾਕ ਹੁੰਦੇ ਨੇ, ਹੱਥ ਸੇ ਕਰਦੇ ਹੋ। ਤੇ ਆਮ ਪਿੰਡਾਂ ਦੇ ਵਿੱਚ ਸਾਡੇ ਹੁੰਦੇ ਸੀ ਵੀ ਜੇ ਰਿਸ਼ਤੇਦਾਰਾਂ ਦੇ ਜਾਣਾ, ਉਹ ਗਰੇਵਾਲ ਨਾਲ ਹੱਥ ਨਾ ਮਿਲਾਈ ਹੋਏ, ਗਰੇਵਾਲਾਂ ਨੇ ਚੌਥੀ 5ਵੀਂ ਉਂਗਲ ਲਾ ਲੈਣੀ ਆ। ਜਾਣੀ ਤੁਸੀਂ ਇਹਦੇ ਤੇ ਸਟੈਂਪ ਲਾਤੀ।
ਇਹ ਸਟੈਂਪ ਲੱਗੀ ਹੋਈ ਆ, ਕੋਈ ਗੱਲ ਆਲਰੇਡੀ ਨਹੀਂ। ਲੱਗੀ ਹੋਈ ਹੈ। ਅਸੀਂ ਚਲਾਕ ਕਰਕੇ ਤਾਂ ਅਸੀਂ ਚਲਾਕ ਵੀ, ਅਸੀਂ ਸੁਲਝੇ ਵੀ ਹੋਏ ਵੀ ਹਾਂ। ਅਸੀਂ ਗਰੇਵਾਲ ਬਾਣੀਏ ਵੀ ਕਹਿੰਦੇ, ਸਾਨੂੰ ਗਰੇਵਾਲਾਂ ਨੂੰ ਬਾਣੀਏ ਵੀ ਕਹਿੰਦੇ ਨੇ। ਅਗਰਵਾਲ ਨਾ ਬਾਣੀਏ, ਗਰੇਵਾਲ ਨਾ ਜੱਟ। ਗਰੇਵਾਲ ਬਾਣੀਏ, ਗਰੇਵਾਲ ਜੱਟ। ਤੇ ਅਸੀਂ ਦਿਖਾਣ ਵੀ ਹੈਗੇ ਆ ਗਰੇਵਾਲ, ਅਸੀਂ ਲਾਹੌਰ ਵੀ ਹੈਗੇ ਆ, ਤੇ ਅਸੀਂ ਜੋ ਵੀ ਕੁਛ ਹੈਗੇ ਆ, ਅਸੀਂ ਤੁਹਾਡੇ ਕਰਕੇ ਹੀ ਆ, ਅਸੀਂ ਹੈਗੇ ਆ। ਥੈਂਕ ਯੂ ਜੀ, ਥੈਂਕ ਯੂ ਭੈਣ ਜੀ। ਤੁਸੀਂ ਬਹੁਤ ਸੋਹਣੀ ਵੀ ਗੱਲ ਕਰੀ, ਮਜ਼ਾਕ ਵੀ ਕਰਿਆ ਔਰ ਸੱਚ ਵੀ ਅੱਗੇ ਲੈ ਕੇ ਆਂਦਾ। ਲੇਕਿਨ ਇਹ ਗੱਲ ਜਿਸ ਤਰ੍ਹਾਂ ਜਿਹੜਾ ਇੱਥੇ ਚਲਾਕ ਦਾ ਵਰਡ ਆਉਂਦਾ ਹੈ, ਮੇਰਾ ਖਿਆਲ ਹੈ ਮੈਂ ਇੱਥੇ ਕਹਿਣਾ ਚਾਹੂੰਗੀ ਕਿ ਪੰਜਾਬ ਦੇ ਅੰਦਰ ਇੱਕ ਗਰੇਵਾਲ ਸੀਗੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੀਆਂ ਬੇਟੀਆਂ ਨੂੰ ਪੜ੍ਹਾਇਆ ਸੀ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੀਆਂ ਬੇਟੀਆਂ ਨੂੰ ਸਕੂਲਾਂ ਦੇ ਵਿੱਚ ਭੇਜਿਆ ਸੀ, ਆਪਣੇ ਬੱਚਿਆਂ ਨੂੰ ਪੜ੍ਹਾਇਆ ਸੀ। ਸਭ ਤੋਂ ਪਹਿਲਾਂ ਜਿਹੜੀ ਹਾਈਲੀ ਕੁਆਲੀਫਿਕੇਸ਼ਨ ਸੀ, ਐਜੂਕੇਸ਼ਨ ਸੀ, ਉਹ ਗਰੇਵਾਲਾਂ ਨੇ। ਟੌਪਿਕ ਰੱਖ ਲਾਂਗੇ। ਸਾਡੇ ਪਿੰਡ ਦੀਆਂ 2 ਕੁੜੀਆਂ ਹੁੰਦੀਆਂ ਸੀ ਜਿਹੜੀਆਂ ਕਿ ISA ਆਫੀਸਰ ਪਹਿਲੀਆਂ ਬਣੀਆਂ ਸੀ, ਖੁੰਡਾ ਸਿੰਘ ਦੀਆਂ ਲੜਕੀਆਂ ਸੀ, ਮਹਿਮਾ ਸਿੰਘ ਵਾਲ ਤੋਂ। ਮੈਂ 5-6 ਸਾਲਾਂ ਦਾ ਸੀ ਜਦੋਂ ਉਹਨਾਂ ਨੂੰ ਮੈਂ ਦੇਖਿਆ, ਜਦੋਂ ਪਿੰਡ ਆਉਂਦੀਆਂ ਸੀ ਉਹ ਲੜਕੀਆਂ ਨਹੀਂ ਸੀ ਸਾਡੀਆਂ, ਤਾਂ ਉਹ ਮਾਵਾਂ ਵਰਗੀਆਂ ਦੀ ਉਮਰ ਦੀਆਂ ਸੀ। ਤੇ ਸਾਡੇ ਪਿਤਾ ਜੀ ਦੱਸਦੇ ਹੁੰਦੇ ਸੀ, ਤੇ ਉਹਨਾਂ ਕੋਲ ਬੀਟਲ ਕਾਰ ਹੁੰਦੀ ਸੀ ਜਿਹੜੀ ਬਾਕਸ ਵੈਗਨ ਦੀ, ਉਹ ਲੈ ਕੇ ਆਉਂਦੀਆਂ ਹੁੰਦੀਆਂ ਸੀ ਚੰਡੀਗੜ੍ਹ ਤੋਂ ਜੀ। ਸੋ ਭੈਣ ਜੀ, ਚਲਾਕ ਦੇ 2 ਮਤਲਬ ਹੁੰਦੇ ਨੇ ਜੀ। ਜਿਹੜੇ ਗਰੇਵਾਲ ਚਲਾਕ ਨੇ ਨਾ ਜੀ, ਇੰਟੈਲੀਜੈਂਟ ਚਲਾਕ ਨੇ। ਕਿਉਂਕਿ ਮੈਂ ਇਹਨਾਂ ਕਿਉਂ ਮੈਂ ਫੇਵਰ ਕਰ ਰਹੀ ਹਾਂ, ਬਿਲਕੁਲ ਮੈਨੂੰ ਫੇਵਰ ਕਰਨੀ ਚਾਹੀਦੀ ਹੈ। ਮੈਂ ਸਾਲਾਂ ਤੋਂ ਨਮਕ ਖਾਂਦੀ ਆ ਰਹੀ ਹਾਂ ਗਰੇਵਾਲਾਂ ਦਾ। ਨਾਲੇ ਸਾਡਾ ਤਾਂ ਰਿਸ਼ਤਾ ਵੀ ਜੇਠ ਭਰਜਾਈ ਦਾ ਹੈਗਾ, ਤੇ ਮੈਨੂੰ ਇਸ ਚੀਜ਼ ਦਾ ਵੀ ਧਿਆਨ ਰੱਖਣਾ ਪੈਣਾ ਕਿ ਵੱਡੇ ਨੇ ਮੇਰੇ ਤੋਂ। ਸੋ ਭੈਣ ਜੀ, ਥੈਂਕ ਯੂ। ਤੁਸੀਂ ਮਾਹੌਲ ਨੂੰ ਬੜਾ ਸਖਾਵਾਂ ਜਿਹਾ ਬਣਾਇਆ, ਬੜਾ ਵਧੀਆ ਰੂਪ ਦਿੱਤਾ ਮਾਹੌਲ ਨੂੰ। ਭੈਣ ਜੀ ਖੁਸ਼ੀ ਰਹੋ, ਸੁਖੀ ਰਹੋ। ਅੱਗੇ ਲੰਬਰਦਾਰ ਸ਼ਿੰਦਾ ਬੁਰਜ ਵਾਲਾ ਵੀਰ ਕਹਿੰਦੇ ਥੋੜਾ ਠੀਕ ਵੀ ਹੈਗਾ ਇਹ ਮਸ਼ਵਰਾ। ਹਾਂ ਮਲਾਈ ਹੈ ਥੋੜੀ ਜੀ। ਅੱਛਾ, ਅੱਗੇ ਡਾਕਟਰ ਸਾਹਿਬ ਵੀ ਪਿੱਛੇ ਨਹੀਂ ਰਹੇ। ਦੇਖੋ ਤੁਸੀਂ, ਡਾਕਟਰ ਤੰਜੂ ਵੀ ਪਿੱਛੇ ਨਹੀਂ ਰਹੇ। ਕਹਿੰਦੇ ਤੁਸੀਂ ਮੇਰਾ ਲੜੀਵਾਰ ਬਾਪੂ ਮੱਲ ਸਿਓ ਪੜ੍ਹ ਕੇ ਦੇਖਿਓ, ਫੇਰ ਪਤਾ ਲੱਗ ਜੂ ਚਲਾਕ ਹੁੰਦੇ ਆ ਜਾਂ ਭੋਲੇ। ਇਹ ਤਾਂ ਆਪਣੀ ਫੇਵਰ ਦੀ ਗੱਲ ਕਰ ਗਏ। ਥੈਂਕ ਯੂ ਡਾਕਟਰ ਸਾਹਿਬ, ਥੈਂਕ ਯੂ। ਵਧੀਆ। ਸੋ ਜਵਾਬ ਦੇ ਰਹੇ ਨੇ ਜੀ ਜਤਿੰਦਰ ਕੌਰ ਬਵਾਲ ਜੀ, ਡਾਕਟਰ ਪਰਮਜੀਤ ਜੀ ਨੂੰ ਦੇ ਰਹੇ ਨੇ। ਕਹਿੰਦੇ ਜਰੂਰ ਜੀ, ਮੈਂ ਸਤਿਕਾਰ ਕਰਦੀ ਹਾਂ ਤੁਹਾਡਾ। ਥੈਂਕ ਯੂ ਭੈਣ ਜੀ, ਜਤਿੰਦਰ ਭੈਣ ਜੀ, ਥੈਂਕ ਯੂ ਸੋ ਮਚ। ਔਰ ਇਹ ਗੱਲ ਡਾਕਟਰ ਸਾਹਿਬ ਦੀ ਬਿਲਕੁਲ ਠੀਕ ਹੈ, ਵਾਕਈ ਗਰੇਵਾਲ ਭੋਲੇ ਵੀ ਹੁੰਦੇ ਨੇ। ਮੇਰਾ ਇਹ ਜ਼ਾਤੀ ਤਜਰਬਾ ਹੈ ਜੀ। ਔਰ ਅੱਗੇ ਸਾਡੇ ਰਜਿੰਦਰ ਕੌਰ ਜੀ ਆਏ ਨੇ, ਕਹਿੰਦੇ ਤਾਂ ਸਾਰੇ ਨੇ ਜੀ। ਅੱਛਾ, ਉਹ ਵੀ ਛੱਡ ਗਏ ਜੀ ਵਿੱਚ। ਕਹਿੰਦੇ ਤਾਂ ਸਾਰੇ ਨੇ, ਪਰ ਤੁਸੀਂ ਇਹਨਾਂ ਨੂੰ ਦੱਸ ਦਿਓ ਜਦੋਂ ਵੀ ਮੈਂ ਪੰਜਾਬ ਆਊਂਗਾ, ਇਹਨਾਂ ਨੂੰ ਡਿਨਰ ਜਾਂ ਲੰਚ ਤੇ ਇਹਨਾਂ ਨੂੰ ਸੱਦਣਾ ਪੈਣਾ। ਜੇ ਨਹੀਂ ਵੀ ਵੈਰੀ ਨਾਈਸ, ਵੈਰੀ ਨਾਈਸ। ਦੋਸਤੋ, ਕਲੈਪਿੰਗ ਕਰ ਲੈਣੀ ਚਾਹੀਦੀ ਹੈ ਆਪਾਂ ਨੂੰ ਸਾਰੇ। ਤੁਸੀਂ ਜਿੱਥੇ ਜਿੱਥੇ ਬੈਠੇ ਹੋ ਪਲੀਜ਼ ਕਲੈਪਿੰਗ ਕਰੋ, ਕਿਉਂਕਿ ਗਰੇਵਾਲ ਸਾਹਿਬ ਨੇ ਜਦੋਂ ਇੰਡੀਆ ਆਉਣਾ ਹੈ ਤੇ ਉਹਨਾਂ ਨੇ ਤੁਹਾਨੂੰ ਅੱਜ ਹੀ ਆਪਣੇ ਡਿਨਰ ਜਾਂ ਲੰਚ ਜਿੱਦਾਂ ਦਾ ਟਾਈਮ ਹੋਏਗਾ, ਉਹਨਾਂ ਨੇ ਤੁਹਾਨੂੰ ਅੱਜ ਹੀ ਇਨਵੀਟੇਸ਼ਨ ਦੇ ਦਿੱਤਾ ਹੈ। ਸੋ ਕਮਰ ਕਸੇ ਨਹੀਂ, ਮੈਂ ਨਹੀਂ ਦਿੰਦਾ, ਉਹਨਾਂ ਦੇ ਕੋਲ ਜਾਣਾ। ਤੁਸੀਂ ਜਾਓਗੇ? ਅਸੀਂ ਸੋਚਿਆ ਤੁਸੀਂ ਆਪਣੇ, ਅਸੀਂ ਸੋਚਿਆ ਤੁਸੀਂ ਆਪਣੇ ਘਰ ਬੁਲਾ ਕੇ। ਅਸੀਂ ਤਾਂ ਹੀ ਤਾਂ ਆਖਿਆ ਵੀ ਅਸੀਂ ਭੋਲੇ ਨਹੀਂ ਇੰਨੇ, ਤਾਂ ਹੀ ਕਹਿੰਦੇ। ਚਲੋ, ਤੁਹਾਨੂੰ ਵੀ ਵੈਲਕਮ ਕਰਦੇ ਆ ਜੀ, ਹਨਾ। ਮੈਨੂੰ ਤਾਂ ਗਰੇਵਾਲਾਂ ਵੱਲ ਵੀ ਰਹਿਣਾ ਪੈਣਾ ਤੇ ਸਰੋਤਿਆਂ ਦੇ ਨਾਲ ਵੀ ਖੜਨਾ ਪੈਣਾ। ਸੋ ਅੱਗੇ ਲੰਬਰਦਾਰ ਸ਼ਿੰਦਾ ਬੁਰਜਵੀਰ ਕਹਿ ਰਹੇ ਨੇ, ਕਹਿੰਦੇ ਰਜਿੰਦਰ ਕੌਰ ਭੈਣ ਜੀ ਨੂੰ ਕਹਿ ਰਹੇ ਨੇ, ਕਹਿੰਦੇ ਵਾਹ ਵਾਹ। ਤੇ ਅੱਗੇ ਜਤਿੰਦਰ ਕੌਰ ਜੀ ਸਤਿਕਾਰ ਕਹਿ ਰਹੇ ਨੇ ਜੀ, ਤੁਹਾਨੂੰ ਸਤਿਕਾਰ ਦੇ ਰਹੇ ਨੇ। ਜਤਿੰਦਰ ਕੌਰ ਜੀ ਕਹਿ ਰਹੇ ਨੇ ਤੀਜਾ ਨਰਾਤਾ ਭੈਣੇ। ਅੱਛਾ ਜੀ, ਇਹ ਗੱਲ ਕੁਛ ਮੇਰੇ ਸਮਝ ਨਹੀਂ ਲੱਗੀ ਪੂਰੀ ਕਿ ਤੀਜਾ ਨਰਾਤਾ। ਤੇ ਭੈਣ ਜੀ ਇਹ ਤੁਸੀਂ ਕੋਸ਼ਿਸ਼ ਕਰੋ ਸਮਝਾਉਣ ਦੀ। ਅੱਗੇ ਜਤਿੰਦਰ ਕੌਰ ਭੈਣ ਜੀ ਹੋਰ ਕਹਿ ਰਹੇ ਨੇ, ਕਹਿੰਦੇ ਰੋਂਦਿਆਂ ਨੂੰ ਹੋਰ ਰਵਾਉਂਦੀ ਹੈ ਇਹ ਦੁਨੀਆ, ਸਦਾ ਹੀ ਚੜ੍ਹਦੇ ਸੂਰਜ ਨੂੰ ਸਲਾਮਾ ਕਰੇ ਇਹ ਦੁਨੀਆ। ਵਾਕਈ ਉਹਨਾਂ ਨੇ ਇਹ ਗੱਲ ਸਹੀ ਕਹੀ ਹੈ। ਜਿਹੜਾ ਇੱਥੇ ਰੋਂਦਾ ਹੈ, ਕਹਿੰਦੇ ਉਹਨਾਂ ਨੂੰ ਹੋਰ ਰਵਾਉਂਦੀ ਹੈ ਇਹ। ਸਹੀ ਕਹਿ ਰਹੇ ਹੋ। ਤੇ ਅੱਗੇ ਜੀ ਉਹਨਾਂ ਨੇ ਆਪਣਾ ਬਹੁਤ ਵੱਡਾ ਦਿਲ ਸਾਡੀ ਰੰਗ FM ਦੀ ਟੀਮ ਲਈ, ਰੰਗ FM ਲਈ ਤੇ ਤੁਹਾਡੇ ਲਈ ਬਹੁਤ ਹੀ ਪਿਆਰ ਨਾਲ ਭਰ ਕੇ ਭੇਜਿਆ ਹੋਇਆ ਹੈ। ਅੱਗੇ ਸਾਡੇ ਬੱਲੇ 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 ਬੱਲੇ, ਅੱਜ ਤਾਂ ਸਾਡੇ ਮੈਡਮ ਕੌਰ ਮਨਦੀਪ ਭੁੱਲਰ ਜੀ ਵੀ ਪਹੁੰਚੇ ਹੋਏ ਨੇ। ਵਾਹ ਜੀ ਵਾਹ। ਕਹਿੰਦੇ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਹਾਨੂੰ ਰੰਗ FM ਦਾ ਰਸਤਾ ਨਜ਼ਰ ਆਇਆ। ਉਮੀਦ ਕਰਾਂਗੇ ਰੋਜ਼ ਆਵੇ। ਅੱਗੇ ਜਤਿੰਦਰ ਕੌਰ ਬਵਾਲ ਜੀ ਕਹਿ ਰਹੇ ਨੇ ਤਖਤ ਬਦਲ ਦਿਓ, ਤਾਜ ਬਦਲ ਦਿਓ, ਤਖਤ ਬਦਲ ਦਿਓ, ਤਾਜ ਬਦਲ ਦਿਓ, ਬੇਈਮਾਨਾਂ ਦਾ ਰਾਜ ਬਦਲ ਦਿਓ, ਰਾਜ ਬਦਲ ਦਿਓ।
क्या बात है, क्या बात है। भैन जी बना दिओ ਇਹ ਨਾਰਾ ਫਿਰ ਤੁਸੀਂ ਅੱਜ ਤੋਂ। ਅੱਗੇ ਕੌਰ ਮਨਦੀਪ ਪੁੱਲਰ ਜੀ ਸਾਡੀ ਵਾਰਤਾਲਾਪ ਨੂੰ ਸੁਣਦੇ ਹੋਏ 100 ਵਿੱਚੋਂ 100 ਨੰਬਰ ਦੇ ਰਹੇ ਨੇ ਜੀ ਤੁਹਾਨੂੰ, ਬੜੇ ਖੁਸ਼ ਹੋ ਰਹੇ ਨੇ। ਅੱਗੇ ਸਾਡੇ ਵਿਜੇਤਾ ਭਰਦਵਾਜ ਜੀ ਆਏ ਨੇ, ਕਹਿੰਦੇ ਨਕਲੀ ਦੁੱਧ ਕਰਕੇ ਮੈਂ ਦੁੱਧ ਬੰਦ ਕਰ ਦਿੱਤਾ ਅਤੇ ਹੁਣ ਮੈਂ ਚਾਹ ਦੀ ਜਗ੍ਹਾ ਕਾਹਵਾ ਪੀ ਰਹੀ ਹਾਂ। ਚਲੋ ਜੀ, ਇੱਕ ਸਭ ਤੋਂ ਵੱਡੀ ਖੁਸ਼ੀ ਅੱਜ ਦੇ ਸਾਡੇ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਆਪਣਾ ਪਹਿਲੀ ਜਿੱਤ ਦਾ ਨਿਸ਼ਾਨ, ਜਿਹੜਾ ਕਹਿੰਦੇ ਨਾ ਜਿੱਤ ਦੇ ਨਿਸ਼ਾਨ, ਸਾਡੀ ਪਹਿਲੀ ਜਿੱਤ ਦਾ ਨਿਸ਼ਾਨ ਸਾਨੂੰ ਅੱਜ ਵਿਜੇਤਾ ਭਰਦਵਾਜ ਜੀ ਨੇ ਦਿੱਤਾ ਹੈ। ਸੋ ਅਸੀਂ ਤਹਿ ਦਿਲ ਤੋਂ ਧੰਨਵਾਦੀ ਹਾਂ ਜੀ ਤੁਹਾਡੇ। ਮੈਂ ਤਾਂ ਤੁਹਾਡੀ ਗੱਲ ਵਿਚਾਲੇ ਜਦੋਂ ਵੀ ਮੈਂ ਇੰਡੀਆ ਆਉਣਾ ਹੁੰਦਾ, ਮੈਂ ਇੱਕ ਦੁੱਧ ਦਾ ਸੁੱਕੀਟ ਦਾ ਡੱਬਾ ਆਪਦੇ ਨਾਲ ਲੈ ਕੇ ਆਉਣਾ ਹੁੰਦਾ ਬਾਹਰੋਂ। ਜਦੋਂ ਮੈਂ ਆ ਕੇ, ਹਾਂਜੀ, ਮੈਂ ਆਪ ਦਾ ਦੁੱਧ ਦਾ ਈਵਨ ਮੈਂ ਪਿੰਡੋਂ ਵੀ ਦੁੱਧ ਲੈਂਦਾ ਹੁੰਦਾ, ਮੇਰੇ ਕੋਲ ਉਹ ਡੱਬਾ ਮੇਰਾ 4 ਵੀਕਾਂ 5 ਵੀਕਾਂ ਵਧੀਆ ਲੰਘ ਜਾਂਦਾ। ਉਹਦੇ ਨਾਲ ਹੀ ਮੈਂ ਚਾਹ ਬਣਾਉਣਾ ਤੇ ਉਹਦੇ ਨਾਲ ਹੀ ਕੌਫੀ ਬਣਾ ਲਈਦੀ ਆ। ਤੇ ਬਾਹਰ ਮੈਂ ਬਹੁਤ ਘੱਟ, ਬਾਹਰ ਮੈਂ ਚਾਹ ਪੀਂਦਾ ਨਹੀਂ ਹੁੰਦਾ, ਜੋ ਮੈਂ ਨਾਲ ਲੈ ਕੇ ਰੱਖਦਾ ਬੇਸ਼ੱਕ ਜੀ। ਅੱਗੇ ਸਾਡੇ ਬਹੁਤ ਹੀ ਪਿਆਰੇ ਪਿਆਰੇ ਸਾਡੇ ਰੰਗ FM ਦੇ ਹੋਲੀ ਸ਼ੋਲੀ, ਕੀ ਨਾਮ ਦਈਏ ਉਹਨਾਂ ਨੂੰ, ਮੈਨੇਜਰ ਨਹੀਂ, ਇਹ ਵੀ ਛੋਟਾ ਜਿਹਾ ਲੱਗਦਾ, ਚਲੋ ਪਿਆਰ ਨਾਲ ਸਰੋਤੇ ਤੁਸੀਂ ਕੋਈ ਵੀ ਨਾਮ ਦੇ ਲਓ। ਸਾਡੀ ਬਹੁਤ ਪਿਆਰੀ ਬੱਚੀ ਕੋਮਲ, ਜਿਨ੍ਹਾਂ ਦੇ ਹੱਥ ਵਿੱਚ ਰੰਗ FM ਦੀ ਚਾਬੀ ਆ, ਉਹਨਾਂ ਨੇ ਵੀ ਕਮੈਂਟ ਕੀਤਾ, ਕਹਿੰਦੇ ਗ੍ਰੇਟ ਕਨਵਰਸੇਸ਼ਨ ਗਰੇਵਾਲਸ, ਯਾਨੀ ਕਿ ਮੈਂ ਵੀ ਨਾਲ ਦੋਨਾਂ ਗਰੇਵਾਲਸ ਨੂੰ। ਥੈਂਕ ਯੂ ਬੱਚੇ, ਥੈਂਕ ਯੂ, ਗॉड ਬlesਸ ਯੂ ਰਾਜੇ। ਅੱਗੇ ਸਾਡੇ ਬੌਬੀ ਬੈਸ ਜੀ ਆਏ ਨੇ, ਵੈਲਕਮ ਹੈ ਜੀ ਤੁਹਾਡਾ ਰੰਗ FM ਦੇ ਉੱਤੇ। ਕਹਿੰਦੇ ਸਿਆਸਤ ਨਫ਼ਰਤਾਂ ਦਾ ਜ਼ਖਮ ਭਰਨ ਨਹੀਂ ਦਿੰਦੀ, ਜਦੋਂ ਵੀ ਭਰਨ ਲੱਗਦਾ ਹੈ ਤਾਂ ਮੱਖੀ ਬੈਠ ਜਾਂਦੀ ਹੈ। ਬਹੁਤ ਡੂੰਗੀ ਤੇ ਗਹਿਰੀ ਗੱਲ ਕਰਕੇ ਗਏ ਨੇ ਸਾਡੇ ਬੌਬੀ ਬੈਸ ਜੀ, ਔਰ ਬੜਾ ਸੱਚ ਬੋਲ ਕੇ ਗਏ ਨੇ। ਅੱਗੇ ਸਾਡੇ ਬਹੁਤ ਹੀ ਸਤਿਕਾਰਯੋਗ ਭੈਣ ਜੀ ਸਤਿੰਦਰ ਕੌਰ ਕਾਲੋਂ ਜੀ, ਕਹਿੰਦੇ ਬਹੁਤ ਸੋਹਣੀ ਸ਼ੁਰੂਆਤ। ਥੈਂਕ ਯੂ ਭੈਣ ਜੀ, ਥੈਂਕ ਯੂ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਆਉਣ ਤੇ ਤਹਿ ਦਿਲ ਤੋਂ ਮੈਂ ਤੁਹਾਡੀ ਧੰਨਵਾਦੀ ਹਾਂ ਹੌਸਲਾ ਅਫਜ਼ਾਈ ਦੇ ਲਈ। ਸਤਿ ਸ਼੍ਰੀ ਅਕਾਲ ਜੀ। ਔਰ ਅੱਗੇ ਸਾਡੇ ਜਗਸੀਰ ਸਿੰਘ ਜੀ ਕਹਿੰਦੇ ਨੇ ਚੱਕ ਬਖਤੂ ਜ਼ਿਲ੍ਹਾ ਬਠਿੰਡਾ ਤੋਂ ਪਹੁੰਚੇ ਹੋਏ ਨੇ। ਹੀਰਾ ਸਿੰਘ ਹੰਸਪਾਲ, ਬਹੁਤ ਹੀ ਉੱਤਮ, ਥੈਂਕ ਯੂ ਜੀ, ਥੈਂਕ ਯੂ ਹੀਰਾ ਸਾਹਿਬ, ਵੈਲਕਮ ਜੀ। ਸਾਡੇ ਕੋਮਲ ਜੀ ਕਹਿ ਰਹੇ ਨੇ ਵੈਲਿਊਏਬਲ ਕਨਵਰਸੇਸ਼ਨ, ਥੈਂਕ ਯੂ ਰਾਜੇ, ਥੈਂਕ ਯੂ ਬੱਚੇ। ਬੌਬੀ ਬੈਸ ਜੀ ਸਤਿ ਸ਼੍ਰੀ ਅਕਾਲ ਕਹਿ ਰਹੇ ਨੇ ਜੀ। ਲੰਬਰਦਾਰ ਸ਼ਿੰਦਾ ਬੁਰਜਵਾਲਾ ਵੀਰ ਜੀ, ਹੋਸਟ ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਮੈਂ ਹੁਣ ਗਰੇਵਾਲ ਨਹੀਂ ਕਹਿਣਾ। ਅੱਛਾ ਜੀ, ਠੀਕ ਹੈ ਜੀ ਤੁਸੀਂ ਪਿਆਰ ਨਾਲ ਜੋ ਵੀ ਕਹੋਗੇ ਮੈਨੂੰ ਮਨਜ਼ੂਰ ਹੈ ਜੀ। ਲੰਬਰਦਾਰ ਸ਼ਿੰਦਾ ਬੁਰਜਵਾਲਾ ਅੱਗੇ ਕਹਿ ਰਹੇ ਨੇ ਬਹੁਤ ਹੀ ਵਧੀਆ ਉਪਰਾਲਾ ਹੈ ਜੀ, ਥੈਂਕ ਯੂ ਜੀ। ਕਹਿੰਦੇ ਅੱਗੇ ਫੇਰ ਲੰਬਰਦਾਰ ਸ਼ਿੰਦਾ ਬੁਰਜ ਵੀਰ ਕਹਿ ਰਹੇ ਨੇ ਅੱਜ ਦੇ ਮਹਿਮਾਨ ਨੂੰ ਸਨਮਾਨ ਚਿੰਨ੍ਹ ਵਜੋਂ ਪਿਆਰ ਤੇ ਸਤਿਕਾਰ ਸੰਭੋ ਜੀ ਅੱਜ ਦਾ। ਥੈਂਕ ਯੂ, ਧੰਨਵਾਦ ਤੁਹਾਡਾ। ਅੱਗੇ ਸਾਡੇ ਦਵਿੰਦਰ ਸਿੰਘ ਜੀ ਆਏ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਲੰਬਰਦਾਰ ਸ਼ਿੰਦਾ ਬੁਰਜਵਾਲਾ ਵੀਰ ਕਹਿ ਰਹੇ ਨੇ ਰੰਗ ਬੰਨਿਆ ਪਿਆ ਜੀ ਸਭ ਨੇ, ਸ਼ੁਕਰੀਆ ਜੀ, ਸ਼ੁਕਰੀਆ, ਤੁਹਾਡੇ ਸਾਰਿਆਂ ਦੇ ਨਾਲ ਰੰਗ ਬੰਨਿਆ ਜਾਂਦਾ ਹੈ ਜੀ। ਰਮਾ ਸ਼ਰਮਾ ਜੀ ਕਹਿੰਦੇ ਸਤਿ ਸ਼੍ਰੀ ਅਕਾਲ। ਸਤਿੰਦਰ ਕੌਰ ਭੈਣ ਕਹਿੰਦੇ ਵਾਹ। ਰਜਿੰਦਰ ਕੌਰ ਜੀ ਕਹਿੰਦੇ ਸਤਿ ਸ਼੍ਰੀ ਅਕਾਲ। ਸ਼ਿੰਦਾ ਬੁਰਜਵਾਲਾ ਵੀਰ ਕਹਿੰਦੇ ਬਹੁਤ ਖੂਬ ਜੀ। ਰਾਮਜੀਤ ਖੰਗੂੜਾ ਜੀ ਆਏ ਨੇ। ਸਾਰੇ ਹੀ ਸਰੋਤਿਆਂ ਦਾ ਧੰਨਵਾਦ ਹੈ ਜੀ ਇਸ ਪ੍ਰੋਗਰਾਮ ਦੇ ਵਿੱਚ ਆਉਣ ਦੇ ਲਈ ਜੀ ਆਇਆ। ਸਤਿ ਸ਼੍ਰੀ ਅਕਾਲ ਕਹਿ ਰਹੇ ਨੇ ਜੀ ਸ਼ਾਮ ਸੁੰਦਰ ਚਾਵਲਾ ਜੀ, ਸਾਰੇ ਰੰਗ FM ਦੀ ਟੀਮ ਨੂੰ ਨਮਸਕਾਰ। ਸ਼ਾਮ ਸੁੰਦਰ ਚਾਵਲਾ ਜੀ ਫੇਰ ਅੱਗੇ ਸਤਿ ਸ਼੍ਰੀ ਅਕਾਲ ਕਹਿ ਰਹੇ ਨੇ। ਸੋ ਮੈਨੂੰ ਇੱਥੇ ਥੋੜੇ ਜਿਹੇ ਹੀ ਮੈਸੇਜ ਜਿਹੜੇ ਮੈਂ ਪੜ੍ਹੇ ਨੇ ਉਹ ਮੈਨੂੰ ਇੱਥੇ ਸ਼ੋ ਹੋਏ ਨੇ ਜੀ। ਤੇ ਜਿਹੜੇ ਕੋਈ ਵੀ ਸਾਡੇ ਦੋਸਤੋ ਕੋਈ ਮੈਸੇਜ ਤੁਹਾਡੇ ਜੇ ਰਹਿ ਗਏ ਨੇ ਤਾਂ ਪਲੀਜ਼ ਗੁੱਸਾ ਨਾ ਕਰਿਓ, ਕਿਉਂਕਿ ਸਿਸਟਮ ਮੇਰੇ ਦੇ ਵਿੱਚ ਕੁਝ ਥੋੜੀ ਜਿਹੀ ਪ੍ਰੋਬਲਮ ਆ ਦੂਸਰੇ ਫੋਨ ਦੇ ਕਾਰਨ। ਉਹਨਾਂ ਦਾ ਜਿਹੜਾ ਰਿਗਾਰਡ ਹੈਗਾ, ਉਹਨਾਂ ਨੂੰ ਜਿਹੜਾ ਰਿਸਪੌਂਸ ਰੰਗ FM ਵੱਲੋਂ ਮਿਲਣਾ ਉਹ ਜ਼ਰੂਰ ਮਿਲੇਗਾ, ਬਾਈ ਰਿਟਰਨ ਮਿਲੇਗਾ ਜੀ। ਸੋ ਇੱਕ ਵਾਰੀ ਮੈਂ ਚੈੱਕ ਕਰ ਲਾਂ ਜੀ, ਫਿਰ ਜੇ ਕੋਈ ਨਜ਼ਰ ਆ ਜਾਏ ਮੈਨੂੰ ਹੋਰ ਕੋਈ ਕਮੈਂਟ। ਚਲੋ ਕੋਈ ਨਾ, ਫਿਰ ਪਾਸ ਓਕੇ ਜੀ। ਸੋ ਓਕੇ ਗਰੇਵਾਲ ਸਾਹਿਬ, ਤੁਹਾਡਾ ਤਹਿ ਦਿਲ ਤੋਂ ਬਹੁਤ 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 ਧੰਨਵਾਦ ਰੰਗ FM ਵੱਲੋਂ, ਰੰਗ FM ਦੀ ਸਾਰੀ ਟੀਮ ਤੇ ਸਾਡੇ ਸਰੋਤਿਆਂ ਵੱਲੋਂ, ਜਿਹੜਾ ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਸਾਡੇ ਰੂਬਰੂ ਹੁੰਦੇ ਹੋ। ਔਰ ਸਭ ਤੋਂ ਵੱਡੀ ਗੱਲ ਕਿ ਸਾਨੂੰ ਆਪਣੇ ਘਰ ਬੈਠੇ ਵਿਦੇਸ਼ਾਂ ਦੀ ਸੈਰ ਕਰ ਰਹੇ ਹੋ। ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ, ਤੰਦਰੁਸਤੀਆਂ ਬਖਸ਼ਣ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਰੰਗ 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 FM, ਰੰਗ 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 FM। ਚੁੱਪ ਨੂੰ ਵੀ ਹੁਣ ਬੋਲ ਮਿਲੇ ਨੇ, ਸੱਤੇ ਬੂਹੇ ਖੋਲ ਮਿਲੇ ਨੇ। ਹਰ ਚਾਨਣ ਦਾ ਜਾਇਆ ਉਹ ਜ਼ਿੰਦਗੀ ਸੰਗ ਬੋਲੂਗਾ, ਹੁਣ ਰੰਗ ਬੋਲੂਗਾ।